पंजाबी ऑडियो बुक सुन रहे सारे ਸਰੋਤਿਆਂ ਨੂੰ ਫਤਿਹ ਅੱਜ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਨਕਲਾਬ ਕਾਂਡ 11ਵਾਂ ਪੰਨਾ ਨੰਬਰ 130 ਬਰਾਬਰੀ ਵਾਲਾ ਸਮਾਜ। ਸਿੱਖ ਲਹਿਰ ਦੀ ਰੂਪ ਰੇਖਾ ਤੇ ਤਰੱਕੀ ਤਿੰਨ ਮੁੱਖ ਸਮਾਜੀ ਨਿਸ਼ਾਨਿਆਂ ਨੂੰ ਜ਼ਾਹਰ ਕਰਦੀ ਹੈ। ਪਹਿਲਾ, ਬਰਾਬਰੀ ਵਾਲਾ ਸਮਾਜ ਬਣਾਉਣਾ। ਦੂਜਾ, ਨਵੇਂ ਸਮਾਜ ਨੂੰ ਧਾਰਮਿਕ ਤੇ ਰਾਜਸੀ ਅਤਿਆਚਾਰ ਦੇ ਖਿਲਾਫ ਹਥਿਆਰਬੰਦ ਜੱਦੋ-ਜਹਿਦ ਚਲਾਉਣ ਵਾਸਤੇ ਵਰਤਣਾ। ਅਤੇ ਤੀਜਾ, ਖਾਲਸੇ ਵੱਲੋਂ ਰਾਜਸੀ ਸੱਤਾ ਤੇ ਕਬਜ਼ਾ ਕਰਨਾ। ਅਨਿਆਂ, ਨਾ ਬਰਾਬਰੀ ਅਤੇ ਦਰਜਾ ਬਦਰਜੀ ਦੀਆਂ ਸਾਰੀਆਂ ਸ਼ਕਲਾਂ ਦੇ ਖਿਲਾਫ ਲੜਨਾ ਸਿੱਖ ਮੱਤ ਦਾ ਸਿਧਾਂਤ ਸੀ। ਉਪਰੋਕਤ ਤਿੰਨ ਨਿਸ਼ਾਨੇ ਇਸ ਸਿਧਾਂਤ ਦੇ ਅਟੁੱਟ ਹਿੱਸੇ ਹਨ। ਇਸ ਕਾਂਡ ਵਿੱਚ ਅਸੀਂ ਕੇਵਲ ਪਹਿਲੇ ਨਿਸ਼ਾਨੇ ਬਾਰੇ ਵਿਚਾਰ ਕਰਾਂਗੇ। ਪਹਿਲਾ, ਜਾਤ ਪਾਤ। ਸਿੱਖ ਲਹਿਰ ਦਾ ਪਹਿਲਾ ਨਿਸ਼ਾਨਾ ਬਰਾਬਰੀ ਵਾਲਾ ਸਮਾਜ ਉਸਾਰਨਾ ਸੀ। ਜਾਤ ਪਾਤ ਇਸ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ। ਸਮਾਜ ਵਿੱਚ ਹੋਰ ਵੀ ਬਹੁਤ ਸਾਰੀਆਂ ਨਾ ਬਰਾਬਰੀਆਂ ਸਨ। ਸਿੱਖ ਗੁਰੂਆਂ ਦਾ ਉਹਨਾਂ ਵੱਲ ਵੀ ਕੋਈ ਨਰਮ ਰਵੱਈਆ ਨਹੀਂ ਸੀ, ਪਰ ਉਹ ਮਹਿਸੂਸ ਕਰਦੇ ਸਨ ਕਿ ਜਦੋਂ ਤੱਕ ਜਾਤ ਪਾਤ ਦੇ ਬੁਨਿਆਦੀ ਕਲੰਕ ਨੂੰ ਨਹੀਂ ਮੇਟ ਲਿਆ ਜਾਂਦਾ, ਦੂਜੀਆਂ ਨਾ ਬਰਾਬਰੀਆਂ ਵਿੱਚ ਵੀ ਕੋਈ ਵੱਡੀ ਤਬਦੀਲੀ ਨਹੀਂ ਸੀ ਕੀਤੀ ਜਾ ਸਕਦੀ। ਇਸ ਲਈ ਅਸੀਂ ਜਾਤ ਪਾਤ ਦੇ ਪ੍ਰਸੰਗ ਵਿੱਚ ਹੀ ਸਿੱਖ ਲਹਿਰ ਵੱਲੋਂ ਬਰਾਬਰੀ ਵਾਲਾ ਸਮਾਜ ਬਣਾਉਣ ਦੇ ਪੱਖ ਉੱਤੇ ਵਧੇਰੇ ਧਿਆਨ ਦੇਵਾਂਗੇ। ਜਾਤ ਪਾਤ ਦੇ ਖਿਲਾਫ ਸਿੱਖ ਲਹਿਰ ਦੀ ਜੱਦੋ-ਜਹਿਦ ਦਾ ਨਿਰਣਾ ਕਰਨ ਵੇਲੇ ਜ਼ਰੂਰੀ ਹੈ ਕਿ ਇਸ ਦੇ ਮੱਧਯੁਗੀ ਪ੍ਰਸੰਗ ਨੂੰ ਵੇਖਣਾ ਪਵੇਗਾ। ਇਸ ਨੂੰ ਅੱਜ ਦੇ ਹਾਲਾਤ ਵਿੱਚ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਜਾਤ ਪਾਤ ਦਾ ਜ਼ਹਿਰ ਪਹਿਲਾਂ ਨਾਲੋਂ ਘੱਟ ਹੋ ਰਿਹਾ ਹੈ ਅਤੇ ਇਸ ਦੇ ਬੰਧਨ ਕਮਜ਼ੋਰ ਹੋ ਰਹੇ ਹਨ। ਜਿਨ੍ਹਾਂ ਥੰਮਾਂ ਉੱਤੇ ਜਾਤ ਪਾਤੀ ਢਾਂਚਾ ਉਸਾਰਿਆ ਹੋਇਆ ਸੀ, ਇਨਕਲਾਬੀ ਭਗਤਾਂ ਨੇ ਉਹਨਾਂ ਉੱਤੇ ਚੋਟ ਕੀਤੀ। ਸਿੱਖ ਗੁਰੂਆਂ ਨੇ ਇਹ ਚੋਟ ਹੋਰ ਵੀ ਜ਼ੋਰ ਨਾਲ ਕੀਤੀ। ਬਹੁਤੀਆਂ ਗੱਲਾਂ ਦੇ ਦੁਹਰਾਉਣ ਤੋਂ ਬਚਣ ਲਈ ਇੱਥੇ ਜਾਤ ਪਾਤ ਦੇ ਸਿਰਫ ਮੋਟੇ-ਮੋਟੇ ਪੱਖ ਨੂੰ ਤੇ ਜਿਹੜੇ ਅਮਲੀ ਕਦਮ ਸਿੱਖ ਲਹਿਰ ਨੇ ਚੁੱਕੇ ਉਹਨਾਂ ਤੇ ਹੀ ਵਿਚਾਰ ਕਰਾਂਗੇ। ਊੜਾ, ਮੰਤਵਾਂ ਦੀ ਚਾਲਕ ਸ਼ਕਤੀ। ਮੋਟੀਵੇਟਿਵ ਪਾਵਰ। ਕਿਸੇ ਵੀ ਸਮਾਜੀ ਪ੍ਰਬੰਧ ਨੂੰ ਕਾਇਮ ਰੱਖਣ ਤੇ ਚਾਲੂ ਰੱਖਣ ਵਿੱਚ ਉਸਦੇ ਮੰਤਵਾਂ ਦੀ ਚਾਲਕ ਸ਼ਕਤੀ ਦੀ ਅਹਿਮੀਅਤ ਬਹੁਤ ਹੁੰਦੀ ਹੈ। ਲਹਿਰ ਦੇ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਵਾਸਤੇ ਵਰਤੇ ਗਏ ਸਾਧਨਾਂ ਦੀ ਵੀ ਅਹਿਮੀਅਤ ਹੁੰਦੀ ਹੈ, ਪਰ ਸਮੁੱਚੇ ਤੌਰ ਉੱਤੇ ਮੰਤਵਾਂ ਦੀ ਚਾਲਕ ਸ਼ਕਤੀ ਨਾਲੋਂ ਘੱਟ। ਨਤੀਜੇ ਦੇ ਤੌਰ ਤੇ ਜਿਸ ਲਹਿਰ ਨੇ ਕਿਸੇ ਸਮਾਜੀ ਪ੍ਰਬੰਧ ਨੂੰ ਖਤਮ ਕਰਨਾ ਹੁੰਦਾ ਹੈ, ਉਹ ਪੁਰਾਣੇ ਪ੍ਰਬੰਧ ਦੇ ਮੰਤਵਾਂ ਦੀ ਚਾਲਕ ਸ਼ਕਤੀ ਨੂੰ ਉਲਟ ਦੇਣ ਵੱਲ ਵਧੇਰੇ ਧਿਆਨ ਦਿੰਦੀ ਹੈ। ਭਾਵੇਂ ਅਜਿਹਾ ਕਰਦਿਆਂ ਉਸਦੇ ਸਾਧਨਾਂ ਨੂੰ ਵੀ ਅੱਖੋਂ ਓਹਲੇ ਨਹੀਂ ਰੱਖਿਆ ਜਾਂਦਾ। ਕਿਸੇ ਸਮਾਜਿਕ ਪ੍ਰਬੰਧ ਦੀਆਂ ਕਦਰਾਂ ਕੀਮਤਾਂ ਉੱਤੇ ਚੋਟ ਕਰਕੇ ਉਹਨਾਂ ਨੂੰ ਕਮਜ਼ੋਰ ਕਰਨ ਦਾ ਮਤਲਬ ਹੈ ਉਸ ਸਮਾਜੀ ਪ੍ਰਬੰਧ ਨੂੰ ਕਮਜ਼ੋਰ ਕਰਨਾ, ਕਿਉਂਕਿ ਕਿਸੇ ਵੀ ਸਮਾਜੀ ਪ੍ਰਬੰਧ ਦੀ ਬੁਨਿਆਦ ਉਸ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਹਨ। ਕਿਸੇ ਪ੍ਰਬੰਧ ਦੇ ਓਪਰੇ ਲੱਛਣਾਂ ਨਾਲੋਂ ਵਧੇਰੇ ਅਹਿਮੀਅਤ ਉਸ ਦੀ ਬੁਨਿਆਦੀ ਕਦਰਾਂ ਕੀਮਤਾਂ ਦੀ ਹੁੰਦੀ ਹੈ। ਜਿਸ ਗੱਲ ਨੂੰ ਧਿਆਨ ਵਿੱਚ ਨਾ ਰੱਖਿਆ ਜਾਵੇ ਤਾਂ ਜਾਤ ਪਾਤੀ ਪ੍ਰਬੰਧ ਉੱਤੇ ਕੀਤੀ ਗਈ ਕਿਸੇ ਵੀ ਚੋਟ ਦੀ ਮਜ਼ਬੂਤੀ ਦਾ ਅੰਦਾਜ਼ਾ ਲਾਉਣ ਲੱਗਿਆਂ ਸਹੀ ਸੂਝ ਘੇਰੇ ਦੀ ਹੱਦ ਤੰਗ ਹੋ ਜਾਂਦੀ ਹੈ। ਭਾਰਤ ਦੀ ਸਮਾਜੀ ਅਤੇ ਧਾਰਮਿਕ ਤਰੱਕੀ ਨੂੰ ਵਧਾਉਣ ਵਾਲੇ ਮੰਤਵਾਂ ਦੀ ਚਾਲਕ ਸ਼ਕਤੀ ਸਮੁੱਚੇ ਤੌਰ ਤੇ ਇਹ ਸੀ ਕਿ ਜਾਤ ਪਾਤੀ ਪ੍ਰਬੰਧ ਨੂੰ ਜਿਵੇਂ ਕਿਵੇਂ ਸੁਰੱਖਿਅਤ ਰੱਖਿਆ ਜਾਏ, ਅਤੇ ਜਾਤ ਪਾਤੀ ਪ੍ਰਬੰਧ ਦੇ ਪਿੱਛੇ ਕੰਮ ਕਰਦੀ ਮੰਤਵਾਂ ਦੀ ਚਾਲਕ ਸ਼ਕਤੀ ਸੀ ਬ੍ਰਾਹਮਣਾਂ ਅਤੇ ਦੂਜੀਆਂ ਉੱਚੀਆਂ ਜਾਤਾਂ ਦੇ ਜਾਤ ਪਾਤੀ ਰੁਤਬੇ ਨੂੰ ਕਾਇਮ ਰੱਖਣਾ। ਜਾਤ ਪਾਤੀ ਪ੍ਰਬੰਧ ਨੂੰ ਸਮਝਣ ਲਈ ਅਤੇ ਜਾਤ ਪਾਤ ਵਿਰੋਧੀ ਲਹਿਰਾਂ ਦੀ ਤਾਕਤ ਦੇ ਘੱਟ ਵੱਧ ਹੋਣ ਦਾ ਤੋਲ ਕਰਨ ਲਈ ਇਹ ਇੱਕ ਕੁੰਜੀ ਹੈ। ਵਿਆਹ ਸ਼ਾਦੀ ਸੰਬੰਧੀ ਸਾਂਝਾ ਭੋਜਨ ਕਰਨ, ਜਾਤਾਂ ਵੱਲੋਂ ਦੂਜੇ ਪੇਸ਼ੇ ਅਖਤਿਆਰ ਕਰਨ ਉੱਤੇ ਲਾਗੂ ਰੋਕਾਂ ਅਤੇ ਉਹਨਾਂ ਵਿਚਕਾਰ ਰੀਤਾਂ ਰਸਮਾਂ ਦੇ ਆਧਾਰ ਉੱਤੇ ਖੜੀਆਂ ਕੀਤੀਆਂ ਕੰਧਾਂ, ਇਹ ਸਭ ਕੁਝ ਜਾਤ ਪਾਤੀ ਰੁਤਬੇ ਦੇ ਮੁੱਖ ਮੰਤਵ ਨੂੰ ਪ੍ਰਾਪਤ ਕਰਨ ਦੇ ਸਹਾਇਕ ਸਾਧਨ ਹੀ ਸਨ। ਐੜਾ, ਜਾਤ ਪਾਤੀ ਰੁਤਬਾ। ਬੁਨਿਆਦੀ ਤੌਰ ਤੇ ਜਾਤ ਇੱਕ ਸਮਾਜੀ ਰੁਤਬਾ ਸੀ, ਪਰ ਜਾਤ ਦੇ ਸਮਾਜੀ ਰੁਤਬੇ ਨੂੰ ਧਾਰਮਿਕ ਅਤੇ ਰੀਤੀ ਰਸਮੀ ਅਹਿਮੀਅਤ ਦੇ ਕੇ ਵਡੇਰਾ ਅਰਥ ਦੇ ਦਿੱਤਾ ਗਿਆ। ਸ਼ੈਰਿੰਗ ਲਿਖਦਾ ਹੈ, ਜਾਤ ਪਾਤ ਦੇ ਬੰਧਨ ਧਾਰਮਿਕ ਬੰਧਨਾਂ ਨਾਲੋਂ ਮਜ਼ਬੂਤ ਹਨ।
बहुत सारे हिंदू जात पात दीयां रस्मां पूरीਆਂ ਕਰਨ ਨੂੰ ਧਰਮ ਦੀਆਂ ਰਸਮਾਂ ਵਿੱਚੋਂ ਸਭ ਤੋਂ ਉੱਚਾ ਸਮਝਦੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਇਖਲਾਕੀ ਨੇਮਾਂ ਦੇ ਮੁਕਾਬਲੇ ਜਾਤ ਪਾਤੀ ਜ਼ਬਤ ਦੇ ਭੰਗ ਹੋਣ ਨੂੰ ਪਾਪ ਸਮਝਦੇ ਹਨ। ਮਾਰਕੰਡੇ ਪੁਰਾਣ ਅਨੁਸਾਰ ਪੂਰਨਤਾ ਅਜਿਹਾ ਇਨਸਾਨ ਹੀ ਪ੍ਰਾਪਤ ਕਰ ਸਕਦਾ ਹੈ ਜੋ ਜਾਤ ਪਾਤ ਦੇ ਫਰਜ਼ਾਂ ਤੋਂ ਲਾਂਭੇ ਨਾ ਜਾਏ। ਇਸੇ ਕਰਕੇ ਅਸੀਂ ਜਾਤ ਪਾਤੀ ਪ੍ਰਬੰਧ ਦੇ ਸਮਾਜੀ ਰੁਤਬੇ ਨੂੰ ਜਾਤ ਪਾਤੀ ਰੁਤਬਾ ਕਿਹਾ ਹੈ। ਅਜਿਹਾ ਕਰਨ ਦਾ ਸਾਡਾ ਮਨੋਰਥ ਜਮਾਤੀ ਸਮਾਜ ਦੇ ਸਮਾਜੀ ਰੁਤਬੇ ਤੋਂ ਜਾਤੀ ਸਮਾਜ ਦੇ ਸਮਾਜੀ ਰੁਤਬੇ ਨੂੰ ਨਿਖੇੜਨਾ ਹੈ। ਸਮਾਜੀ ਬਣਤਰ ਅਤੇ ਇਸ ਦੀ ਚਾਲ ਦੀ ਘੜੇ ਕਢਾਏ ਅਸੂਲਾਂ ਮੁਤਾਬਕ ਵਿਆਖਿਆ ਨਹੀਂ ਕੀਤੀ ਜਾ ਸਕਦੀ, ਖਾਸ ਤੌਰ ਉੱਤੇ ਉਦੋਂ ਜਦੋਂ ਇੱਕ ਦੂਜੇ ਦੀਆਂ ਵਿਰੋਧੀ ਤਾਕਤਾਂ ਇੱਕੋ ਵੇਲੇ ਕੰਮ ਕਰ ਰਹੀਆਂ ਹੋਣ, ਪਰ ਮੋਟੇ ਤੌਰ ਉੱਤੇ ਜਾਤ ਪਾਤੀ ਰੁਤਬੇ ਨੂੰ ਆਰਥਿਕ ਤੇ ਸਿਆਸੀ ਰੁਤਬੇ ਨਾਲੋਂ ਤਰਜੀਹ ਦਿੱਤੀ ਜਾਂਦੀ ਸੀ। ਇੱਕ ਸੜਕ ਤੋਂ ਜੇ ਬ੍ਰਾਹਮਣ ਤੇ ਬਾਦਸ਼ਾਹ ਇਕੱਠੇ ਗੁਜ਼ਰਦੇ ਹੋਣ ਤਾਂ ਸੜਕ ਬ੍ਰਾਹਮਣ ਦੀ ਸਮਝੀ ਜਾਵੇਗੀ। 100 ਸਾਲ ਦਾ ਬੁੱਢਾ ਕਸ਼ਤਰੀ ਹੋਵੇ ਅਤੇ 10 ਸਾਲ ਦਾ ਬ੍ਰਾਹਮਣ ਹੋਵੇ ਤਾਂ ਬ੍ਰਾਹਮਣ ਨੂੰ ਬੁੱਢੇ ਕਸ਼ਤਰੀ ਦਾ ਪਿਓ ਮੰਨਿਆ ਜਾਵੇਗਾ। ਰਾਜਾ ਤੜਕੇ ਉੱਠ ਕੇ ਬ੍ਰਾਹਮਣ ਨੂੰ ਪ੍ਰਣਾਮ ਕਰੇ। ਵੈਸ਼ ਰਾਜੇ ਅੱਗੇ ਝੁਕਦੇ ਹਨ ਤੇ ਰਾਜਾ ਬ੍ਰਾਹਮਣ ਅੱਗੇ ਝੁਕਦਾ ਹੈ। ਗਰੀਬ ਤੋਂ ਗਰੀਬ ਬ੍ਰਾਹਮਣ ਵੀ ਅਮੀਰ ਤੋਂ ਅਮੀਰ ਬਾਣੀਏ ਨਾਲੋਂ ਜਾਤ ਪਾਤ ਵਿੱਚ ਉੱਚਾ ਰੁਤਬਾ ਰੱਖਦਾ ਸੀ। ਰਾਜੇ ਨਾਲੋਂ ਬ੍ਰਾਹਮਣ ਦਾ ਸਤਿਕਾਰ ਦਾ ਹੱਕ ਵੱਧ ਸੀ। ਰਾਜਸੀ ਸੱਤਾ ਨੂੰ ਕਾਨੂੰਨੀ ਤੇ ਜਾਇਜ਼ ਬਣਾਉਣ ਦਾ ਅਧਿਕਾਰ ਬ੍ਰਾਹਮਣਾਂ ਕੋਲ ਸੀ। ਇਹ ਅਧਿਕਾਰ ਬ੍ਰਾਹਮਣਾਂ ਦੇ ਹੱਥਾਂ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਸੀ, ਕਿਉਂਕਿ ਜਿਨ੍ਹਾਂ ਦੇ ਰਾਜਸੀ ਸੱਤਾ ਨਵੀਂ ਹੱਥ ਆਉਂਦੀ, ਉਹ ਆਪਣੇ ਰਾਜ ਨੂੰ ਤੇ ਰੁਤਬੇ ਨੂੰ ਵਾਜਬ ਤੇ ਕਾਨੂੰਨੀ ਤੌਰ ਤੇ ਮਨਵਾਉਣ ਵਾਸਤੇ ਬ੍ਰਾਹਮਣਾਂ ਪਿੱਛੇ ਭੱਜੇ ਫਿਰਦੇ। ਇਸ ਤਰ੍ਹਾਂ ਰਾਜ ਤੇ ਰਾਜਸੀ ਰੁਤਬੇ ਦੀਆਂ ਬ੍ਰਾਹਮਣਾਂ ਕੋਲੋਂ ਪ੍ਰਵਾਨਗੀ ਹਾਸਲ ਹੋਣ ਨਾਲ ਹਾਕਮ ਜਾਤਾਂ ਨੂੰ ਆਪਣੀ ਪਰਜਾ ਉੱਤੇ ਤਸੱਲਤ ਜਮਾਉਣ ਦੀ ਐਸੀ ਧਾਰਮਿਕ ਪੁਸ਼ਟੀ ਮਿਲ ਜਾਂਦੀ ਜੋ ਹੋਰ ਕਿਧਰੇ ਵੀ ਕੋਈ ਵੀ ਧਰਮ ਨਹੀਂ ਦੇ ਸਕਿਆ। ਇਸੇ ਕਾਰਨ ਜਾਂਗਲੀ ਯੋਧਿਆਂ ਅਤੇ ਰਾਜਪੂਤਾਂ ਨੇ ਬ੍ਰਾਹਮਣਾਂ ਦੀ ਉੱਚਤਾ ਨੂੰ ਸਵੀਕਾਰ ਕੀਤਾ। ਬੁੱਧ ਮਤ ਦੇ ਹਾਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਇਹ ਹਾਕਮ ਜਮਾਤਾਂ ਦੇ ਰਾਜ ਦੀ ਧਾਰਮਿਕ ਤੌਰ ਉੱਤੇ ਪਿੱਠ ਨਹੀਂ ਸੀ ਠੋਕ ਸਕਿਆ। ਮਰਾਠਾ ਲੀਡਰ ਸ਼ਿਵਾਜੀ ਆਪਣੀ ਜਾਤ ਦੇ ਰੁਤਬੇ ਨੂੰ ਵਾਜਬ ਠਹਿਰਾਉਣ ਵਾਸਤੇ ਬ੍ਰਾਹਮਣਾਂ ਦੇ ਤਰਲੇ ਕਰਦਾ ਰਿਹਾ। ਹਾਲਾਂਕਿ ਹਿੰਦੂ ਧਰਮ ਦੀ ਸ਼ਕਤੀ ਉਸ ਵੇਲੇ ਬਹੁਤ ਨੀਵੀਂ ਹੋ ਚੁੱਕੀ ਸੀ। ਸ਼ਿਵਾਜੀ ਦਾ ਸਿਰ ਨਹੀਂ ਸੀ ਫਿਰਿਆ ਹੋਇਆ ਕਿ ਉਸ ਨੇ ਕਿਸੇ ਥੋਥੇ ਮਤਲਬ ਲਈ ਇਸ ਤਰ੍ਹਾਂ ਕੀਤਾ। ਈੜੀ ਰੁਤਬੇ ਦੀ ਚੇਤਨਤਾ, ਜਾਤ ਪਾਤ ਅਤੇ ਸਿੱਖ ਲਹਿਰ। ਸਿੱਖ ਮਤ ਰੁਤਬੇ ਦੀ ਹਰ ਕਿਸਮ ਦੀ ਚੇਤਨਤਾ ਤੇ ਚੜ੍ਹਤ ਦੇ ਖਿਲਾਫ ਹੈ, ਕਿਉਂਕਿ ਸਿੱਖ ਮਤ ਮੈਂ ਦੀ ਚੇਤਨਤਾ ਹਉਮੈ ਨੂੰ ਇਨਸਾਨ ਦੀ ਇਖਲਾਕੀ ਤੇ ਰੂਹਾਨੀ ਤਰੱਕੀ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਸਮਝਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਬਿਮਾਨ, ਆਪਸ ਕੋ ਜੋ ਜਾਣੈ ਨੀਚਾ, ਸਊ ਗਣੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਕਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਭਾਰਤ ਦੀ ਸਨਾਤਨੀ ਪਰੰਪਰਾ ਨੇ ਵੀ ਹੰਕਾਰ ਨੂੰ ਖਤਮ ਕਰਨ ਉੱਤੇ ਬਹੁਤ ਜ਼ੋਰ ਦਿੱਤਾ ਹੈ, ਪਰ ਨਾਲ ਲਗਵੇਂ ਹੀ ਇਸ ਨੇ ਜਾਤ ਪਾਤੀ ਪ੍ਰਬੰਧ, ਵਰਨ ਆਸ਼ਰਮ ਧਰਮ ਨੂੰ ਪਵਿੱਤਰ ਸਮਝਣ ਤੇ ਹਉਮੈ ਵਿੱਚ ਕੋਈ ਵਿਰੋਧ ਨਹੀਂ ਵੇਖਿਆ। ਹਾਲਾਂਕਿ ਇਸ ਪ੍ਰਬੰਧ ਦੀ ਨੀਂਹ ਨਾ ਬਰਾਬਰੀ ਤੇ ਦਰਜਾ ਬਦਰਜੀ ਸੀ। ਸਨਾਤਨੀ ਪਰੰਪਰਾ ਨੇ ਇਸ ਵਿਰੋਧ ਨੂੰ ਸਮਾਉਣ ਲਈ ਇਖਲਾਕ ਦੇ ਟੁਕੜੇ ਕਰ ਦਿੱਤੇ। ਵਿਅਕਤੀਗਤ ਪੱਧਰ ਉੱਤੇ ਇਖਲਾਕ ਦਾ ਹੋਰ ਮਿਆਰ ਨਿਯਤ ਕਰ ਦਿੱਤਾ ਤੇ ਸਮਾਜਿਕ ਪੱਧਰ ਉੱਤੇ ਹੋਰ, ਪਰ ਸਿੱਖ ਮਤ ਵਿੱਚ ਅਜਿਹਾ ਕੋਈ ਦੁਫੇੜ ਨਹੀਂ। ਸਿੱਖ ਮਤ ਵਿੱਚ ਸਮਾਜੀ ਤੇ ਨਿੱਜੀ ਸਮੱਸਿਆਵਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾਂਦਾ, ਦੋਹਾਂ ਨੂੰ ਇੱਕੋ ਧਾਰਮਿਕ ਨਾਪ ਤੋਲ ਨਾਲ ਨਜਿੱਠਿਆ ਜਾਂਦਾ ਹੈ। ਸਿੱਖ ਮਤ ਨੇ ਰੁਤਬੇ ਦੀ ਚੇਤਨਤਾ ਤੇ ਹਉਮੈ ਦੀ ਗੋਲ-ਮੋਲ ਸ਼ਬਦਾਂ ਵਿੱਚ ਨਿਖੇਧੀ ਕਰਕੇ ਤਸੱਲੀ ਨਹੀਂ ਲਈ। ਇਸ ਨੇ ਜਾਤ ਪਾਤੀ ਨਾਲ ਸੰਬੰਧਿਤ ਰੁਤਬੇ ਦੀ ਚੇਤਨਤਾ ਤੇ ਹਉਮੈ ਦੋਹਾਂ ਦੀ ਸਿੱਧੇ ਲਫ਼ਜ਼ਾਂ ਵਿੱਚ ਨਿਖੇਧੀ ਕੀਤੀ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲ ਹੈ ਬਹੁਤ ਵਿਕਾਰਾ। ਕਥਾ ਕਹਾਣੀ ਬੇਂਦੀਆਣੀ ਪਾਪ ਪੁੰਨ ਵਿਚਾਰ, ਉੱਤਮ ਮਦਮ ਜਾਤੀ ਜਿਨਸੀ ਭਰਮ ਪਵੈ ਸੰਸਾਰ।
ਕੁਝ ਇਨਕਲਾਬੀ ਭਗਤ ਵੀ ਇਸ ਨਾਲ ਸਿਧਾਂਤਕ ਤੌਰ ਉੱਤੇ ਸਹਿਮਤ ਸਨ। ਉਹਨਾਂ ਨੇ ਜਾਤ-ਪਾਤੀ ਪ੍ਰਬੰਧ ਦੀਆਂ ਵੰਡੀਆਂ ਪਾਉਣ ਵਾਲੀਆਂ ਕਦਰਾਂ ਦੀ ਨਿਖੇਧੀ ਕੀਤੀ, ਪਰ ਕੇਵਲ ਸਿੱਖ ਲਹਿਰ ਹੀ ਜੀਵਨ ਬਾਰੇ ਆਪਣੀ ਇਕਾਗਰ ਧਾਰਮਿਕ ਪਹੁੰਚ ਦੇ ਸਦਕਾ ਆਪਣੇ ਸਿਧਾਂਤ ਨੂੰ ਸਮਾਜਿਕ ਸੱਚਾਈ ਬਣਾਉਣ ਵੱਲ ਵਧੀ। ਸਿੱਖ ਲਹਿਰ ਨੇ ਰੁਤਬੇ ਦੀ ਚੇਤਨਤਾ ਦੀ ਨਿਖੇਧੀ ਨੂੰ ਜਾਤ-ਪਾਤੀ ਖਤਮ ਕਰਨ ਲਈ ਵਰਤਿਆ। ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ ਦੀ ਵਿਚਾਰਧਾਰਾ ਨੂੰ ਝੂਠੀ ਮਨ ਕੀ ਮੱਤ ਕਹਿ ਕੇ ਇਸ ਉੱਤੇ ਹਮਲਾ ਕੀਤਾ। ਹਿੰਦੂਆਂ ਮੁਤਾਬਕ ਮਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿਗਾਰ, ਝੂਠੀ ਮਨ ਕੀ ਮਤ ਹੈ ਕਰਨੀ ਬਾਦ ਬਬਾਦ, ਝੂਠੇ ਵਿੱਚ ਅਹੰਕਾਰਨ ਹੈ ਖਸਮ ਨਾ ਪਾਵੈ ਸਾਧ। ਉਹਨਾਂ ਨੇ ਨੀਚਾ ਤੋਂ ਵੀ ਨੀਚ ਜਾਤ ਨਾਲ ਆਪਣੇ ਆਪ ਨੂੰ ਜੋੜਿਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਥੈ ਨਦਰ ਤੇਰੀ ਬਖਸ਼ੀਸ। ਭਾਈ ਗੁਰਦਾਸ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਤੋਂ 12 ਵਰ੍ਹੇ ਪਿੱਛੋਂ ਪੈਦਾ ਹੋਏ। ਉਹਨਾਂ ਨੇ ਬੜੀ ਛੋਟੀ ਉਮਰ ਵਿੱਚ ਹੀ ਸਿੱਖ ਲਹਿਰ ਨਾਲ ਆਪਣਾ ਸੰਬੰਧ ਜੋੜ ਲਿਆ। ਗੁਰੂ ਅਰਜਨ ਜੀ ਨੇ ਭਾਈ ਗੁਰਦਾਸ ਨੂੰ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਕੰਮ ਸੌਂਪਿਆ। ਇਸ ਕਰਕੇ ਸਿੱਖ ਪਰੰਪਰਾ ਦੇ ਪ੍ਰਮਾਣਿਤ ਇਤਿਹਾਸਕ ਸੋਮਿਆਂ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਕੀਮਤੀ ਹਨ। ਭਾਈ ਗੁਰਦਾਸ ਜੀ ਲਿਖਦੇ ਹਨ, ਚਾਰੇ ਪੈਰ ਧਰਮ ਦੇ, ਚਾਰ ਵਰਣ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਇਸ ਤੁਕ ਵਿੱਚ ਸਮੇਂ ਦੇ ਪ੍ਰਸੰਗ ਅਨੁਸਾਰ ਗੁਰੂ ਨਾਨਕ ਜੀ ਦੀ ਮੁੱਖ ਸਮਾਜੀ ਪ੍ਰਾਪਤੀ ਦਾ ਸਪਸ਼ਟ ਵੇਰਵਾ ਮਿਲਦਾ ਹੈ। ਗੁਰੂ ਨਾਨਕ ਜੀ ਨੇ ਨਾ ਸਿਰਫ ਜਾਤ-ਪਾਤੀ ਰੁਤਬੇ ਦੀ ਚੇਤਨਤਾ ਦੀ ਹੀ ਨਿਖੇਧੀ ਕੀਤੀ, ਸਗੋਂ ਅਮੀਰ ਤੇ ਗਰੀਬ ਵਿਚਕਾਰ ਪੈਦਾ ਹੋਣ ਵਾਲੇ ਰੁਤਬੇ ਦੇ ਪਾੜੇ ਦੀ ਵੀ ਨਿਖੇਧੀ ਕੀਤੀ, ਕਿਉਂਕਿ ਛੂਤ ਛਾਤ ਨੂੰ ਮੰਨਣਾ ਤਾਂ ਕਿਤੇ ਰਿਹਾ। ਹਰ ਇੱਕ ਸਿੱਖ ਜਦੋਂ ਵੀ ਦੂਜੇ ਨੂੰ ਮਿਲਦਾ ਸੀ ਤਾਂ ਉਸ ਦੇ ਪੈਰ ਛੂੰਹਦਾ ਸੀ। ਭਾਈ ਗੁਰਦਾਸ ਜੀ ਨੇ ਜੋ ਭਾਸ਼ਾ ਵਰਤੀ ਹੈ ਉਸ ਦੀ ਵਿਆਕਰਣਕ ਗ੍ਰਾਮੈਟੀਕਲ ਬਣਤਰ ਵੇਖਿਆ ਸਪਸ਼ਟ ਹੋ ਜਾਂਦਾ ਹੈ ਕਿ ਭਾਈ ਗੁਰਦਾਸ ਨੇ ਆਪਣੀ ਕਵਿਤਾ ਵਿੱਚ ਪਹਿਲੇ ਗੁਰੂਆਂ ਵੱਲੋਂ ਦਿੱਤੇ ਗਏ ਸਿਧਾਂਤ ਨੂੰ ਕੇਵਲ ਦੁਹਰਾਇਆ ਹੀ ਨਹੀਂ, ਬਲਕਿ ਉਸ ਸਿਧਾਂਤ ਦੀ ਜਿਵੇਂ ਅਮਲੀ ਵਰਤੋਂ ਹੋ ਰਹੀ ਸੀ ਉਸ ਨੂੰ ਜ਼ਾਹਰ ਕੀਤਾ। ਉਹਨਾਂ ਇਹ ਨਹੀਂ ਲਿਖਿਆ ਕਿ ਚਾਰ ਵਰਨ ਇੱਕ ਵਰਨ ਕਰੋ, ਬਲਕਿ ਇਹ ਲਿਖਿਆ ਹੈ ਕਿ ਚਾਰ ਵਰਨ ਇੱਕ ਵਰਨ ਕਰਾਇਆ ਤੇ ਪੈਰੀ ਪਵਣਾ ਜਗ ਵਰਤਾਇਆ। ਇੱਕ ਹੋਰ ਥਾਂ ਭਾਈ ਗੁਰਦਾਸ ਲਿਖਦੇ ਹਨ, ਚਾਰ ਵਰਨ ਇੱਕ ਵਰਨ ਕਰ, ਵਰਨ ਅਵਰਣ ਸਾਧ ਸੰਗ ਜਾਪੈ, 12 ਪੰਥ ਮਿਟਾਏ ਕੈ, ਗੁਰਮੁਖ ਪੰਥ ਵੱਡਾ ਪ੍ਰਤਾਪੈ। ਇਸ ਤੁਕ ਵਿੱਚ ਜਾਤ ਪਾਤ ਅਤੇ ਫਿਰਕਿਆਂ ਦੇ ਤੋੜਨ ਨੂੰ ਗੁਰਮਤ ਪੰਥ, ਸਿੱਖ ਪੰਥ ਦੀ ਸਥਾਪਤੀ ਨਾਲ ਜੋੜਿਆ ਗਿਆ ਹੈ। ਇਹ ਇਕੱਲੀ ਦੁਕੱਲੀ ਤੁਕ ਨਹੀਂ। ਭਾਈ ਗੁਰਦਾਸ ਨੇ ਇਸ ਪ੍ਰਾਪਤੀ ਨੂੰ ਉਘੇੜਨ ਲਈ ਇਸ ਦਾ ਬਾਰ-ਬਾਰ ਜ਼ਿਕਰ ਕੀਤਾ ਹੈ। ਇਸ ਪ੍ਰਾਪਤੀ ਦਾ ਉਸ ਵੇਲੇ ਦੀ ਸਮਾਜੀ ਅਮਲੀ ਵਰਤੋਂ ਨਾਲ ਟਾਕਰਾ ਕਰਕੇ ਭਾਈ ਗੁਰਦਾਸ ਇਸ ਦੀ ਅਹਿਮੀਅਤ ਨੂੰ ਹੋਰ ਵੀ ਚਮਕਾ ਦਿੰਦੇ ਹਨ। ਭਈ ਗਿਲਾਨ ਜਗਿੱਤਰ ਵਿੱਚ ਚਾਰ ਵਰਨ ਆਸ਼ਰਮ ਉਪਾਏ, ਅਰਥਾਤ ਚਾਰ ਵਰਨ ਬਣਨ ਕਰਕੇ ਜਗਤ ਵਿੱਚ ਗਿਲਾਨ ਪੈਦਾ ਹੋ ਗਈ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਦਾ ਸਮਾਜੀ ਮਨੋਰਥ ਬਰਾਬਰੀ ਵਾਲਾ ਸਮਾਜ ਪੈਦਾ ਕਰਨ ਖਾਤਰ ਸਿੱਖ ਪੰਥ ਕਾਇਮ ਕਰਨਾ ਸੀ। ਜਨਮ ਸਾਖੀਆਂ ਵੀ ਇਸ ਉਪਰੋਕਤ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਪ੍ਰਚਾਰ ਉਦਾਸੀਆਂ ਵਿੱਚ ਭਾਈ ਮਰਦਾਨਾ ਸਭ ਤੋਂ ਪਹਿਲਾਂ ਦਾ ਤੇ ਹਮੇਸ਼ਾ ਨਾਲ ਰਹਿਣ ਵਾਲਾ ਸਾਥੀ ਰਿਹਾ। ਭਾਈ ਮਰਦਾਨਾ ਮੁਸਲਮਾਨ ਵੀ ਸੀ ਤੇ ਨੀਵੀਂ ਜਾਤ ਦਾ ਵੀ। ਇਸ ਕਾਰਨ ਉਹ ਜਾਤ-ਪਾਤੀ ਸਮਾਜ ਨੂੰ ਕਤਈ ਪ੍ਰਵਾਨ ਨਹੀਂ ਸੀ। ਮਰਦਾਨੇ ਨੇ ਗੁਰੂ ਜੀ ਨੂੰ ਦੱਸਿਆ ਕਿ ਉਹਨਾਂ ਦੀ ਗੁਰੂ ਦੀ ਕਿਰਪਾ ਨਾਲ ਮਰਦਾਨੇ ਦੀ ਹਉਮੈ ਖਤਮ ਹੋ ਗਈ ਸੀ ਅਤੇ ਹਉਮੈ ਦੀ ਚਾਰ ਜਾਤਾਂ ਨੂੰ ਪੈਦਾ ਕਰਨ ਵਾਲਾ ਕਾਰਨ ਸੀ। ਉੱਤਰੀ ਦਿਸ਼ਾ ਵੱਲ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਵੇਲੇ ਉਹਨਾਂ ਦਾ ਇੱਕ ਸਾਥੀ ਛਿੰਬਾ ਤੇ ਦੂਜਾ ਲੋਹਾਰ ਸੀ। ਇਹਨਾਂ ਦੋਹਾਂ ਜਾਤਾਂ ਨੂੰ ਜਾਤ-ਪਾਤੀ ਦਰਜਾ ਬਦਰਜੀ ਵਿੱਚ ਨੀਵਾਂ ਗਿਣਿਆ ਜਾਂਦਾ ਸੀ। ਗੁਰੂ ਨਾਨਕ ਜੀ ਨੇ ਨੀਵੀਂ ਜਾਤ ਦੇ ਗਰੀਬ ਭਾਈ ਲਾਲੋ ਦੇ ਭੋਜਨ ਦਾ ਸੱਦਾ ਪ੍ਰਵਾਨ ਕਰ ਲਿਆ ਤੇ ਅਮੀਰ ਜਗੀਰਦਾਰ ਮਲਕ ਭਾਗੋ ਦੇ ਸੱਦੇ ਨੂੰ ਠੁਕਰਾ ਦਿੱਤਾ। ਉਹਨਾਂ ਦੇ ਸਾਰੇ ਜੀਵਨ ਵਿੱਚ ਸਾਰੀਆਂ ਜਾਤਾਂ ਦੇ ਲੋਕ ਸ਼ੂਦਰਾਂ ਤੇ ਮੁਸਲਮਾਨਾਂ ਸਮੇਤ ਗੁਰੂ ਜੀ ਕੋਲੋਂ ਸ਼ਾਂਤੀ ਤੇ ਧੀਰਜ ਲੈਣ ਆਉਂਦੇ। ਉਹਨਾਂ ਨੇ ਸਾਲਸ ਰਾਏ ਨੂੰ ਦੱਸਿਆ ਕਿ ਉਸ ਦੀ ਮੁਕਤੀ ਤਾਂ ਹੋ ਸਕਦੀ ਹੈ ਜੇ ਉਹ ਆਪਣੇ ਹੀ ਗੁਲਾਮ ਦੇ ਚਰਨਾਂ ਉੱਤੇ ਡਿੱਗੇ।
ਜਦੋਂ ਗੁਰੂ ਜੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੀ ਜਾਤ ਕੀ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਅਜਾਤੀ ਹਨ ਜਾਂ ਉਹਨਾਂ ਦੀ ਜਾਤ ਨਿਰੰਕਾਰੀ ਹੈ। ਇੱਕ ਹੋਰ ਥਾਂ ਤੇ ਆਪਣੇ ਆਪ ਨੂੰ ਜੁਲਾਹਾ ਦੱਸਿਆ। ਉਹਨਾਂ ਨੇ ਝੰਡੇ ਤਰਖਾਣ ਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਥਾਪਿਆ। ਗੁਰੂ ਅੰਗਦ ਦੇਵ ਜੀ ਉੱਚੀਆਂ ਤੇ ਨੀਵੀਆਂ ਜਾਤਾਂ ਦਾ ਭੁਲੇਖਾ ਪਾਉਣ ਵਾਸਤੇ ਵੇਦਾਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨਦੇ ਹਨ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਉੱਤਮ ਮਧਮ ਜਾਤੀ ਜਿਨਸੀ, ਭਰਮ ਭਵੈ ਸੰਸਾਰ। ਜਾਤ ਪਾਤ ਨੂੰ ਮੰਨਣ ਵਾਲੇ ਕਿਸੇ ਵੀ ਬੰਦੇ ਨੂੰ ਗੁਰੂ ਜੀ ਦੀ ਸੰਗਤ ਵਿੱਚ ਥਾਂ ਨਹੀਂ ਸੀ। ਸਾਰੀਆਂ ਜਾਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਂਦਾ ਸੀ। ਜਿਹੜੇ ਵੇਦਾਂ ਦੀਆਂ ਤੇ ਜਾਤ ਪਾਤ ਦੀਆਂ ਪਾਈਆਂ ਰੋਕਾਂ ਤੋਂ ਨਹੀਂ ਡਰਦੇ ਸਨ ਉਹ ਹੀ ਸੰਗਤ ਵਿੱਚ ਆਉਂਦੇ ਸਨ, ਜੋ ਡਰਦੇ ਸਨ ਉਹ ਨਹੀਂ ਆਉਂਦੇ ਸਨ। ਲੰਗਰ ਵਿੱਚ ਸਾਰੇ ਇੱਕ ਥਾਂ ਬੈਠ ਕੇ ਇੱਕੋ ਭੋਜਨ ਖਾਂਦੇ ਸਨ। ਤੀਜੇ ਗੁਰੂ ਅਮਰਦਾਸ ਜੀ ਇਸ ਤੋਂ ਵੀ ਇੱਕ ਕਦਮ ਅਗੇਰੇ ਗਏ। ਜੋ ਲੰਗਰ ਵਿੱਚ ਭੋਜਨ ਕਰਕੇ ਨਹੀਂ ਸੀ ਆਉਂਦਾ ਉਹ ਉਹਨਾਂ ਦੇ ਦਰਸ਼ਨ ਨਹੀਂ ਸੀ ਕਰ ਸਕਦਾ। ਉਹਨਾਂ ਦੇ ਲੰਗਰ ਵਿੱਚ ਕੋਈ ਭੇਦ ਭਾਵ ਨਹੀਂ ਸੀ। ਤਹਾਂ ਵਰਨ ਆਸ਼ਰਮ ਕਾ ਨਾਹਾ ਵਿਵਾਦ, ਗੁਰ ਭਾਈ ਹੰਸਨ ਕੀ ਪਾਤ। ਇੱਕ ਆਸਨ ਬੈਠ ਖਾਏ ਸੁਖ ਸਾਤ, ਜੋ ਵਰਨ ਵਿਭੇਦ ਪ੍ਰਸਾਦ ਨਾ ਖਾਏ, ਸਤਿਗੁਰ ਕੋ ਦਰਸ਼ਨ ਨਹੀਂ ਪਾਏ। ਹਿੰਦੂਆਂ ਨੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਜੀ ਨੇ ਚਾਰੇ ਜਾਤਾਂ ਦਾ ਭੇਦਭਾਵ ਮਿਟਾ ਦਿੱਤਾ ਹੈ। ਕਸੂਰ ਦੇ ਹਿੰਦੂ ਗਵਰਨਰ ਨੇ ਆਪਣੇ ਬਾਗ ਵਿੱਚ ਗੁਰੂ ਅਮਰਦਾਸ ਜੀ ਨੂੰ ਤੰਬੂ ਲਾਉਣ ਦੀ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ, ਗੁਰੂ ਜੀ ਨੇ ਉੱਚੀਆਂ ਤੇ ਨੀਵੀਆਂ ਸਭ ਜਾਤਾਂ ਦੇ ਬੰਦੇ ਆਪਣੇ ਨਾਲ ਰਲਾ ਲਏ ਹਨ। ਇਹ ਬੰਦੇ ਇੱਕੇ ਪੰਗਤ ਵਿੱਚ ਬੈਠ ਕੇ ਗੁਰੂ ਜੀ ਨਾਲ ਤੇ ਹੋਰਨਾਂ ਨਾਲ ਭੋਜਨ ਖਾਂਦੇ ਹਨ। ਜੇ ਗੁਰੂ ਜੀ ਨੇ ਛੂਤਾਂ ਦਾ ਗੁਰੂ ਹੋਣਾ ਪ੍ਰਵਾਨ ਕਰ ਲਿਆ ਹੈ ਤਾਂ ਉਸ ਦੀ ਮਰਜ਼ੀ, ਪਰ ਮੈਂ ਆਪਣੇ ਨਿਵਾਸ ਥਾਂ ਦੇ ਲਾਗੇ ਉਸ ਗੁਰੂ ਜੀ ਨੂੰ ਨਹੀਂ ਆਉਣ ਦੇਵਾਂਗਾ। ਗੁਰੂ ਅਰਜਨ ਦੇਵ ਜੀ ਨੇ ਸਧੂ ਬੁੱਧੂ ਕੁਮਾਰ ਨੂੰ ਦੱਸਿਆ ਕਿ ਗੁਰੂ ਨਾਨਕ ਜੀ ਨੇ ਚਾਰੇ ਜਾਤਾਂ ਦੇ ਇੱਕ ਸਾਂਝੀ ਥਾਂ ਰੋਟੀ ਖਾਣ ਦੀ ਰੀਤ ਸ਼ੁਰੂ ਕੀਤੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰੇ ਜਾਤਾਂ ਨੂੰ ਇੱਕ ਥਾਂ ਮਿਲਾ ਦਿੱਤਾ। ਜਿਹੜਾ ਦਮਦਮਾ ਉਸਨੇ ਬਣਾਇਆ ਉਸ ਦਾ ਇੰਚਾਰਜ ਇੱਕ ਚਮਾਰ ਨੂੰ ਬਣਾਇਆ। ਇਸੇ ਗੁਰੂ ਜੀ ਨੇ ਭਾਈ ਬਿਧੀਆ ਨੂੰ ਦੱਸਿਆ ਕਿ ਰੂਪ ਚੰਦ ਜੋ ਤਖਾਣ ਸੀ ਉਹਨਾਂ ਨੂੰ ਬਹੁਤ ਪਿਆਰਾ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੇ ਨੇਤਾਵਾਂ ਵਜੋਂ 5 ਪਿਆਰੇ ਚੁਣੇ। ਉਹਨਾਂ ਵਿੱਚੋਂ ਇੱਕ ਜੱਟ, ਇੱਕ ਨਾਈ, ਇੱਕ ਛਿੰਬਾ ਤੇ ਇੱਕ ਝਿਊਰ ਸੀ। ਨਾਈ, ਛਿੰਬਾ ਤੇ ਝਿਊਰ ਸ਼ੂਦਰ ਸਨ। ਜੱਟ ਵੈਸ਼ਿਆ ਤੇ ਸ਼ੂਦਰਾਂ ਨੂੰ ਨਿਖੇੜਨ ਵਾਲੀ ਹੱਦ ਉੱਤੇ ਹੁੰਦਾ ਹੈ। ਅੰਮ੍ਰਿਤ ਛਕਾਉਣ ਦੀ ਰਸਮ ਵੇਲੇ ਗੁਰੂ ਸਾਹਿਬ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਨੂੰ ਉਹਨਾਂ ਨੇ ਖਾਲਸਾ ਸਜਾਇਆ ਹੈ ਉਹ ਆਪਣੀਆਂ ਪਿਛਲੀਆਂ ਜਾਤਾਂ ਭੁੱਲ ਜਾਣ ਤੇ ਸਾਰੇ ਇੱਕ ਦੂਜੇ ਨੂੰ ਭਰਾ ਸਮਝਣ, ਅਰਥਾਤ ਇੱਕ ਟੱਬਰ ਦੇ ਜੀ। ਉਸ ਮੌਕੇ ਤੇ ਬਾਦਸ਼ਾਹ ਦੇ ਸੂਈਏ ਨੇ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੇ ਭਾਸ਼ਣ ਦੀ ਇੱਕ ਰਿਪੋਰਟ ਬਾਦਸ਼ਾਹ ਨੂੰ ਭੇਜੀ। ਇਸ ਰਿਪੋਰਟ ਉੱਤੇ 1756 ਦੀ ਵਿਸਾਖ ਦੀ ਪਹਿਲੀ ਤਾਰੀਖ ਪਈ ਹੋਈ ਹੈ। ਇਸ ਰਿਪੋਰਟ ਵਿੱਚ ਗੁਰੂ ਸਾਹਿਬ ਦੀਆਂ ਦਿੱਤੀਆਂ ਹਦਾਇਤਾਂ ਦਾ ਸਾਰ ਅੰਸ਼ ਇਹ ਹੈ। ਸਾਰੇ ਇੱਕ ਮਤ ਧਾਰਨ ਕਰੋ ਅਤੇ ਪੁਰਾਣੇ ਧਰਮਾਂ ਦੇ ਭੇਦਾਂ ਨੂੰ ਖਤਮ ਕਰੋ। ਹਿੰਦੂਆਂ ਦੀਆਂ ਚਾਰੇ ਜਾਤਾਂ ਆਪਣੇ ਵੱਖਰੇ ਵੱਖਰੇ ਨੇਮ ਛੱਡ ਦੇਣ। ਪੂਜਾ ਦਾ ਇੱਕੋ ਰੂਪ ਅਖਤਿਆਰ ਕਰੋ ਤੇ ਇੱਕ ਦੂਜੇ ਦੇ ਭਰਾ ਬਣੋ। ਕੋਈ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਰੁਤਬੇ ਵਿੱਚ ਉੱਚਾ ਨਾ ਸਮਝੇ। ਚਾਰੇ ਜਾਤਾਂ ਦੇ ਇਨਸਾਨ ਮੇਰੇ ਕੋਲੋਂ ਅੰਮ੍ਰਿਤ ਛਕਣ, ਇੱਕ ਥਾਂ ਭੋਜਨ ਛਕਣ ਅਤੇ ਇੱਕ ਦੂਜੇ ਵਾਸਤੇ ਘਿਰਣਾ ਜਾਂ ਨਿਰਾਦਰੀ ਦੀ ਭਾਵਨਾ ਨਾ ਰੱਖਣ। ਹੋ ਸਕਦਾ ਹੈ ਇਹ ਗੁਰੂ ਸਾਹਿਬ ਦੇ ਭਾਸ਼ਣ ਦੇ ਇੰਨ ਬਿੰਨ ਸ਼ਬਦ ਨਾ ਹੋਣ, ਪਰ ਇਸ ਭਾਸ਼ਾ ਦੇ ਤੱਤ ਦੇ ਨੇੜੇ ਦਾ ਸਮਕਾਲੀ ਕੁਏਰ ਸਿੰਘ ਆਪਣੀ ਲਿਖਤ ਵਿੱਚ ਤਸਦੀਕ ਕਰਦਾ ਹੈ। ਉਸਨੇ ਲਿਖਿਆ ਹੈ ਕਿ ਗੁਰੂ ਜੀ ਨੇ ਕਿਹਾ, ਬੈਸ ਸੁਦਰ ਏ ਜਾਟ ਆਪਾਰਾ, ਤਾਕੋ ਪੰਥ ਮਹਾ ਮੈਂ ਧਾਰਾ। ਪਿੱਛੋਂ ਦੇ ਸਾਹਿਤ ਵਿੱਚ ਵੀ ਇਸ ਗੱਲ ਦਾ ਵੇਰਵਾ ਮਿਲਦਾ ਹੈ ਕਿ ਗੁਰੂ ਜੀ ਦਾ ਮਿਸ਼ਨ ਚਾਰੇ ਜਾਤਾਂ ਨੂੰ ਇੱਕ ਕਰਨਾ ਸੀ। ਚਾਰਨ ਬਰਨ ਇੱਕ ਬਰਨ ਕਰਾਉ ਅਤੇ ਚਤੁਰ ਬਰਨ ਮੈਂ ਕਉ ਅੰਮ੍ਰਿਤ ਛਕੈ, ਉਹ ਮੇਰਾ ਸਰੂਪ ਹੈ। ਖਾਲਸਾ ਦਲ ਦੇ ਮੈਂਬਰ ਰੰਗਰੇਟਿਆਂ ਸਮੇਤ ਸਾਰੀਆਂ ਜਾਤਾਂ ਵਿੱਚੋਂ ਸਨ। ਉਹ ਇੱਕੋ ਥਾਂ ਖਾਂਦੇ ਪੀਂਦੇ ਸਨ। ਚਮਕੌਰ ਦੀ ਲੜਾਈ ਵਿੱਚ ਇੱਕ ਲੜਨ ਵਾਲਾ ਆਗੂ ਯੋਧਾ ਭਾਈ ਜੀਵਨ ਸਿੰਘ ਰੰਗਰੇਟਾ ਸੀ। ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਦਾ ਜਾਨਸ਼ੀਨ ਸਿੱਖ ਪੰਥ ਦਾ ਸਭ ਤੋਂ ਵੱਡਾ ਕਮਾਂਡਰ ਬਣਿਆ। ਉਸਨੇ ਲਾਹੌਰ ਵਿਖੇ ਸਿੱਖ ਪੰਥ ਦੇ ਨਾਂ ਤੇ ਪਹਿਲਾ ਸਿੱਕਾ ਚਲਾਇਆ। ਉਹ ਕਲਾਲ ਜਾਤ ਤੋਂ ਸਿੱਖ ਬਣਿਆ ਸੀ। ਕਲਾਲ ਜਾਤ ਪਾਤੀ ਸਮਾਜ ਵਿੱਚ ਇੱਕ ਬਹੁਤ ਹੀ ਘਟੀਆ ਜਾਤ ਸਮਝੀ ਜਾਂਦੀ ਹੈ ਤੇ ਇਸ ਦੇ ਪੇਸ਼ੇ ਨੂੰ ਨਫ਼ਰਤ ਕੀਤੀ ਜਾਂਦੀ ਹੈ।
ਜਦੋਂ ਸਿੱਖਾਂ ਦੇ ਹੱਥ ਰਾਜ ਆਇਆ ਤਾਂ ਉਸ ਵੇਲੇ 12 ਮਿਸਲਾਂ ਵਿੱਚੋਂ ਇੱਕ ਮਿਸਲ ਦਾ ਸਰਦਾਰ ਜੱਸਾ ਸਿੰਘ ਰਾਮਗੜੀਆ ਸੀ ਜੋ ਤਰਖਾਣ ਸੀ। ਛੋਟੇ ਘੱਲੂਘਾਰੇ ਵਿੱਚ ਖਾਲਸੇ ਦੀ ਅਗਵਾਈ ਇੱਕ ਹੋਰ ਸੁੱਖਾ ਸਿੰਘ ਨੇ ਕੀਤੀ, ਉਹ ਵੀ ਤਰਖਾਣ ਸੀ। ਸੱਸਾ ਬਰਾਬਰੀ ਤੇ ਭਰਾਤਰੀ ਭਾਵ ਦੀ ਭਾਵਨਾ। ਕਿਸੇ ਵੀ ਲਹਿਰ ਦੇ ਸਰੂਪ ਨਾਲੋਂ ਉਸ ਦੀ ਸਪਿਰਿਟ ਜ਼ਿਆਦਾ ਅਹਿਮ ਹੁੰਦੀ ਹੈ। ਸਿੱਖ ਲਹਿਰ ਦੇ ਜਾਤ-ਪਾਤ ਵਿਰੋਧੀ ਪੈਂਤੜੇ ਦੀ ਤੁਲਨਾ ਕਰਨ ਲਈ ਇਸ ਦੇ ਸਰੂਪ ਨਾਲੋਂ ਇਸ ਦੀ ਉਸ ਬਰਾਬਰੀ ਤੇ ਭਾਈ ਵਾਲੀ ਸਪਿਰਿਟ ਨੂੰ ਜਾਂਚਣਾ ਵਧੇਰੇ ਜ਼ਰੂਰੀ ਹੈ, ਜਿਹੜੀ ਸਪਿਰਿਟ ਖਾਲਸਾ ਪੰਥ ਦੇ ਇਨਕਲਾਬੀ ਦੌਰ ਵਿੱਚ ਸੀ। ਗੁਰੂਆਂ ਦੇ ਧਰਮ ਦੀ ਨੀਂਹ ਬਰਾਬਰੀ ਦੇ ਸਿਧਾਂਤ ਉੱਤੇ ਰੱਖੀ ਗਈ ਸੀ ਅਤੇ ਇਹ ਸਿਧਾਂਤ ਲਹਿਰ ਦੇ ਇਨਕਲਾਬੀ ਦੌਰ ਵਿੱਚ ਅਮਲੀ ਤੌਰ ਉੱਤੇ ਲਾਗੂ ਰਿਹਾ। ਗੁਰੂ ਅੰਗਦ ਜੀ ਨੂੰ ਗੱਦੀ ਸੌਂਪਣ ਤੋਂ ਬਾਅਦ ਗੁਰੂ ਨਾਨਕ ਜੀ ਨੇ ਉਹਨਾਂ ਦੇ ਚਰਨਾਂ ਉੱਤੇ ਮੱਥਾ ਟੇਕਿਆ। ਇਹੀ ਰਸਮ ਬਾਅਦ ਦੇ ਗੁਰੂਆਂ ਨੇ ਵੀ ਜਾਰੀ ਰੱਖੀ। ਸਮੂਹ ਸੰਗਤ ਦੀ ਗੁਰੂ ਨਾਲੋਂ ਵੱਡੀ ਪਦਵੀ ਸਮਝੀ ਗਈ। ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ। ਭਾਈ ਗੁਰਦਾਸ ਨੇ ਬਾਰ-ਬਾਰ ਇਸ ਗੱਲ ਨੂੰ ਸਪਸ਼ਟ ਕੀਤਾ ਹੈ ਕਿ ਗੁਰੂ ਤੇ ਸਿੱਖ ਵਿਚਕਾਰ ਕੋਈ ਪਾੜਾ ਨਹੀਂ। ਗੁਰ ਚੇਲਾ ਚੇਲਾ, ਗੁਰੂ ਬੇਦ ਹੀਰਾ ਹੀਰਾ। ਸੋ ਗੁਰ ਸੋਈ ਸਿੱਖ ਹੈ, ਜੋਤੀ ਜੋਤ ਸਮਾਣੇ। ਗੁਰੂ ਅੰਗਦ ਸਾਹਿਬ ਰਬਾਬੀਆਂ ਨਾਲ ਇਸ ਕਰਕੇ ਨਾਰਾਜ਼ ਹੋ ਗਏ ਕਿਉਂਕਿ ਉਹਨਾਂ ਨੇ ਭਾਈ ਬੁੱਢਾ ਜੀ ਦੀ ਬੇਨਤੀ ਨੂੰ ਮੰਨਿਆ ਨਹੀਂ ਸੀ। ਗੁਰੂ ਸਾਹਿਬ ਨੇ ਕਿਹਾ, ਗੁਰੂ ਦੇ ਸਿੱਖ ਨੂੰ ਮੇਰਾ ਸਰੂਪ ਜਾਣੋ, ਇਸ ਗੱਲ ਵਿੱਚ ਰਤਾ ਸੰਸਾ ਨਾ ਕਰੋ। ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬੁੱਢਾ ਜੀ ਦੇ ਪੈਰਾਂ ਨੂੰ ਸਤਿਕਾਰ ਵਜੋਂ ਛੋਹਿਆ। ਭਾਈ ਬਿਧੀ ਚੰਦ ਨੂੰ ਨਾ ਦੱਸਿਆ ਸੀ ਕਿ ਗੁਰੂ ਅਤੇ ਉਸ ਵਿੱਚ ਕੋਈ ਫਰਕ ਨਹੀਂ। 6ਵੇਂ ਗੁਰੂ ਜੀ ਨੇ ਹੀ ਆਪਣੇ ਪਰਿਵਾਰ ਨੂੰ ਇਸ ਕਰਕੇ ਤਾੜਿਆ ਕਿ ਉਹਨਾਂ ਸਿੱਖਾਂ ਨੂੰ ਮਠਿਆਈ ਨਹੀਂ ਦਿੱਤੀ ਸੀ ਕਿਉਂਕਿ ਸਿੱਖ ਮੋਕੋ ਪ੍ਰਾਨਨ ਤੇ ਪਿਆਰੇ। ਸਿੱਖ ਇੱਕ ਦੂਜੇ ਨੂੰ ਭਾਈ ਕਹਿ ਕੇ ਬੁਲਾਉਂਦੇ ਸਨ, ਜਿਸ ਤੋਂ ਉਹਨਾਂ ਵਿਚਕਾਰ ਬਰਾਬਰੀ ਦਾ ਪੱਧਰ ਜ਼ਾਹਰ ਹੁੰਦਾ ਹੈ। ਗੁਰੂਆਂ ਦੇ ਸਿੱਖਾਂ ਵੱਲ ਲਿਖੇ ਜਿੰਨੇ ਵੀ ਪੱਤਰ ਮਿਲਦੇ ਹਨ, ਉਹਨਾਂ ਵਿੱਚ ਗੁਰੂਆਂ ਨੇ ਆਪਣੇ ਸਿੱਖਾਂ ਨੂੰ ਭਾਈ ਸ਼ਬਦ ਨਾਲ ਮੁਖਾਤਬ ਕੀਤਾ ਹੈ। ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਅੰਮ੍ਰਿਤ ਛਕਾਉਣ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਨਾ ਸਿਰਫ ਉਹਨਾਂ ਨੂੰ ਆਪਣੇ ਬਰਾਬਰ ਸਮਝਦੇ ਸਨ, ਸਗੋਂ ਉਹਨਾਂ ਨੂੰ ਇੱਕ ਤਰ੍ਹਾਂ ਆਪਣਾ ਗੁਰੂ ਵੀ ਬਣਾਇਆ। ਇਹ ਆਖਰੀ ਹੱਦ ਹੈ ਜਿੱਥੋਂ ਤੱਕ ਕੋਈ ਧਾਰਮਿਕ ਆਗੂ ਆਪਣੇ ਪੈਰੋਕਾਰਾਂ ਨਾਲ ਮਾਨਵੀ ਬਰਾਬਰੀ ਨੂੰ ਅਮਲ ਵਿੱਚ ਲਿਆ ਸਕਦਾ ਹੈ ਜਾਂ ਉਸ ਬਾਰੇ ਸੋਚ ਸਕਦਾ ਹੈ। ਬਰਾਬਰੀ ਦੀ ਭਾਵਨਾ ਨਾਲੋਂ ਭਰਾਤਰੀ ਭਾਵ ਦੀ ਭਾਵਨਾ ਨੂੰ ਅਪਣਾਉਣਾ ਹੋਰ ਵੀ ਮੁਸ਼ਕਲ ਹੈ। ਇਹ ਨਵੀਂ ਭਾਵਨਾ ਸਿੱਖ ਸਿਧਾਂਤਾਂ ਅਤੇ ਪਹੁੰਚ ਦੀ ਇੱਕ ਕੁਦਰਤੀ ਲੜੀ ਸੀ। ਸਿੱਖ ਸਾਹਿਤ ਵਿੱਚ ਭਰਾਤਰੀ ਭਾਵ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਜਿਸ ਹੱਦ ਤੱਕ ਇਸ ਭਾਵਨਾ ਨੂੰ ਅਮਲ ਵਿੱਚ ਲਿਆਂਦਾ ਗਿਆ, ਉਹ ਸਿੱਖ ਭਾਈਚਾਰੇ ਦਾ ਹੋਰ ਵੀ ਵਿਸ਼ੇਸ਼ ਅੰਗ ਹੈ। ਕਿਉਂਕਿ ਗੁਰੂ ਅਤੇ ਸਿੱਖ ਵਿੱਚ ਕੋਈ ਭੇਦ ਨਹੀਂ ਸੀ, ਇਸ ਕਰਕੇ ਗੁਰੂ ਜੀ ਦੀ ਸੇਵਾ ਨੇ ਸਹਿਜੇ ਹੀ ਸਿੱਖਾਂ ਦੀ ਸੇਵਾ ਦੀ ਸ਼ਕਲ ਫੜ ਲਈ। ਗੁਰਮੁਖ ਸੇਵਾ ਗੁਰ ਸਿੱਖਾ, ਗੁਰਸਿੱਖ ਮਾਂ ਪਿਓ ਭਾਈ ਮਿਤਾ। ਗੁਰਸਿੱਖਾਂ ਗੁਰਸਿੱਖ ਸੇਵਕ ਮਾਵਣੀ। ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ, ਸੇਵ ਕਰੀ ਇਨਹੀ ਕੀ, ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਸਿੱਖ ਰਹਿਤਨਾਮਿਆਂ ਵਿੱਚ ਇਸ ਪਰੰਪਰਾ ਦਾ ਲਗਾਤਾਰ ਜ਼ਿਕਰ ਆਉਂਦਾ ਹੈ। ਨਿਰਦਨ ਦੇਖ ਨਾ ਪਾਸ ਬਹਾਵੈ, ਸੋ ਤਨਖਾਹੀ ਮੂਲ ਕਹਾਵੈ। ਸੇਵਾ ਕਰਨੀ ਸਿੱਖ ਕੀ ਅਰ ਅਥਿਤ ਕੀ। ਜੋ 10 ਸਿੱਖ ਮੰਜੇ ਚੜ ਸਵਨ, ਗਰੀਬ ਸਿੱਖ ਭੁੰਜੇ ਸਵਨ। ਆਦਰ ਨਾ ਕਰਨ ਸੋ ਤਨ ਖਾਈਏ। ਮੂਲ ਇਸ ਸਿੱਖੀ ਦਾ ਸੇਵਾ ਭਾਉ ਭਗਤ ਹੈ। ਸਰੂਪ ਦਾਸ ਭੱਲੇ ਨੇ ਲਿਖਿਆ ਹੈ ਕਿ ਸਿੱਖ ਪੰਥ ਵਿੱਚ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਂਦਾ ਸੀ। ਸਿੱਖ ਸਿੱਖ ਕੋ ਗੁਰ ਰੂਪ ਕਰ ਸੇਵੇ। ਭੰਗੂ ਲਿਖਦਾ ਹੈ, ਕਿਸੇ ਸ਼ਰੀਕੋ ਕਰੇ ਕੋ ਨਾਹੀ, ਦੌੜ ਦੌੜ ਸਿੰਘ ਟਹਿਲ ਕਮਾਹੀ। ਉਨ ਸਿੰਘਨ ਪਾਸ ਕੋ ਔਰ ਸਿੰਘ ਆਵੇ, ਉਸੈ ਖੁਲਾਏ ਕੇ ਤੋ ਆਪ ਖਾਵੇ। ਜਿਸ ਸਿੱਖ ਪੈ ਕਮ ਹੋਏ ਚੂਨ, ਉਸੈ ਖੁਲਾਵੇਂ ਆਪ ਰਹਿ ਊਨ। ਔਰ ਪ੍ਰਸ਼ਾਦੇ ਵੰਡ ਕੇ ਖਾਹੇ, ਮਿੱਠਾ ਬੋਲੇ ਸਿੱਖੀ ਕਮਾਏ। ਹੁੱਤੀ ਪਹਿਲੋਂ ਖਾਲਸੇ ਯਹ ਰੀਤ, ਇਕੱਲੋ ਨਾ ਖਾਵੇ ਲੁਕ ਕਰ ਕੀਤ। ਇੱਕ ਪੈ ਹੋਏ ਤੋ ਸਭ ਮਿਲ ਖਾਏ, ਨੈ ਹੋਏ ਤੋ ਲੰਗਰ ਮਸਤ ਖਾਏ। ਔਰ ਖਲਾਏ ਆਪ ਪਿੱਛੋਂ ਖਾਵੇ, ਬਹੁਤ ਪਿਆਰ ਕਰ ਸਿੰਘਨ ਸਦਾਵੇ। ਗੁਰ ਕੋ ਸਿੱਖ ਜੋ ਸਿੱਖਨ ਭਰਾਤ। ਮੁਗਲਾਂ ਨਾਲ ਜਦੋਜਹਿਦ ਦੇ ਦਿਨਾਂ ਵਿੱਚ ਮੁਗਲ ਗਵਰਨਰ ਨੂੰ ਸਿੱਖਾਂ ਦੇ ਖਿਲਾਫ ਇੱਕ ਨਿਰੰਜਣੀਏ ਨੇ ਇਤਲਾਹ ਦਿੱਤੀ
कि ऐसे ऐसे सिंह जग माही, सिंह छकाए पिए निज खाही, आप सहै वै नंग अर भुख, देख सकै नह सिंगन दुख, आप गुजारै अग्नि नाल, सिंगन घलै पोशाक सिवाल, कई पीस ना पीस कमावै, वै भी सिंगन पास पुचावै, बाण बट कई करै मजूरी, भेजै सिंगन पास जरूरी, दूर जाए जो चाकरी करही, आए सिंगन के आगे धरही, सिंह जो परदेस सिधारे, भेजे सिंगन ओए गुर प्यारे। खालसा दल विच एक थां ते सब लेहो पोशाक, एक है थाए सब देवै राख, इक्के थाए सब रखै कमाई, रखै नहीं कहूँ तिसै छपाई। गैर सिख इतिहासक ਸੋਮਿਆਂ ਤੋਂ ਵੀ ਸਿੱਖਾਂ ਵਿੱਚ ਬਰਾਬਰੀ ਤੇ ਭਰਾਤਰੀ ਭਾਵ ਦੀ ਪ੍ਰਚਲਿਤ ਸਪਿਰਿਟ ਦੀ ਪੁਸ਼ਟੀ ਹੁੰਦੀ ਹੈ। ਫਤੂਹਤਨਾਮਾ ਇਹ ਸੰਧੀ ਦਾ ਲੇਖਕ ਗੁਲਾਮ ਮਹੀਉਦੀਨ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਹੋਇਆ। 1722 ਤੋਂ 1723 ਉਹ ਲਿਖਦਾ ਹੈ ਕਿ ਹਿੰਦੂ ਜਾਤਾਂ ਵਿੱਚੋਂ ਨੀਵੀਆਂ ਜਾਤਾਂ ਵਾਲੇ ਲੋਕ ਬੰਦੇ ਦੀ ਫੌਜ ਵਿੱਚ ਜ਼ਿਆਦਾ ਸਨ। ਸਿੱਖਾਂ ਨੂੰ ਉਹ ਖਾਸ ਉਹ ਖਸ਼ਾਕ ਇਹ ਹਨੂਦ ਇਹ ਜਹਨਮੀ ਵਜੂਦ ਦੋਜ਼ਖੀ ਹਿੰਦੂ ਸਮਾਜ ਦੀ ਮੇਲ ਕਹਿੰਦਾ ਹੈ। ਸਿੱਖਾਂ ਵਿੱਚ ਹਰ ਕੋਈ ਇੱਕ ਦੂਜੇ ਨੂੰ ਮਜ਼ਲੂਮ ਗੁਰੂ ਦਾ ਬੇਟਾ ਕਹਿ ਕੇ ਬੁਲਾਉਂਦਾ ਸੀ ਅਤੇ ਆਪਣੇ ਆਪ ਨੂੰ ਸਾਹਿਬਜ਼ਾਦਾ ਗੁਰੂ ਸਾਹਿਬ ਦਾ ਬੇਟਾ ਕਹਾਉਂਦਾ ਸੀ। ਔਰੰਗਜ਼ੇਬ ਦੇ ਵੇਲੇ ਦਾ ਇੱਕ ਇਤਿਹਾਸਕਾਰ ਲਿਖਦਾ ਹੈ ਕਿ ਜੇ ਅੱਧੀ ਰਾਤ ਨੂੰ ਆ ਕੇ ਨਾਨਕ ਦਾ ਨਾਂ ਲੈ ਕੇ ਕੋਈ ਚੋਰ ਵੀ ਸਿੱਖਾਂ ਦਾ ਦਰਵਾਜ਼ਾ ਖੜਕਾ ਦੇਵੇ ਤਾਂ ਉਸ ਨੂੰ ਮਿੱਤਰ ਤੇ ਭਰਾ ਸਮਝਿਆ ਜਾਂਦਾ ਹੈ ਅਤੇ ਉਸ ਦੀ ਠੀਕ ਤਰ੍ਹਾਂ ਸੇਵਾ ਕੀਤੀ ਜਾਂਦੀ ਹੈ। ਮੀਰ ਗੁਲਾਮ ਹੁਸੈਨ ਖਾਨ 1783 ਖਾਲਸਾ ਪੰਥ ਬਾਰੇ ਲਿਖਦਾ ਹੈ ਕਿ ਜਦੋਂ ਕੋਈ ਇਨਸਾਨ ਉਹਨਾਂ ਦੇ ਭਾਈਚਾਰੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਹ ਉਸ ਬਾਰੇ ਕੋਈ ਸ਼ੰਕਾ ਨਹੀਂ ਕਰਦੇ, ਭਾਵੇਂ ਉਹ ਕਿਸੇ ਵੀ ਕਬੀਲੇ ਜਾਂ ਵੰਸ਼ ਵਿੱਚੋਂ ਆਇਆ ਹੋਵੇ, ਅਤੇ ਨਾ ਹੀ ਉਹ ਉਹਨਾਂ ਵਿਤਕਰਿਆਂ ਤੇ ਭੇਦ ਭਾਵਾਂ ਦੀ ਵਰਤੋਂ ਕਰਦੇ ਹਨ ਜੋ ਹਿੰਦੂਆਂ ਦੇ ਮਨਾਂ ਵਿੱਚ ਡੂੰਘੇ ਧੱਸੇ ਹੋਏ ਹਨ। ਇਸ ਬਿਆਨ ਦੇ ਅਖੀਰਲੇ ਹਿੱਸੇ ਤੇ ਟਿੱਪਣੀ ਕਰਦਿਆਂ ਸੰਪਾਦਕ ਲਿਖਦਾ ਹੈ, ਵਿਤਕਰਿਆਂ ਦੇ ਭੇਦ ਭਾਵਾਂ ਤੋਂ ਇਸ਼ਾਰਾ ਉਸ ਛੂਤ ਛਾਤ ਵੱਲ ਹੈ ਜੋ ਛੂਤਾਂ ਨਾਲ ਛੋਹਣ ਜਾਂ ਉਹਨਾਂ ਨਾਲ ਖਾਣ ਬਾਰੇ ਹਿੰਦੂਆਂ ਵਿੱਚ ਚਿੜੀ ਸ਼ਕਲ ਵਿੱਚ ਹੈ। ਉਸ ਸਮੇਂ ਬਾਰੇ ਹਕੀਕਤ ਦਾ ਲੇਖਕ ਲਿਖਦਾ ਹੈ ਕਿ ਸਿੱਖਾਂ ਨੂੰ ਹਦਾਇਤ ਸੀ, ਤੁਹਾਡੇ ਨਾਲ ਕਿਸੇ ਵੀ ਕਬੀਲੇ ਤੋਂ ਆ ਕੇ ਕੋਈ ਸ਼ਾਮਲ ਹੋਵੇ ਉਸ ਨਾਲ ਵਿਤਕਰਾ ਨਾ ਕਰੋ ਅਤੇ ਬਿਨਾਂ ਕਿਸੇ ਭਰਮ ਦੇ ਉਸ ਨਾਲ ਬੈਠ ਕੇ ਖਾਓ। ਹੁਣ ਵੀ ਉਹਨਾਂ ਦੀ ਇਹੋ ਰੀਤ ਹੈ। ਸੋ ਸਾਨੂੰ ਦੋ ਸੁਤੰਤਰ ਸੋਮਿਆਂ ਤੋਂ ਬਹੁਤ ਚੰਗੀਆਂ ਗਵਾਹੀਆਂ ਮਿਲਦੀਆਂ ਹਨ ਕਿ ਘੱਟੋ ਘੱਟ ਸੰਨ 1783 ਤੱਕ ਸਿੱਖਾਂ ਵਿੱਚ ਸਾਰੀਆਂ ਜਾਤਾਂ ਸ਼ਾਮਲ ਸਨ ਤੇ ਉਹ ਬਿਨਾਂ ਝੱਕ ਦੇ ਇੱਕ ਦੂਜੇ ਨਾਲ ਬੈਠ ਕੇ ਖਾਂਦੇ ਸਨ। ਹਕੀਕਤ ਦੀ ਗਵਾਹੀ ਤੋਂ ਇਹ ਸਪਸ਼ਟ ਹੈ ਕਿ ਖੱਤਰੀ, ਜੱਟ, ਲੁਹਾਰ, ਤਰਖਾਣ ਤੇ ਬਾਣੀਏ ਸਾਰੇ ਖਾਲਸਾ ਪੰਥ ਵਿੱਚ ਸ਼ਾਮਲ ਸਨ ਅਤੇ ਹੁਣ ਵੀ ਉਹਨਾਂ ਦੀ ਇਹੋ ਰੀਤ ਹੈ। ਸਿੱਖ ਲਹਿਰ ਵੱਲੋਂ ਅਪਣਾਏ ਗਏ ਬਰਾਬਰੀ ਤੇ ਭਰਾਤਰੀ ਭਾਵ ਦੇ ਅਮਲ ਦੀ ਅਹਿਮੀਅਤ ਨੂੰ ਉਸਦੇ ਪਿਛੋਕੜ ਵਿੱਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ, ਜਿਸ ਪਿਛੋਕੜ ਵਿੱਚੋਂ ਇਹ ਤਬਦੀਲੀ ਲਿਆਂਦੀ ਗਈ। ਬਿਊਗਲ ਲਿਖਦਾ ਹੈ ਕਿ ਜਾਤ ਪਾਤ ਦੀ ਸਪਿਰਿਟ ਵਿੱਚ 3 ਲੜੀਆਂ ਦਾ ਮੇਲ ਹੈ। ਦੂਸਰਿਆਂ ਨੂੰ ਧਰਕਾਰਨਾ, ਦਰਜਾ ਬਦਰਜੀ ਤੇ ਕਿੱਤੇ ਜਾਂ ਪੇਸ਼ੇ ਦਾ ਜੱਦੀ ਹੋਣਾ। ਅਜਿਹਾ ਸਮਾਜ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਵੱਡੀ ਗਿਣਤੀ ਦੇ ਆਪਸ ਵਿਰੋਧੀ ਐਸੇ ਗਰੁੱਪਾਂ ਵਿੱਚ ਵੰਡਿਆ ਹੋਵੇ ਜਿਨ੍ਹਾਂ ਦਾ ਪੇਸ਼ਾ ਜੱਦੀ ਹੋਵੇ ਅਤੇ ਜੋ ਦਰਜਾ ਬਦਰਜੀ ਦੀ ਤਰਤੀਬ ਵਿੱਚ ਹੋਣ। ਐਸਾ ਸਮਾਜ ਜੋ ਅਸੂਲਨ ਗਰੁੱਪਾਂ ਵਿਚਕਾਰ ਸ਼ਾਦੀ, ਖਾਣ ਪੀਣ ਅਤੇ ਪੇਸ਼ਾ ਬਦਲਣ ਨੂੰ ਨਹੀਂ ਸਹਾਰਦਾ। ਸਮਾਜੀ ਅਤੇ ਸਿਆਸੀ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਤ ਪਾਤ ਦੇ ਲੱਛਣ ਹਨ: ਗਵਾਂਢੀਆਂ ਵਿਚਕਾਰ ਪਾਟੋ ਧਾੜ, ਨਫ਼ਰਤ, ਈਰਖਾ ਤੇ ਬੇਇਤਬਾਰੀ। ਨੈਸਫੀਲਡ ਵੀ ਇਸੇ ਨਤੀਜੇ ਤੇ ਪਹੁੰਚਦਾ ਹੈ ਕਿ ਜਾਤ ਪਾਤੀ ਪ੍ਰਬੰਧ ਸਮਾਜੀ ਦੁਫੇੜ ਨੂੰ ਇਸ ਦਰਜੇ ਤੱਕ ਵਧਾ ਦਿੰਦਾ ਹੈ ਕਿ ਸਾਰੇ ਮਨੁੱਖੀ ਇਤਿਹਾਸ ਵਿੱਚ ਇਸ ਦੀ ਕੋਈ ਮਿਸਾਲ ਨਹੀਂ ਲੱਭਦੀ। ਜਾਤ ਪਾਤ ਮਜ਼ਮੂਨ ਦੇ ਸਾਰੇ ਮਾਹਰ ਸਹਿਮਤ ਹਨ ਕਿ ਇੱਕ ਦੂਜੇ ਤੋਂ ਨਫ਼ਰਤ ਅਤੇ ਫੁੱਟ, ਨਾ ਬਰਾਬਰੀ ਅਤੇ ਦਰਜਾ ਬਦਰਜੀ ਜਾਤ ਪਾਤੀ ਪ੍ਰਬੰਧ ਦੀ ਅੰਦਰੂਨੀ ਬਣਤਰ ਦੇ ਅੰਗ ਹਨ। ਹਾਹਾ ਪਿੱਟ ਜਾਤ ਪਾਤੀ ਸਮਾਜ ਵਿੱਚ ਆਪਸੀ ਵਿਰੋਧ ਅਤੇ ਸਮਾਜੀ ਫੁੱਟ ਦਾ ਸਭ ਤੋਂ ਵੱਡਾ ਘੇਰਾ ਖਾਣ ਪੀਣ ਸੰਬੰਧੀ ਰੋਕਾਂ ਤੇ ਪਿੱਟ ਦੇ ਪਸਾਰੇ ਕਰਕੇ ਬਣਿਆ।
इस विच शक नहीं कि खाण पीण संबंधी रोकां कदम कदम ते लोकां दी जिंदगी विच सामणे आउंदियां अते इन्हां दी उलंघना बदले सजावां भी सख्त हुंदियां। जात दी पंचायत जात पाती दे जिन्हां नियमां दी उलंघना बारे दखल दंदी उन्हां विच शामिल सन खाण पीण संबंधी रोकां ਜਿਹੜੀਆਂ एक जात दे मैंबर नूं दूसरी किसी जात दे मैंबर नाल इकट्ठे मिल के खाण पीण अते हुक्का पीण दी मनाही करदियां सन। ਇਹ ਮਨਾਹੀ ਘੱਟੋ ਘੱਟ ਇੱਕ ਉੱਚੀ ਅਤੇ ਇੱਕ ਨੀਵੀਂ ਜਾਤ ਦੇ ਮੈਂਬਰਾਂ ਵਿਚਕਾਰ ਤਾਂ ਜ਼ਰੂਰ ਲਾਗੂ ਸੀ। ਅਜਿਹੀ ਮਨਾਹੀ ਦੀ ਉਲੰਘਣਾ ਦਾ ਸਖਤ ਨੋਟਿਸ ਲੈਣਾ ਇਸ ਵਾਸਤੇ ਲਾਜ਼ਮੀ ਸਮਝਿਆ ਜਾਂਦਾ ਸੀ ਕਿ ਜੇ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਨਾ ਦਿੱਤੀ ਜਾਵੇ ਤਾਂ ਜੋ ਪਿੱਟ ਉਸਨੇ ਸਹੇੜ ਲਈ ਹੈ ਉਸ ਦੀ ਜਾਤ ਦੇ ਉਹਨਾਂ ਸਾਰੇ ਮੈਂਬਰਾਂ ਨੂੰ ਚੰਬੜ ਜਾਏਗੀ ਜੋ ਉਸ ਨਾਲ ਮਿਲ ਕੇ ਖਾਣ ਪੀਣਗੇ। ਜੇ ਕੋਈ ਨੀਵੀਂ ਜਾਤ ਦਾ ਬੰਦਾ ਬ੍ਰਾਹਮਣ ਦੇ ਭੋਜਨ ਵੱਲ ਕੇਵਲ ਇੱਕ ਨਜ਼ਰ ਵੀ ਵੇਖ ਲਵੇ ਤਾਂ ਬ੍ਰਾਹਮਣ ਪਿੱਟਿਆ ਜਾਂਦਾ ਹੈ। ਜੇ ਕਿਸੇ ਉੱਪਰੇ ਬੰਦੇ ਦੀ ਜਾਂ ਛੋਟੀ ਜਾਤ ਦੇ ਬੰਦੇ ਦੀ ਨਜ਼ਰ ਭੋਜਨ ਪਕਾਉਣ ਵਾਲੇ ਭਾਂਡੇ ਤੇ ਪੈ ਜਾਵੇ ਤਾਂ ਉਸ ਭਾਂਡੇ ਵਿੱਚ ਪਈ ਵਸਤੂ ਨੂੰ ਸੁੱਟਣਾ ਜ਼ਰੂਰੀ ਹੋ ਜਾਂਦਾ ਹੈ। ਇੱਕ ਭਾਰਤੀ ਅਖੌਤ ਹੈ ਕਿ ਤਿੰਨਾਂ ਕਨੌਜੀਆਂ ਨੂੰ 13 ਚੁੱਲ੍ਹੇ ਚਾਹੀਦੇ ਹਨ। ਊਠਾਂ ਦਾ ਕਾਫਲਾ ਇੱਕ ਕਤਾਰ ਵਿੱਚ ਜਾ ਰਿਹਾ ਹੋਵੇ ਅਤੇ ਵਿਸ਼ਨੋਈ ਉਹਨਾਂ ਵਿੱਚੋਂ ਇੱਕ ਊਠ ਤੇ ਬੈਠਾ ਹੋਵੇ। ਜੇ ਉਸ ਊਠ ਤੇ ਪਿੱਛੇ ਆ ਰਹੇ 20ਵੇਂ ਊਠ ਨੂੰ ਹੋਰ ਕੋਈ ਜਾਤੀ ਵਾਲਾ ਬੰਦਾ ਛੋਹ ਦੇਵੇ ਤਾਂ ਵਿਸ਼ਨੋਈ ਆਪਣਾ ਭੋਜਨ ਸੁੱਟ ਦੇਵੇਗਾ। ਇਨ੍ਹਾਂ ਅਖੌਤਾਂ ਵਿੱਚ ਗੱਲ ਕੁਝ ਵਧਾ ਚੜਾ ਕੇ ਦੱਸੀ ਗਈ ਹੋਵੇਗੀ ਪਰ ਇਹ ਅਖੌਤਾਂ ਭਲੀ ਭਾਂਤ ਜ਼ਾਹਰ ਕਰਦੀਆਂ ਹਨ ਕਿ ਭਾਰਤੀ ਜੀਵਨ ਵਿੱਚ ਕਿਸ ਹੱਦ ਤੱਕ ਖਾਣ ਪੀਣ ਤੇ ਬੰਧਨ ਲੱਗੇ ਹੋਏ ਸਨ। ਖਾਣ ਪੀਣ ਦੀ ਉਲੰਘਣਾ ਕਰਨ ਵਾਲੇ ਜਿੰਨੇ ਵੀ ਕੇਸ ਹੁੰਦੇ ਸਾਰਿਆਂ ਨੂੰ ਸਜ਼ਾ ਦਿੱਤੀ ਜਾਂਦੀ ਕਿਉਂਕਿ ਜਿਵੇਂ ਕਿ ਉੱਪਰ ਵੀ ਦੱਸਿਆ ਗਿਆ ਹੈ ਜੇ ਉਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਤਾਂ ਸਾਰੀ ਜਾਤ ਪਿੱਟ ਸਕਦੀ ਹੈ। ਕੁਝ ਹਾਲਾਤਾਂ ਵਿੱਚ ਇਸ ਅਮਲ ਨੇ ਗੰਭੀਰ ਤੇ ਸਦੀਵੀ ਰਹਿਣ ਵਾਲੇ ਸਿੱਟਿਆਂ ਦੀ ਸ਼ਕਲ ਫੜ ਲਈ। ਬੰਗਾਲ ਦੇ 1866 ਦੇ ਅਕਾਲ ਵਿੱਚ ਉਹਨਾਂ ਆਦਮੀਆਂ ਦੀ ਇੱਕ ਨਵੀਂ ਜਾਤ ਪੈਦਾ ਹੋ ਗਈ ਜਿਨ੍ਹਾਂ ਨੂੰ ਖਾਣ ਪੀਣ ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਪਿੱਟ ਦੇ ਖਿਆਲ ਨਾਲ ਜਾਤ ਵਿੱਚੋਂ ਛੇਕ ਦਿੱਤਾ ਗਿਆ ਸੀ। ਪਿੱਟ ਦੇ ਵਹਿਮ ਦਾ ਅਮਲੀ ਵਰਤੋਂ ਦਾ ਪਸਾਰਾ ਬਹੁਤ ਵੱਡਾ ਸੀ। ਖਾਣ ਪੀਣ ਸੰਬੰਧੀ ਰੋਕਾਂ ਇਸੇ ਵਹਿਮ ਦਾ ਇੱਕ ਹਿੱਸਾ ਸਨ। ਇਹ ਸਮਝਿਆ ਜਾਂਦਾ ਸੀ ਕਿ ਪਿੱਟ ਸਿਰਫ ਖਾਸ ਹਾਲਾਤਾਂ ਵਿੱਚ ਇਕੱਠਿਆਂ ਖਾਣ ਪੀ ਲੈਣ ਨਾਲ ਹੀ ਨਹੀਂ ਹੁੰਦੀ ਸਗੋਂ ਉਹਨਾਂ ਬੰਦਿਆਂ ਨਾਲ ਛੋਹਣ ਨਾਲ ਵੀ ਲੱਗ ਜਾਂਦੀ ਹੈ ਜਿਹੜੇ ਉਹਨਾਂ ਨੀਵੀਆਂ ਜਾਤਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਹਨਾਂ ਦੇ ਕਿਸੇ ਜੱਦੀ ਪੇਸ਼ੇ ਕਾਰਨ ਜਾਂ ਜੀਵਨ ਢੰਗ ਦੇ ਕਾਰਨ ਹਿੰਦੂ ਸਮਾਜ ਦੇ ਦਾਇਰੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਭੰਗੀ ਜਿਨ੍ਹਾਂ ਵਿੱਚੋਂ ਰੰਗਰੇਟੇ ਆਏ ਇਹਨਾਂ ਜਾਤਾਂ ਵਿੱਚੋਂ ਇੱਕ ਸਨ। ਬਾਰਬੋਸਾ ਅਨੁਸਾਰ ਇੱਕ ਨੀਅਰ ਇਸਤਰੀ ਜਿਸ ਨੂੰ ਅਛੂਤ ਜਾਤ ਦਾ ਬੰਦਾ ਛੋਹ ਜਾਏ ਆਪਣੀ ਜਾਤ ਵਿੱਚੋਂ ਛੇਕ ਦਿੱਤੀ ਜਾਂਦੀ ਹੈ। ਉਹ ਆਪ ਵੀ ਘਰ ਛੱਡਣ ਬਾਰੇ ਸੋਚਦੀ ਹੈ ਕਿਉਂਕਿ ਉਸ ਦੀ ਪਿੱਟ ਤੋਂ ਸਾਰੇ ਪਰਿਵਾਰ ਦੇ ਪਿੱਟਣ ਦਾ ਡਰ ਹੁੰਦਾ ਹੈ। ਇਹ ਮਿਸਾਲ ਜਾਤ ਪਾਤੀ ਵਖਰੇਵੇਂ ਦੀ ਅਖੀਰਲੀ ਹੱਦ ਦੀ ਹੈ। ਬ੍ਰਾਹਮਣਾਂ ਤੋਂ ਛੋਟੀਆਂ ਜਾਤਾਂ ਅਮੂਮਨ ਘੱਟ ਆਸਾਨੀ ਨਾਲ ਪਿੱਟੀਆਂ ਸਮਝੀਆਂ ਜਾਂਦੀਆਂ ਪਰ ਉਹਨਾਂ ਦੇ ਪਿੱਟੇ ਜਾਣ ਦਾ ਅਸੂਲ ਉਹ ਹੈ। ਨੀਵੀਆਂ ਜਾਤਾਂ ਜਾਂ ਅਛੂਤਾਂ ਨਾਲੋਂ ਲੱਗੀ ਪਿੱਟ ਨੂੰ ਹਟਾਉਣ ਲਈ ਜਲਦੀ ਤੋਂ ਜਲਦੀ ਕਦਮ ਚੁੱਕੇ ਜਾਂਦੇ। ਇਸ ਪਿਛੋਕੜ ਵਿੱਚ ਵੇਖਿਆ ਸਮਾਜੀ ਬਰਾਬਰੀ ਤੇ ਭਰਾਤਰੀ ਭਾਵ ਦਾ ਜੋ ਦਰਜਾ ਸਿੱਖ ਪੰਥ ਨੇ ਪ੍ਰਾਪਤ ਕੀਤਾ ਉਹ ਨਿਸ਼ਚੇ ਹੀ ਵਰਣਨਯੋਗ ਹੈ ਅਤੇ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਪੰਥ ਵਿੱਚ ਸਭ ਜਾਤਾਂ ਦੇ ਬੰਦੇ ਸ਼ਾਮਲ ਸਨ ਸਮੇਤ ਉਹਨਾਂ ਦੇ ਵੀ ਜਿਨ੍ਹਾਂ ਨੂੰ ਸਭ ਤੋਂ ਨੀਚ ਸਮਝਿਆ ਜਾਂਦਾ ਹੈ। ਇਸ ਬਾਰੇ ਅਸੀਂ ਜਨਮ ਸਾਖੀਆਂ ਦੀ ਗਵਾਹੀ ਦੇ ਚੁੱਕੇ ਹਾਂ। ਪਹਿਲੇ 6 ਗੁਰੂਆਂ ਦੇ ਸਮੇਂ ਵਿੱਚ ਹੋਏ ਕੁਝ ਮੁਖੀ ਸਿੱਖਾਂ ਦੇ ਨਾਵਾਂ ਦੀ ਸੂਚੀ ਭਾਈ ਗੁਰਦਾਸ ਨੇ ਆਪਣੀ 11ਵੀਂ ਵਾਰ ਵਿੱਚ ਦਿੱਤੀ ਹੈ। ਉਸ ਸੂਚੀ ਵਿੱਚ ਬ੍ਰਾਹਮਣ ਤੋਂ ਲੈ ਕੇ ਚੰਡਾਲ ਤੱਕ ਸਾਰੀਆਂ ਜਾਤਾਂ ਦੇ ਬੰਦੇ ਸ਼ਾਮਲ ਹਨ। ਇਰਵਿਨ ਲਿਖਦਾ ਹੈ ਕਿ ਸਿੱਖ ਪੰਥ ਵਿੱਚ ਖੱਤਰੀਆਂ ਤੇ ਜੱਟਾਂ ਤੋਂ ਬਾਅਦ ਨੀਵੀਂ ਜਾਤ ਦੇ ਕਾਰੀਗਰ ਅਤੇ ਹੇਠਲੀ ਜਾਤ ਦੇ ਕਮੀਨ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਹਨ। ਇਸ ਬਾਰੇ ਉਹਨਾਂ ਮੁਸਲਮਾਨ ਇਤਿਹਾਸਕਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਪਿੱਛੋਂ ਹੋਈ ਗੜਬੜ ਬਾਰੇ ਹਾਲ ਲਿਖਿਆ ਹੈ। ਇਸ ਤੋਂ ਪਿੱਛੋਂ ਹੁਣ ਜੋ ਪੜਤਾਲ ਹੋਈ ਹੈ ਉਹ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਸੰਨ 1881 ਦੀ ਮਰਦਮਸ਼ੁਮਾਰੀ ਅਨੁਸਾਰ 100 ਸਿੱਖਾਂ ਵਿੱਚੋਂ 9 ਸਿੱਖ ਨੀਵੀਂ ਜਾਤ ਦੇ ਚੂੜੇ ਤੇ ਚਮਾਰ ਸਨ, 13 ਕਾਰੀਗਰ ਜਮਾਤ ਵਿੱਚੋਂ ਤੇ ਉਹਨਾਂ ਵਿੱਚੋਂ ਅੱਗੋਂ ਅੱਧੇ ਤਰਖਾਣ ਸਨ। ਇਸ ਦੇ ਉਲਟ 1000 ਵਿੱਚੋਂ ਸਿਰਫ 4 ਬ੍ਰਾਹਮਣ ਸਨ। ਉੱਪਰਲੀਆਂ ਜਾਤਾਂ ਵਾਲੇ ਲੋਕਾਂ ਨੂੰ ਸਿੱਖ ਧਰਮ ਅਪਣਾਉਣ ਲਈ ਰਾਜ਼ੀ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਆਈ ਅਤੇ ਇਹ ਅਸੀਂ ਬਾਅਦ ਵਿੱਚ ਦੱਸਾਂਗੇ ਕਿ ਇਸ ਕੋਸ਼ਿਸ਼ ਨੇ ਉਸ ਵਾਸਤੇ ਕਿੰਨੀ ਵੱਡੀ ਮੁਸੀਬਤ ਖੜੀ ਕੀਤੀ।
ਪੋਲੀਅਰ ਨੇ ਲਿਖਿਆ ਕਿ ਸਿੱਖਾਂ ਦੀ ਗਿਣਤੀ ਬਹੁਤ ਵਧਣੀ ਸ਼ੁਰੂ ਹੋ ਗਈ। ਹਿੰਦੂ ਜਾਤ ਨਹੀਂ ਬਦਲਣ ਦਿੰਦੇ ਸਨ। ਇਸ ਦੇ ਉਲਟ ਹਿੰਦੂਆਂ ਦੀਆਂ ਨੀਵੀਆਂ ਤੇ ਨੀਚ ਤੋਂ ਨੀਚ ਜਾਤਾਂ ਵਿੱਚੋਂ ਜੋ ਵੀ ਆਇਆ ਸਿੱਖਾਂ ਨੇ ਸ਼ਾਮਲ ਕਰ ਲਿਆ। ਇੱਥੋਂ ਤੱਕ ਕਿ ਮੁਸਲਮਾਨਾਂ ਨੂੰ ਵੀ ਸਿੱਖ ਮਤ ਵਿੱਚ ਸ਼ਾਮਲ ਕੀਤਾ ਗਿਆ। ਗਿਰਫਤ 1794 ਦੱਸਦਾ ਹੈ ਕਿ ਸਿੱਖ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰ ਲੈਂਦੇ ਸਨ। ਇਸ ਗੱਲੋਂ ਉਹ ਹਿੰਦੂਆਂ ਨਾਲੋਂ ਬਹੁਤ ਵੱਖਰੇ ਹਨ। ਹੂਗਲ ਅੱਗੇ ਲਿਖਦਾ ਹੈ ਕਿ ਉਸ ਦੇ ਸਮੇਂ ਦੇ ਸਿੱਖ ਹਿੰਦੂਆਂ ਦੀ ਸਭ ਤੋਂ ਨੀਵੀਆਂ ਜਾਤਾਂ ਦੇ ਉਹ ਬੰਦੇ ਸਨ ਜਿਨ੍ਹਾਂ ਨੂੰ ਸਿੱਖ ਬਣਾਇਆ ਗਿਆ। ਬਹੁਤ ਸਮਾਂ ਪਹਿਲਾਂ ਹਿੰਦ ਆਏ ਇਹਨਾਂ ਯੂਰਪੀਨਾਂ ਵੱਲੋਂ ਦਿੱਤੇ ਗਏ ਵੇਰਵੇ ਹੋਰ ਵੀ ਕੀਮਤੀ ਇਸ ਕਰਕੇ ਹਨ ਕਿ ਇਹ ਮਿਸਲਾਂ ਤੇ ਰਣਜੀਤ ਸਿੰਘ ਦੇ ਸਮੇਂ ਦੇ ਹਨ ਜਦੋਂ ਸਿੱਖ ਇਨਕਲਾਬ ਪਿੱਛੇ ਪੈ ਚੁੱਕਾ ਸੀ। ਸਿੱਖ ਇਨਕਲਾਬ ਵਿੱਚ ਸਾਰੀਆਂ ਜਾਤਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ ਇਨਕਲਾਬੀ ਜਦੋਜਹਿਦ ਵਿੱਚ ਹਿੱਸਾ ਲੈਣ ਕਾਰਨ ਸਿੱਖਾਂ ਵਿੱਚ ਭਰਾਤਰੀ ਭਾਵ ਦੀ ਸਪਿਰਿਟ ਬਹੁਤ ਵਧੀ। ਇਸ ਭਰਾਤਰੀ ਭਾਵ ਨੂੰ ਦਿੱਤੀਆਂ ਕੁਰਬਾਨੀਆਂ ਤੇ ਵਹਾਏ ਖੂਨ ਨੇ ਪੱਕਿਆ ਕੀਤਾ। ਭਰਾਤਰੀ ਭਾਵ ਨੂੰ ਪੱਕਿਆਂ ਕਰਨ ਵਾਲੀ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਸਿੱਖ ਇੱਕ ਸਾਂਝੇ ਮਿਸ਼ਨ ਤੋਂ ਪ੍ਰੇਰਨਾ ਲੈਂਦੇ ਸਨ। ਇਹ ਸਾਂਝਾ ਮਿਸ਼ਨ ਸੀ ਖਾਲਸੇ ਦਾ ਰਾਜਸੀ ਤਾਕਤ ਤੇ ਕਬਜ਼ਾ ਕਰਨਾ ਅਤੇ ਖਾਲਸੇ ਵਿੱਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਲ ਸਨ, ਖਾਸ ਤੌਰ ਤੇ ਹੇਠਲੀ ਜਾਤਾਂ ਦੇ। ਕੋਈ ਵੀ ਲੰਮੀ ਗੁਰੀਲਾ ਜੰਗ ਬਿਨਾਂ ਕਿਸੇ ਵਿਚਾਰਧਾਰਾ ਤੋਂ ਮਿਲੀ ਪ੍ਰੇਰਨਾ ਦੇ ਨਹੀਂ ਲੜੀ ਜਾ ਸਕਦੀ। ਨਾ ਹੀ ਇਹ ਸਾਂਝੇ ਮਿਸ਼ਨ ਲਈ ਸਪਿਰਿਟ ਵਿੱਚ ਇੱਕਮਿਕ ਹੋਏ ਬਗੈਰ ਲੜੀ ਜਾ ਸਕਦੀ ਹੈ। ਦੂਜਾ, ਅੰਤਰਜਾਤੀ ਸ਼ਾਦੀਆਂ। ਸਿੱਖ ਲਹਿਰ ਬਾਰੇ ਇਹ ਨੁਕਤਾਚੀਨੀ ਕੀਤੀ ਜਾਂਦੀ ਹੈ ਕਿ ਇਸਨੇ ਅੰਤਰਜਾਤੀ ਵਿਆਹਾਂ ਬਾਰੇ ਜ਼ਿਆਦਾ ਕੁਝ ਨਹੀਂ ਕੀਤਾ। ਇਹ ਨੁਕਤਾਚੀਨੀ ਸ਼ਾਇਦ ਇਸ ਲਈ ਕੀਤੀ ਜਾਂਦੀ ਹੈ ਕਿ ਸਿੱਖ ਲਹਿਰ ਦੀਆਂ ਉਹਨਾਂ ਪ੍ਰਾਪਤੀਆਂ ਨੂੰ ਕੁਝ ਘਟਾ ਕੇ ਵੇਖਿਆ ਜਾਏ ਜੋ ਇਸਨੇ ਜਾਤ ਪਾਤ ਦੇ ਵਿਰੁੱਧ ਕੀਤੀਆਂ। ਦੂਸਰੀ ਵਜ੍ਹਾ ਸ਼ਾਇਦ ਇਹ ਹੈ ਕਿ ਜਾਤ ਪਾਤੀ ਪ੍ਰਬੰਧ ਵਿੱਚ ਆਪਣੀ ਜਾਤ ਅੰਦਰ ਹੀ ਸ਼ਾਦੀ ਕਰਨ ਦੀ ਬੰਦਸ਼ ਦਾ ਕੀ ਰੋਲ ਸੀ, ਇਸ ਨੂੰ ਸਮਝਿਆ ਨਹੀਂ ਗਿਆ ਜਾਂ ਇਸ ਉੱਤੇ ਵਧਾ ਕੇ ਜ਼ੋਰ ਦਿੱਤਾ ਗਿਆ। ਊੜਾ, ਆਪਣੀ ਜਾਤ ਦੇ ਅੰਦਰ ਹੀ ਵਿਆਹ ਕਰਨ ਦੀ ਹੱਦਬੰਦੀ ਤੇ ਜਾਤ ਪਾਤ। ਜੇ ਕਿਸੇ ਗਰੁੱਪ ਦੇ ਬੰਦਿਆਂ ਉੱਤੇ ਇਹ ਬੰਦਸ਼ ਲਾਈ ਜਾਏ ਕਿ ਉਹ ਆਪਣੇ ਗਰੁੱਪ ਦੇ ਅੰਦਰ ਹੀ ਸ਼ਾਦੀ ਕਰਨ ਤਾਂ ਇਸ ਨੂੰ ਅੰਗਰੇਜ਼ੀ ਵਿੱਚ ਐਂਡੋਗੇਮੀ ਕਹਿੰਦੇ ਹਨ। ਜਾਤ ਪਾਤੀ ਪ੍ਰਬੰਧ ਵਿੱਚ ਐਸੀ ਲਾਈ ਬੰਦਸ਼ ਨੂੰ ਅਸੀਂ ਅੰਤਰਜਾਤੀ ਵਿਆਹ ਬਾਰੇ ਹੱਦਬੰਦੀ ਦਾ ਨਾਂ ਦੇ ਰਹੇ ਹਾਂ। ਹਟਨ ਲਿਖਦਾ ਹੈ, ਇਹ ਸੰਭਵ ਹੈ ਕਿ ਐਂਡੋਗੇਮੀ ਦੀ ਬੰਦਸ਼ ਦੂਜੀਆਂ ਜਾਤਾਂ, ਖਾਸ ਕਰ ਨੀਵੀਆਂ ਜਾਤਾਂ ਨਾਲ ਖਾਣ ਪੀਣ ਦੀ ਮਨਾਹੀ ਵਿੱਚੋਂ ਉਤਪੰਨ ਹੋਈ ਹੋਵੇ। ਲੇਖਕ ਦੇ ਵਿਚਾਰ ਵਿੱਚ ਇਹ ਮਨਾਹੀ ਖਾਣ ਪੀਣ ਸੰਬੰਧੀ ਸਾਰੇ ਜਾਤ ਪਾਤੀ ਪ੍ਰਬੰਧ ਦੀ ਬੁਨਿਆਦੀ ਕੁੰਜੀ ਹੈ। ਭਾਰਤ ਦੇ ਕੁਝ ਹਿੱਸਿਆਂ ਵਿੱਚ ਇਹ ਗੱਲ ਆਮ ਵੇਖਣ ਵਿੱਚ ਆਈ ਹੈ ਕਿ ਆਦਮੀ ਹੇਠਲੀ ਜਾਤ ਦੀਆਂ ਔਰਤਾਂ ਨੂੰ ਜਾਂ ਗੈਰ ਹਿੰਦੂ ਔਰਤਾਂ ਨੂੰ ਵੀ ਰਖੇਲ ਰੱਖ ਲੈਂਦੇ ਸਨ। ਇਸ ਕਾਰਨ ਆਦਮੀ ਨੂੰ ਜਾਤ ਵਿੱਚੋਂ ਛੇਕਿਆ ਨਹੀਂ ਸੀ ਜਾਂਦਾ, ਪਰ ਜੇ ਉਹ ਆਦਮੀ ਰਖੇਲ ਦੇ ਹੱਥੋਂ ਪਕਾਇਆ ਖਾਣਾ ਖਾ ਲਵੇ ਜਾਂ ਪਾਣੀ ਪੀ ਲਵੇ ਤਾਂ ਜਾਤ ਵਿੱਚੋਂ ਅਕਸਰ ਕੱਢ ਦਿੱਤਾ ਜਾਂਦਾ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਖਾਣ ਪੀਣ ਦੀਆਂ ਮਨਾਹੀਆਂ ਤੋਂ ਐਂਡੋਗੇਮੀ ਪੈਦਾ ਹੋਈ, ਨਾ ਕਿ ਖਾਣ ਪੀਣ ਦੀ ਮਨਾਹੀ ਐਂਡੋਗੇਮੀ ਦੇ ਕਾਰਨ ਹੈ। ਇਸ ਤਰ੍ਹਾਂ ਹਟਨ ਇਸ ਨੁਕਤੇ ਨੂੰ ਘੇੜਦਾ ਹੈ ਕਿ ਐਂਡੋਗੇਮੀ ਜਾਤ ਪਾਤੀ ਢਾਂਚੇ ਦਾ ਇੱਕ ਹਿੱਸਾ ਹੀ ਹੈ। ਉਸ ਦੇ ਮੁਤਾਬਕ ਇਹ ਮਸਲਾ ਨਾ ਜਾਤ ਪਾਤੀ ਦੇ ਮਸਲੇ ਨਾਲੋਂ ਇੱਕ ਨਿਖੜਵਾਂ ਮਸਲਾ ਹੈ ਅਤੇ ਨਾ ਹੀ ਇਸ ਦਾ ਸਭ ਤੋਂ ਜ਼ਰੂਰੀ ਅੰਗ। ਇਸ ਲਈ ਵਿਆਹ ਬਾਰੇ ਪਾਬੰਦੀਆਂ ਨੂੰ ਇਸ ਪ੍ਰਸੰਗ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਜਾਤ ਪਾਤੀ ਢਾਂਚੇ ਨੂੰ ਤੋੜਨ ਲਈ ਇਹ ਲਾਜ਼ਮੀ ਨਹੀਂ ਕਿ ਜਾਤ ਦੇ ਅੰਦਰ ਹੀ ਵਿਆਹ ਕਰਨ ਦੀ ਪਾਬੰਦੀ ਨੂੰ ਪਹਿਲੋਂ ਖਤਮ ਕੀਤਾ ਜਾਏ, ਕਿਉਂਕਿ ਜਦੋਂ ਤੋਂ ਪੱਛਮੀ ਸੱਭਿਆਚਾਰ ਅਤੇ ਸਰਮਾਏਦਾਰੀ ਅਰਥਚਾਰੇ ਦੇ ਪ੍ਰਭਾਵ ਪੈਣੇ ਸ਼ੁਰੂ ਹੋਏ ਹਨ, ਜਾਤ ਪਾਤੀ ਢਾਂਚੇ ਦੇ ਬੰਧਨ ਢਿੱਲੇ ਹੋ ਰਹੇ ਹਨ। ਪਰ ਇਸ ਦੇ ਬਾਵਜੂਦ ਅੰਤਰਜਾਤੀ ਵਿਆਹ ਇੰਨੇ ਨਹੀਂ ਹੋ ਰਹੇ। ਨਾ ਹੀ ਵਿਆਹਾਂ ਸੰਬੰਧੀ ਬੰਧਨਾਂ ਨੂੰ ਤੋੜਨ ਦਾ ਜਾਤ ਪਾਤੀ ਦੇ ਬੰਧਨਾਂ ਦੇ ਹੁਣ ਟੁੱਟਦੇ ਜਾਂ ਰਹਿਣ ਵਿੱਚ ਬਹੁਤ ਹਿੱਸਾ ਹੈ। ਜਾਤ ਪਾਤੀ ਰੁਤਬੇ ਨੂੰ ਸੁਰੱਖਿਅਤ ਰੱਖਣਾ ਜਾਤ ਪਾਤੀ ਪ੍ਰਬੰਧ ਦਾ ਮੂਲ ਸਿਧਾਂਤ ਹੈ ਅਤੇ ਇਸ ਮਨੋਰਥ ਲਈ ਜਾਤ ਪਾਤੀ ਰੁਤਬੇ ਨੂੰ ਕਾਇਮ ਰੱਖਣਾ ਲਾਜ਼ਮੀ ਹੈ ਅਤੇ ਜਾਤ ਪਾਤੀ ਰੁਤਬੇ ਨੂੰ ਕਾਇਮ ਰੱਖਣ ਲਈ ਰੀਤ ਰਿਵਾਜ ਅਤੇ ਧਾਰਮਿਕ ਪੁਸ਼ਟੀ ਬੁਨਿਆਦੀ ਤੌਰ ਤੇ ਜ਼ਰੂਰੀ ਹਨ। ਜਾਤ ਪਾਤੀ ਵਿਚਾਰਧਾਰਾ ਦੇ ਧਾਰਮਿਕ ਤੇ ਰੀਤ ਰਿਵਾਜੀ ਨੇਮਾਂ ਦਾ ਅੰਤਰਜਾਤੀ ਵਿਆਹ ਤੇ ਲੱਗੀਆਂ ਰੋਕਾਂ ਨੂੰ ਬੇਲਚਕ ਬਣਾਉਣ ਵਿੱਚ ਵੀ ਵੱਡਾ ਹੱਥ ਹੈ।
ਜਮਾਤੀ ਸਮਾਜ ਵਿੱਚ ਜਿੱਥੇ ਲੋਕੀ ਆਪਣੀ ਹੀ ਜਮਾਤ ਦੇ ਦਾਇਰੇ ਵਿੱਚ ਵਿਆਹ ਕਰਦੇ ਹਨ, ਉੱਥੇ ਆਪਣੀ ਜਮਾਤ ਤੋਂ ਬਾਹਰ ਵਿਆਹ ਨਾ ਕਰਨ ਦੀ ਰੋਕ ਕੇਵਲ ਭਾਵਨਾ ਜਾਂ ਜਜ਼ਬਾਤ ਕਰਕੇ ਹੁੰਦੀ ਹੈ, ਕਿਸੇ ਕਾਨੂੰਨ ਜਾਂ ਕਰੜੇ ਨਿਯਮ ਕਰਕੇ ਨਹੀਂ ਹੁੰਦੀ। ਯੂਰਪ ਵਿੱਚ ਆਪਣੀ ਜਮਾਤ ਤੋਂ ਬਾਹਰ ਵਿਆਹ ਟਾਵੇਂ ਹੀ ਹੁੰਦੇ ਹੋਣਗੇ ਅਤੇ ਇਹਨਾਂ ਨੂੰ ਵਾਜਬ ਵੀ ਨਹੀਂ ਸਮਝਿਆ ਜਾਂਦਾ ਹੋਵੇਗਾ, ਪਰ ਭਾਰਤ ਵਿੱਚ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਇੱਕ ਪਾਪ ਹੈ। ਕੇਤਕਰ ਨੇ ਜਿਵੇਂ ਦੱਸਿਆ ਹੈ, ਜਾਤ ਪਾਤੀ ਸਮਾਜ ਵਿੱਚ ਐਂਡੋਗੇਮੀ ਜਜ਼ਬਾਤੀ ਰੋਕਾਂ ਕਾਰਨ ਕਨੌਰ ਤੇ ਨਿੰਦਣਯੋਗ ਨਹੀਂ ਬਣੀ, ਬਲਕਿ ਇਹ ਜਾਤ ਪਾਤੀ ਦੇ ਕਰੜੇ ਤੇ ਬੇਲਚਕ ਨੇਮਾਂ ਕਾਰਨ ਬਣੀ ਹੈ ਅਤੇ ਇਹ ਕਰੜੇ ਨਿਯਮ ਤੇ ਨੇਮ ਕੇਵਲ ਵਿਆਹ ਦੀ ਸਮੱਸਿਆ ਉੱਤੇ ਲਾਗੂ ਨਹੀਂ ਹੁੰਦੇ। ਇਹਨਾਂ ਨਿਯਮਾਂ ਨੇਮਾਂ ਦਾ ਤਾਣਾ ਖਾਸ ਕਰ ਜਿਸ ਦ੍ਰਿਸ਼ਟੀਕੋਣ ਤੋਂ ਇਹ ਉਪਜਿਆ ਹੈ, ਜਾਤ ਪਾਤੀ ਦੀ ਸਮੁੱਚੀ ਬਣਤਰ ਤੇ ਚਾਲ ਨੂੰ ਲਪੇਟਦਾ ਹੈ। ਮਿਸਾਲ ਦੇ ਤੌਰ ਤੇ ਐਂਡੋਗੇਮੀ ਦੀ ਪ੍ਰਥਾ ਇਸ ਵਿਚਾਰ ਦੀ ਪੈਦਾਵਾਰ ਹੈ ਕਿ ਆਰੀਆ ਖੂਨ ਸ਼ੁੱਧ ਹੁੰਦਾ ਹੈ ਤੇ ਗੈਰ ਆਰੀਆ ਖੂਨ ਅਸ਼ੁੱਧ। ਦੋਵਾਂ ਦੀ ਮਿਲਾਵਟ ਨੂੰ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਆਰੀਆ ਤੇ ਗੈਰ ਆਰੀਆ ਖੂਨ ਬਹੁਤ ਰਲ ਚੁੱਕਾ ਸੀ। ਇਸ ਵਾਸਤੇ ਐਂਡੋਗੇਮੀ ਦੀ ਪ੍ਰਥਾ ਇਸ ਮਿਲਾਵਟ ਨੂੰ ਹੋਰ ਵਧਣੋਂ ਰੋਕਣ ਲਈ ਬਣਾਈ ਗਈ। ਆਰੀਆ ਤੇ ਗੈਰ ਆਰੀਆ ਖੂਨ ਦੇ ਸ਼ੁੱਧ ਤੇ ਅਸ਼ੁੱਧ ਹੋਣ ਦਾ ਸਿਧਾਂਤ ਹੀ ਵੱਖਰੀਆਂ ਜਾਤਾਂ ਦੇ ਇਕੱਠੇ ਬੈਠ ਕੇ ਖਾਣ ਤੇ ਲੱਗੀ ਰੋਕ ਪਿੱਛੇ ਕੰਮ ਕਰਦਾ ਹੈ। ਛੋਹ ਜਾਂ ਵੇਖਣ ਨਾਲ ਹੀ ਭਿੱਟ ਜਾਣ ਦੀ ਭਾਵਨਾ ਪਿੱਛੇ ਵੀ ਇਹੀ ਸਿਧਾਂਤ ਹੈ। ਬਾਵਜੂਦ ਇਸਦੇ ਕਿ ਆਰੀਆ ਲੋਕ ਗੈਰ ਆਰੀਆ ਉੱਤੇ ਨਿਰਭਰ ਸਨ, 1000 ਸਾਲ ਗੁਜ਼ਰ ਜਾਣ ਪਿੱਛੋਂ ਵੀ ਅਛੂਤ ਜਾਤਾਂ ਅਛੂਤ ਹੀ ਰਹੀਆਂ ਕਿਉਂਕਿ ਉਹਨਾਂ ਦਾ ਖੂਨ ਕਿਸੇ ਵੀ ਹਾਲਤ ਵਿੱਚ ਸ਼ੁੱਧ ਨਹੀਂ ਸੀ ਹੋ ਸਕਦਾ। ਇਹ ਲੋਕ ਇਸ ਤਰ੍ਹਾਂ ਸਦੀਵੀ ਤੌਰ ਤੇ ਭਿੱਟੇ ਹੋਏ ਹਨ ਜਿਵੇਂ ਕਿ ਕਿਸੇ ਜਾਦੂ ਕਰਕੇ ਹੋਏ ਹੋਣ। ਉਹਨਾਂ ਦੇ ਕਮਰੇ ਵਿੱਚ ਦਾਖਲ ਹੋਣ ਨਾਲ ਹੀ ਕਮਰੇ ਦੀ ਹਵਾ ਇਤਨੀ ਭਿੱਟ ਜਾਂਦੀ ਹੈ ਕਿ ਉਸ ਵਿੱਚ ਪਈਆਂ ਖਾਣ ਪੀਣ ਦੀਆਂ ਸਭ ਵਸਤੂਆਂ ਨੂੰ ਸੁੱਟਣਾ ਪੈਂਦਾ ਤਾਂ ਕਿ ਜਾਦੂ ਵਰਗਾ ਪਿਆ ਪ੍ਰਭਾਵ ਫੈਲ ਨਾ ਜਾਏ। ਸੂਤਰ ਵੈਦਿਕ ਮੰਤਰ ਇਹ ਕਹਿੰਦੇ ਹਨ ਕਿ ਕਈ ਆਦਮੀਆਂ ਨਾਲ ਇੱਕੇ ਕਤਾਰ ਵਿੱਚ ਬੈਠ ਕੇ ਖਾਣ ਨਾਲ ਭਿੱਟ ਜਾਈਦਾ ਹੈ। ਇਸੇ ਤਰ੍ਹਾਂ ਗੌਤਮ ਹਾਮੀ ਭਰਦਾ ਹੈ ਕਿ ਅਸ਼ੁੱਧ ਇਨਸਾਨ ਆਪਣੀ ਛੋਹ ਨਾਲ ਜਾਂ ਨੇੜੇ ਟੁਕਣ ਨਾਲ ਹੀ ਭਿੱਟ ਨੂੰ ਖਿਲਾਰਦੇ ਹਨ। ਬਾਅਦ ਦੇ ਸਮੇਂ ਵਿੱਚ ਇਹਨਾਂ ਨੇਮਾਂ ਨੂੰ ਵਧਾਇਆ ਗਿਆ ਤੇ ਹੋਰ ਕਰੜਾ ਕੀਤਾ ਗਿਆ। ਮੱਧਯੁਗੀ ਯੂਰਪ ਵਿੱਚ ਵੱਖਰੇ ਦਰਜੇ ਦੇ ਪੇਸ਼ਿਆਂ ਵਿਚਕਾਰ ਵਿਆਹ ਸੰਬੰਧੀ ਕੁਝ ਰੋਕਾਂ ਸਨ, ਪਰ ਇਹ ਰੋਕਾਂ ਧਾਰਮਿਕ ਰੀਤਾਂ ਨੇਮਾਂ ਕਾਰਨ ਨਹੀਂ ਸਨ, ਜਿਵੇਂ ਕਿ ਜਾਤ ਪਾਤ ਵਿੱਚ ਲਾਜ਼ਮੀ ਹੁੰਦੀਆਂ ਹਨ। ਮਾਣ ਵਾਲੇ ਉੱਚੇ ਦਰਜੇ ਦੇ ਲੋਕਾਂ ਦੇ ਦਾਇਰੇ ਵਿੱਚ ਵੀ ਰੀਤੀ ਰਸਮੀ ਰੋਕਾਂ ਉੱਕਾ ਹੀ ਨਹੀਂ ਸਨ, ਪਰ ਇਹ ਰੀਤੀ ਰਸਮੀ ਰੋਕਾਂ ਜਾਤ ਪਾਤੀ ਵਿਤਕਰਿਆਂ ਦੀ ਬੁਨਿਆਦ ਨਾਲ ਸੰਬੰਧ ਰੱਖਦੀਆਂ ਹਨ। ਕਿਸੇ ਆਪਣੀ ਹੀ ਜਾਤ ਦੇ ਅੰਦਰ ਵਿਆਹ ਕਰਨ ਦੀ ਪ੍ਰਥਾ ਅਤੇ ਇਕੱਠੇ ਭੋਜਨ ਕਰਨ ਦੀਆਂ ਰੋਕਾਂ ਉੱਤੇ ਜਿਤਨੀ ਸਖਤੀ ਨਾਲ ਪੇਸ਼ਿਆਂ ਤੇ ਕਿੱਤਿਆਂ ਨਾਲ ਸੰਬੰਧ ਰੱਖਣ ਵਾਲੀਆਂ ਜਾਤਾਂ ਵਰਤੋਂ ਕਰਦੀਆਂ, ਹੋਰ ਜਾਤਾਂ ਇਤਨੀ ਸਖਤੀ ਨਾਲ ਨਹੀਂ ਕਰਦੀਆਂ ਅਤੇ ਉਪਰੋਕਤ ਪ੍ਰਥਾ ਤੇ ਰੋਕਾਂ ਦੀ ਵਰਤੋਂ ਕੇਵਲ ਉੱਚੀਆਂ ਤੇ ਨੀਵੀਆਂ ਜਾਤਾਂ ਵਿਚਕਾਰ ਅਮਲ ਵਿੱਚ ਹੀ ਨਹੀਂ ਆਉਂਦੀ। ਅਸ਼ੁੱਧ ਜਾਤਾਂ ਵੀ ਆਪਣੀ ਜਾਤ ਤੋਂ ਬਾਹਰਲੀਆਂ ਜਾਤਾਂ ਨਾਲ ਮੇਲ ਕਾਰਨ ਭਿੱਟੇ ਜਾਣ ਤੋਂ ਉਤਨਾ ਹੀ ਡਰਦੀਆਂ ਹਨ ਜਿਤਨੀਆਂ ਉੱਚੀਆਂ ਜਾਤਾਂ। ਇਸ ਤੋਂ ਇਹ ਪੱਕੀ ਤਰ੍ਹਾਂ ਸਾਬਤ ਹੁੰਦਾ ਹੈ ਕਿ ਜਾਤਾਂ ਵਿਚਕਾਰ ਵਿਤਕਰੇ ਸਮਾਜਿਕ ਕਾਰਨਾਂ ਕਰਕੇ ਨਹੀਂ, ਇਹ ਰੀਤੀ ਰਸਮਾਂ ਕਾਰਨਾਂ ਕਰਕੇ ਹਨ। ਇਹ ਰੀਤੀ ਰਸਮੀ ਕਾਰਨਾਂ ਦੀ ਬੁਨਿਆਦ ਉਹ ਛੂਤ ਛਾਤ ਦਾ ਰਵੱਈਆ ਹੈ ਜੋ ਪੁਰਾਤਨ ਵਸਨੀਕਾਂ ਅਤੇ ਅਛੂਤਾਂ ਵੱਲ ਧਾਰਨ ਕੀਤਾ ਗਿਆ। ਅੱਡ ਜਾਤਾਂ ਵਿਚਕਾਰ ਵਿਆਹਾਂ, ਇਕੱਠੇ ਭੋਜਨ ਖਾਣ ਤੇ ਛੋਹ ਤੇ ਭਿੱਟ ਵਗੈਰਾ ਦੀਆਂ ਰੋਕਾਂ ਦੀ ਬੁਨਿਆਦ ਇੱਕੋ ਹੀ ਹੈ। ਉੱਪਰਲੇ ਸਾਰੇ ਤੱਥ ਇਸ ਹਕੀਕਤ ਨੂੰ ਸਪਸ਼ਟ ਕਰਦੇ ਹਨ ਕਿ ਜਾਤ ਪਾਤ ਦੀ ਨੀਂਹ ਉਹ ਰੀਤੀ ਰਸਮੀ ਅਤੇ ਜਾਦੂ ਭਰੇ ਵਹਿਮ ਜਾਂ ਯਕੀਨ ਹਨ ਜੋ ਜਾਤਾਂ ਵਿਚਕਾਰ ਵਿਆਹ, ਖਾਣ ਪੀਣ, ਭਿੱਟ ਆਦਿ ਉੱਤੇ ਲਾਗੂ ਹਨ, ਜੋ ਜਾਤਾਂ ਦੇ ਵਿਚਕਾਰ ਵਿਤਕਰੇ ਪਾਉਂਦੇ ਹਨ। ਜਾਤ ਪਾਤੀ ਪ੍ਰਬੰਧ ਧਰਮ ਅਤੇ ਰੀਤਾਂ ਰਸਮਾਂ ਨਾਲ ਇਸ ਹੱਦ ਤੱਕ ਬੱਝਿਆ ਹੋਇਆ ਹੈ ਕਿ ਇਸ ਦੀ ਛੋਟੀ ਤੋਂ ਛੋਟੀ ਮਿਸਾਲ ਵੀ ਹੋਰ ਕਿਧਰੇ ਨਹੀਂ ਮਿਲਦੀ। ਜਾਤਾਂ ਦਾ ਆਪਸ ਵਿੱਚ ਭਰਾਤਰੀ ਭਾਵ ਅਸੰਭਵ ਰਿਹਾ ਅਤੇ ਹੁਣ ਵੀ ਹੈ, ਕਿਉਂਕਿ ਜਾਤ ਪਾਤ ਦੀ ਬਣਤਰ ਦਾ ਹੀ ਇਹ ਅਸੂਲ ਹੈ ਕਿ ਜਾਤਾਂ ਵਿੱਚ ਇਕੱਠੇ ਮਿਲ ਕੇ ਖਾਣ ਦੇ ਵਿਰੁੱਧ ਨਾ ਤੋੜੀਆਂ ਜਾ ਸਕਣ ਵਾਲੀਆਂ ਰੀਤੀ ਰਸਮੀ ਕੰਧਾਂ ਹੋਣ। ਐੜਾ ਦੂਜੀਆਂ ਸਮਾਜਾਂ ਵਿੱਚ ਰੋਕਾਂ। ਇੱਕ ਹੋਰ ਧਿਆਨ ਵਿੱਚ ਰੱਖਣ ਵਾਲਾ ਨੁਕਤਾ ਇਹ ਹੈ ਕਿ ਇੱਕ ਦੂਜੇ ਨਾਲ ਮੇਲ ਨਾ ਰੱਖਣ ਵਾਲੇ ਗਰੁੱਪਾਂ ਵਿਚਕਾਰ ਵਿਆਹ ਸ਼ਾਦੀ ਸੰਬੰਧੀ ਰੋਕਾਂ ਕੇਵਲ ਜਾਤ ਪਾਤੀ ਵਾਲੀਆਂ ਹੀ ਨਹੀਂ ਹੁੰਦੀਆਂ, ਹੋਰ ਕਿਸਮ ਦੀਆਂ ਵੀ ਹਨ। ਜਿਹੜੇ ਸਮਾਜਾਂ ਵਿੱਚ ਜਾਤ ਪਾਤ ਨਹੀਂ, ਉੱਥੇ ਵੀ ਵਿਆਹਾਂ ਬਾਰੇ ਕਈ ਤਰ੍ਹਾਂ ਦੇ, ਜਿਵੇਂ ਸਿਹਤ, ਸੁੰਦਰਤਾ,
रंग, नस्ल, जमात वगैरह नाल संबंध रखदे वितकरे हैं। दूजे शब्दां विच एंडोगेमी प्रथा दे हेठ जात पाती वितकरियां तो इलावा ਉਹ वितकरे भी हैं जो उन्हां समाजां विच ही हैं जिथे जात पात नहीं। इस तो दो नतीजे निकलते हैं। पहला यह कि केवल जात दे अंदर ही विआह करन दी प्रथा नूं खत्म करन नाल आपस विच ना मेल रखण वाले ग्रुपां जां जमातां विचकार विआह शादी संबंधी वितकरियां दी समस्या हल नहीं हुंदी। दूजा यह कि जिथे जात पात नहीं उत्थे समाजां विच भी ग्रुपां जां जमातां विचकार विआह संबंधी वितकरियां नूं हटाउण दी समस्या बहुत कठिन है, क्योंकि विआह दा मसला बिल्कुल एक ही जाती मामला है अते इस नाल मानवी सुभाਅ ते रुचियां जुड़ियां हुंदियां हन। इस करके विआह दे संबंधां नूं कोई भी समर्थ नेमां जां कायदिਆਂ राहीं नहीं ढालिया जा सकदा। जात पाती प्रबंध ਵੱਲੋਂ ਵਿਆਹ ਤੇ ਲਾਈਆਂ ਰੋਕਾਂ ਤੋਂ ਇਲਾਵਾ ਹੋਰ ਕਿਸੇ ਸਮਾਜ ਨੇ ਵੱਖਰੇ ਵੱਖਰੇ ਗਰੁੱਪਾਂ ਤੇ ਜਮਾਤਾਂ ਵਿਚਕਾਰ ਵਿਆਹਾਂ ਨੂੰ ਨੇਮਬੱਧ ਕਰਨ ਦੀ ਕਾਮਯਾਬ ਕੋਸ਼ਿਸ਼ ਨਹੀਂ ਕੀਤੀ। ਇਸੇ ਕਾਰਨ ਪਲੇਟੋ ਵੱਲੋਂ ਇਸ ਸੰਬੰਧ ਵਿੱਚ ਦਿੱਤੇ ਗਏ ਸੁਝਾਅ ਇੱਕ ਫਿਲਾਸਫਰ ਦੇ ਦਿਮਾਗ ਦੀ ਭਟਕਣਾ ਤੱਕ ਸੀਮਤ ਰਹੇ। ਥਿਓਡੋਸੀ ਜ਼ਾਬਤੇ ਨਾਲ ਰੋਮ ਵਿੱਚ ਵਿਆਹਾਂ ਨੂੰ ਨੇਮਬੱਧ ਕਰਨ ਦੀ ਕੋਸ਼ਿਸ਼ ਬੁਰੀ ਤਰ੍ਹਾਂ ਨਾਕਾਮਯਾਬ ਰਹੀ। ਇਸੇ ਕਾਰਨ ਹੀ ਸੰਯੁਕਤ ਰਾਜ ਅਮਰੀਕਾ ਜਾਂ ਹੋਰ ਮੁਲਕਾਂ ਵਿੱਚ ਗੋਰਿਆਂ ਤੇ ਕਾਲਿਆਂ ਵਿਚਕਾਰ ਨਸਲੀ ਸਮੱਸਿਆ ਲਗਾਤਾਰ ਅਣਸੁਲਝਾਈ ਬਣੀ ਹੋਈ ਹੈ। ਵਿਆਹ ਬਾਰੇ ਆਮ ਪ੍ਰਚਲਿਤ ਵਿਤਕਰਿਆਂ ਉੱਤੇ ਵਿਆਹ ਸੰਬੰਧੀ ਜਾਤ ਪਾਤੀ ਵਿਤਕਰਿਆਂ ਦੇ ਠੋਸੇ ਜਾਣ ਨੇ ਇਸ ਸਮੱਸਿਆ ਨੂੰ ਦੁੱਗਣਾ ਗੁੰਝਲਦਾਰ ਬਣਾ ਦਿੱਤਾ ਹੈ। ਈਡੀ ਸਿੱਖ ਲਹਿਰ ਦਾ ਨਜ਼ਰੀਆ। ਇਸ ਮਾਮਲੇ ਸੰਬੰਧੀ ਸਿੱਖ ਗੁਰੂਆਂ ਦਾ ਪੈਂਤੜਾ ਸਪਸ਼ਟ ਹੈ। ਜਦੋਂ ਮੁਕਤਿਆਂ ਅਨੰਦਪੁਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੰਨੇ ਪ੍ਰਮੰਨੇ ਸਿੱਖ ਨੇ ਜਾਤਾਂ ਵਿਚਕਾਰ ਵਿਆਹ ਦੀ ਖੁੱਲ੍ਹ ਦੀ ਤਜਵੀਜ਼ ਪੇਸ਼ ਕੀਤੀ ਤਾਂ ਦੂਜੇ ਸਿੱਖਾਂ ਨੇ ਇਸ ਰਾਹ ਤੇ ਚੱਲਣ ਦੀ ਖੁੱਲ੍ਹੇ ਤੌਰ ਉੱਤੇ ਅਸਮਰਥਾ ਜ਼ਾਹਿਰ ਕਰ ਦਿੱਤੀ। ਮਾਮਲਾ ਗੁਰੂ ਜੀ ਦੇ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਦਾ ਬਚਨ ਹੋਇਆ, ਚਾਰੇ ਬਰਨ ਏਕੇ ਭਾਈ, ਗੁਰੂ ਕਾ ਨਾਤਾ ਚੌਂ ਵਰਨਾਂ ਨੂੰ ਸਾਂਝਾ ਇੱਕੋ ਜਿਹਾ ਹੈ, ਇਸ ਵਿੱਚ ਵਿਕਲਪ ਨਾ ਹੀ ਕੋਏ। ਬਚਨ ਹੋਇਆ, ਮੁਕਤੇ ਮੇਰੇ ਪ੍ਰਾਣ ਇਹ ਕਰਨ ਸੋ ਪ੍ਰਵਾਨ। ਜਾਤ ਪਾਤ, ਜਿਸ ਨੂੰ ਪ੍ਰੋਫੈਸਰ ਬਾਰਟਲੈਟ ਹਿੰਦੂ ਸੱਭਿਆਚਾਰ ਦੀ ਗੁੰਝਲਦਾਰ ਘੁੰਡੀ ਕਹਿੰਦਾ ਹੈ, ਉੱਤੇ ਜੇ ਕੋਈ ਸਿੱਧਾ ਹਮਲਾ ਕਰਕੇ ਸੁਧਾਰਨ ਦਾ ਯਤਨ ਕੀਤਾ ਜਾਏ ਤਾਂ ਇਸ ਦਾ ਸਿੱਟਾ ਗਾਲਬਨ ਇਹ ਨਿਕਲੇਗਾ ਕਿ ਸੁਧਾਰ ਦਾ ਵਿਰੋਧ ਹੋਰ ਕਰੜਾ ਹੋ ਜਾਵੇਗਾ ਤੇ ਝਗੜਾ ਖੜਾ ਹੋ ਜਾਵੇਗਾ। ਸੁਧਾਰਕਾਂ ਲਈ ਉਚਿਤ ਇਹ ਹੈ ਕਿ ਉਹ ਪਹਿਲੋਂ ਇਸ ਸੱਭਿਆਚਾਰ ਦੀਆਂ ਨਰਮ ਜੜ੍ਹਾਂ ਨੂੰ ਵੱਢਣ ਦਾ ਨਿਸ਼ਾਨਾ ਬਣਾਉਣ ਤਾਂ ਕਿ ਇਹ ਸਖਤ ਐਂਡੋਗੇਮੀ ਜੜ ਇਕੱਲੀ ਰਹਿ ਜਾਣ ਕਰਕੇ ਕਮਜ਼ੋਰ ਹੋ ਜਾਏ। ਸ਼ਾਇਦ ਇਸੇ ਗੱਲ ਨੂੰ ਮੁੱਖ ਰੱਖਦਿਆਂ ਮਹਾਤਮਾ ਗਾਂਧੀ ਨੇ ਨੀਵੀਆਂ ਜਾਤਾਂ ਨੂੰ ਸਲਾਹ ਦਿੱਤੀ ਕਿ ਉਹ ਹਿੰਦੂ ਮੰਦਰਾਂ ਵਿੱਚ ਦਾਖਲ ਹੋਣ ਦਾ ਹੱਕ ਮਨਵਾਉਣ ਲਈ ਮੰਦਰਾਂ ਵਿੱਚ ਜ਼ਬਰਦਸਤੀ ਦਾਖਲ ਨਾ ਹੋਣ, ਕਿਉਂਕਿ ਰੱਬ ਉਹਨਾਂ ਦੇ ਦਿਲਾਂ ਵਿੱਚ ਵਸਦਾ ਹੈ। ਜੇ 20ਵੀਂ ਸਦੀ ਵਿੱਚ ਇਹ ਸੰਭਲ ਕੇ ਚੱਲਣ ਵਾਲਾ ਰਵੱਈਆ ਧਾਰਨ ਕਰਨ ਦੀ ਆਵਸ਼ਕਤਾ ਸੀ ਤਾਂ ਸਿੱਖ ਗੁਰੂਆਂ ਦੇ ਸਮੇਂ ਤਾਂ ਇਸ ਦੀ ਹੋਰ ਵੀ ਵਧੇਰੇ ਲੋੜ ਸੀ। ਉਹਨਾਂ ਨੂੰ ਅਜਿਹੇ ਕਦਮ ਚੁੱਕਣ ਤੋਂ ਗੁਰੇਜ਼ ਕਰਨਾ ਪਿਆ ਜਿਸ ਨਾਲ ਲਹਿਰ ਦੇ ਮੁੱਖ ਮੰਤਵ ਹਾਸਲ ਕਰਨੇ ਹੀ ਕਠਿਨ ਹੋ ਜਾਣ। ਗੁਰੂ ਕੇਵਲ ਖਿਆਲੀ ਦੁਨੀਆ ਦੇ ਵਾਸੀ ਨਹੀਂ ਸਨ ਜੋ ਬਿਨਾਂ ਅਮਲੀ ਸਿੱਟਿਆਂ ਦੀ ਪਰਵਾਹ ਕਰਦਿਆਂ ਇਹ ਫੋਕਾ ਆਦਰਸ਼ਕ ਐਲਾਨ ਕਰਕੇ ਸੰਤੁਸ਼ਟ ਰਹਿੰਦੇ। ਉਹ ਕਿਸੇ ਹਵਾਈ ਤੇ ਧੁੰਦਲੇ ਸਿਧਾਂਤ ਨਾਲ ਬੱਝ ਕੇ ਅਮਲੀ ਦੁਨੀਆ ਤੋਂ ਅਲੱਗ ਥਲੱਗ ਹੋ ਕੇ ਬੈਠੇ ਰਹਿਣਾ ਨਹੀਂ ਸਨ ਚਾਹੁੰਦੇ। ਉਹ ਇੱਕ ਲਹਿਰ ਦੇ ਆਗੂ ਸਨ, ਭਾਵੇਂ ਉਹ ਆਪਣੇ ਨਿਸ਼ਾਨਿਆਂ ਤੋਂ ਇੱਕ ਪਲ ਵੀ ਜੁਦਾ ਨਹੀਂ ਹੋਏ ਅਤੇ ਆਪਣੇ ਨਿਸ਼ਾਨਿਆਂ ਵਾਸਤੇ ਉਹਨਾਂ ਆਪਣੀਆਂ ਜਾਨਾਂ ਦੇ ਦਿੱਤੀਆਂ, ਪਰ ਉਹਨਾਂ ਲਈ ਜ਼ਰੂਰੀ ਸੀ ਕਿ ਹਰ ਚੁੱਕੇ ਜਾਣ ਵਾਲੇ ਕਦਮ ਦੇ ਸਮੁੱਚੀ ਲਹਿਰ ਦੀ ਕਿਸਮਤ ਉੱਤੇ ਪੈ ਸਕਣ ਵਾਲੇ ਅਸਰਾਂ ਦਾ ਜਾਇਜ਼ਾ ਲੈਣ। ਲਹਿਰ ਦੇ ਆਗੂ ਹੋਣ ਦੀ ਹੈਸੀਅਤ ਵਿੱਚ ਉਹ ਲਹਿਰ ਲਈ ਅਮਲੀ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸ ਲਈ ਜ਼ਰੂਰੀ ਸੀ ਕਿ ਉਹ ਆਪਣੇ ਪੈਰੋਕਾਰਾਂ ਦੀ ਵੱਡੀ ਗਿਣਤੀ ਨੂੰ ਆਪਣੇ ਨਾਲੋਂ ਵਿਛੜਨ ਨਾ ਦੇਣ। ਨਾਲ ਹੀ ਇਸ ਗੱਲ ਦੀ ਜ਼ਰੂਰਤ ਸੀ ਕਿ ਉਹਨਾਂ ਦੇ ਪੈਰੋਕਾਰ ਪੂਰੇ ਜੋਸ਼ ਨਾਲ ਲਹਿਰ ਵਿੱਚ ਹਿੱਸਾ ਲੈਣ। ਜ਼ਾਹਰ ਹੈ ਕਿ ਇਹਨਾਂ ਗੱਲਾਂ ਨੂੰ ਨਜ਼ਰ ਵਿੱਚ ਰੱਖਦਿਆਂ ਕੋਈ ਵੀ ਅਜਿਹਾ ਕਦਮ ਨਹੀਂ ਸੀ ਚੁੱਕਿਆ ਜਾ ਸਕਦਾ ਜਿਸ ਨਾਲ ਮੁੱਖ ਸਮੱਸਿਆ ਖੁੱਡੇ ਜਾ ਲੱਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸ ਕੱਟਣ ਦੀ ਮਨਾਹੀ ਕੀਤੀ, ਪਰ ਹਿੰਦੂਆਂ ਵਿੱਚ ਇੱਕ ਖਾਸ ਉਮਰ ਤੇ ਜਾ ਕੇ ਕੇਸ ਕੱਟਣ ਦੀ ਰਸਮ ਹੈ ਜਿਸ ਨੂੰ ਭੱਦਣ ਦੀ ਰਸਮ ਕਹਿੰਦੇ ਸਨ। ਕੁਝ ਸਿੱਖਾਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਇਹ ਰਸਮ ਛੱਡ ਦਿੱਤੀ ਤੇ ਕੁਝ ਇਸ ਨਾਲ ਬੱਝੇ ਰਹੇ।
इस करके ਵੱਖ-ਵੱਖ ਥਾਵਾਂ ਦੇ ਸਿੱਖਾਂ ਵਿੱਚ ਇਸ ਮਾਮਲੇ ਬਾਰੇ ਖੁੱਲ੍ਹੇ ਮਤਭੇਦ ਹੋ ਗਏ ਸਨ, ਬਲਕਿ ਪਾੜੇ ਪੈ ਗਏ। ਜੇ ਇਹੋ ਜਿਹੇ ਛੋਟੇ ਮਾਮਲੇ ਤੇ ਹੀ ਵੱਡੇ ਪਾੜੇ ਪੈ ਸਕਦੇ ਹਨ ਤਾਂ ਲਹਿਰ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਸਾਹਿਬ ਜਾਤਾਂ ਵਿਚਕਾਰ ਵਿਆਹਾਂ ਉੱਤੇ ਜ਼ੋਰ ਦੇ ਕੇ ਲਹਿਰ ਦੇ ਭਵਿੱਖ ਨੂੰ ਹੀ ਜੋਖੋਂ ਵਿੱਚ ਨਹੀਂ ਸਨ ਪਾ ਸਕਦੇ। ਕੇਵਲ ਜਾਤ ਪਾਤ ਨੂੰ ਖਤਮ ਕਰਨਾ ਹੀ ਸਿੱਖ ਲਹਿਰ ਦਾ ਮੁੱਖ ਮਨੋਰਥ ਨਹੀਂ ਸੀ, ਇਸ ਦੇ ਹਾਕਮਾਂ ਦੇ ਧਾਰਮਿਕ ਤੇ ਸਿਆਸੀ ਜ਼ੁਲਮਾਂ ਦੇ ਖਿਲਾਫ ਵੀ ਲੜਨਾ ਸੀ। ਜਦੋਂ ਮੁਗਲ ਹਾਕਮਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਤਾਂ ਇਸ ਦੂਸਰੇ ਨਿਸ਼ਾਨੇ ਨੂੰ ਪਹਿਲੋਂ ਪੂਰਾ ਕਰਨਾ ਹੋਰ ਵੀ ਬਹੁਤ ਜ਼ਰੂਰੀ ਹੋ ਗਿਆ। ਸਿੱਖ ਲਹਿਰ ਦੀ ਸਾਰੀ ਭਰਤੀ ਜਾਤ ਪਾਤੀ ਸਮਾਜ ਵਿੱਚੋਂ ਬਣੇ ਸਿੱਖਾਂ ਤੋਂ ਹੁੰਦੀ ਸੀ, ਇਸ ਕਰਕੇ ਸਿੱਖ ਲਹਿਰ ਆਪਣੀ ਭਰਤੀ ਦੇ ਸੌਮੇ ਨਾਲੋਂ ਕਤਈ ਟੁੱਟ ਨਹੀਂ ਸੀ ਸਕਦੀ। ਅਜਿਹਾ ਕਰਨ ਨਾਲ ਲਹਿਰ ਦੇ ਤਿੰਨਾਂ ਨਿਸ਼ਾਨਿਆਂ ਵਿੱਚੋਂ ਕੋਈ ਵੀ ਪੂਰਾ ਨਾ ਕੀਤਾ ਜਾ ਸਕਦਾ। ਨਾ ਜਾਤ ਪਾਤੀ ਸਮਾਜ ਤੋਂ ਬਾਹਰ ਕੋਈ ਸਮਾਜ ਬਣ ਸਕਦਾ ਤੇ ਨਾ ਹੀ ਧਾਰਮਿਕ ਤੇ ਸਿਆਸੀ ਜਬਰ ਨੂੰ ਸਫਲਤਾ ਨਾਲ ਵੰਗਾਰਿਆ ਜਾ ਸਕਦਾ ਅਤੇ ਨਾ ਹੀ ਜਨਤਾ ਦੇ ਹੱਥ ਰਾਜਸੀ ਤਾਕਤ ਲੈਣ ਦਾ ਨਿਸ਼ਾਨਾ ਪੂਰਾ ਹੋ ਸਕਦਾ। ਸਿੱਖ ਗੁਰੂਆਂ ਤੇ ਸਿੱਖ ਲਹਿਰ ਦਾ ਜਾਤ ਪਾਤ ਵਿਰੋਧੀ ਪੈਂਤੜਾ ਇਸ ਪ੍ਰਸੰਗ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਕਿਸੇ ਵੀ ਸਮਾਜਵਾਦੀ ਜਾਂ ਕਮਿਊਨਿਸਟ ਲਹਿਰ ਨੇ ਭਿੰਨ-ਭਿੰਨ ਜਮਾਤਾਂ ਵਿਚਕਾਰ ਵਿਆਹ ਦੇ ਮਸਲੇ ਨੂੰ ਆਪਣਾ ਮੁੱਖ ਪੈਂਤੜਾ ਬਣਾਉਣ ਬਾਰੇ ਸੋਚਿਆ ਵੀ ਨਹੀਂ। ਉਹ ਸਮਝਦੇ ਹਨ ਕਿ ਵਿਆਹਾਂ ਬਾਰੇ ਮਾਨਵੀ ਵਿਤਕਰੇ ਜਮਾਤੀ ਭੇਦਾਂ ਦੇ ਖਤਮ ਹੋਣ ਨਾਲ ਖੁਦ ਬ ਖੁਦ ਖਤਮ ਹੋ ਜਾਣਗੇ। ਇਸੇ ਤਰ੍ਹਾਂ ਗੁਰੂਆਂ ਨੇ ਜਾਤ ਪਾਤ ਦੇ ਬੁਨਿਆਦੀ ਸਿਧਾਂਤਾਂ ਤੇ ਹਮਲਾ ਕੀਤਾ। ਉਹਨਾਂ ਜਾਤ ਪਾਤੀ ਰੁਤਬੇ ਦੀ ਚੇਤਨਤਾ ਤੇ ਜਾਤਾਂ ਵਿਚਕਾਰ ਰੀਤਾਂ ਰਸਮਾਂ ਦੀਆਂ ਰੋਕਾਂ ਜੋ ਜਾਤ ਪਾਤ ਦੀਆਂ ਜੜ੍ਹਾਂ ਹਨ ਦੇ ਖਿਲਾਫ ਮੁਹਿੰਮ ਚਲਾਈ। ਉਹਨਾਂ ਨੂੰ ਆਸ ਸੀ ਕਿ ਜਾਤ ਪਾਤੀ ਰੀਤਾਂ ਰਸਮਾਂ ਦੇ ਵਹਿਮ ਖਤਮ ਹੋਣ ਨਾਲ ਵਿਆਹ ਸੰਬੰਧੀ ਰੋਕਾਂ ਵੀ ਸਮਾਂ ਪਾ ਕੇ ਆਪਣੇ ਆਪ ਖਤਮ ਹੋ ਜਾਣਗੀਆਂ। ਉਹ ਸਿਆਸੀ ਚੈਲੰਜ ਦਾ ਮੁਕਾਬਲਾ ਕਰਨ ਨੂੰ ਪਹਿਲ ਦਿੰਦੇ ਸਨ ਅਤੇ ਨਹੀਂ ਸਨ ਚਾਹੁੰਦੇ ਕਿ ਲਹਿਰ ਕਿਸੇ ਖੁੱਡੇ ਲਾਈਨ ਜਾ ਲੱਗੇ। ਦੂਸਰੇ, ਜਿਵੇਂ ਪਹਿਲਾਂ ਵੀ ਦੱਸਿਆ ਗਿਆ ਹੈ, ਸਿੱਖ ਗੁਰੂ ਆਪਣੀ ਲਹਿਰ ਨੂੰ ਉਸ ਪਨੀਰੀ ਤੋਂ ਨਿਖੇੜਨਾ ਨਹੀਂ ਚਾਹੁੰਦੇ ਸੀ ਜਿੱਥੋਂ ਇਸ ਦੀ ਭਰਤੀ ਹੁੰਦੀ ਸੀ। ਇਹ ਨੁਕਤਾ 2 ਮਿਸਾਲਾਂ ਤੋਂ ਸਪਸ਼ਟ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਸੰਸਥਾ ਸ਼ੁਰੂ ਕੀਤੀ। ਲੰਗਰ ਵਿੱਚ ਸਾਰੀਆਂ ਜਾਤਾਂ ਤੇ ਮਤਾਂ ਦੇ ਲੋਕ ਇਕੱਠਾ ਬੈਠ ਕੇ ਖਾਂਦੇ ਸਨ। ਜਾਤ ਪਾਤੀ ਰੀਤ ਰਸਮੀ ਰੋਕਾਂ ਨੂੰ ਤੋੜਨ ਲਈ ਇਹ ਇੱਕ ਵੱਡਾ ਕਦਮ ਸੀ। ਗੁਰੂ ਅਮਰਦਾਸ ਜੀ ਨੇ ਇਸ ਪ੍ਰੋਗਰਾਮ ਨੂੰ ਨੇਮਬੱਧ ਕੀਤਾ ਕਿ ਲੰਗਰ ਵਿੱਚ ਭੋਜਨ ਛਕੇ ਬਿਨਾਂ ਉਹਨਾਂ ਦੇ ਕੋਈ ਦਰਸ਼ਨ ਨਹੀਂ ਸੀ ਕਰ ਸਕਦਾ। ਜਾਪਦਾ ਹੈ ਕਿ ਇਹ ਪ੍ਰੋਗਰਾਮ ਪਹਿਲੋਂ ਇੱਕਦਮ ਲਾਗੂ ਨਹੀਂ ਸੀ ਕੀਤਾ ਜਾ ਸਕਦਾ ਕਿਉਂਕਿ ਲੋਕਾਂ ਨੂੰ ਸਿੱਖਿਆ ਦੇ ਕੇ ਐਸੇ ਰੀਤ ਰਸਮੀ ਵਹਿਮਾਂ ਤੇ ਯਕੀਨ ਜਿਨ੍ਹਾਂ ਮੁਤਾਬਕ ਦੂਜੀ ਜਾਤ ਦੇ ਆਦਮੀ ਦੀ ਨਜ਼ਰ ਦੇ ਸਾਹਮਣੇ ਭੋਜਨ ਵੀ ਨਹੀਂ ਸੀ ਖਾਧਾ ਜਾ ਸਕਦਾ ਤੋਂ ਹੌਲੀ-ਹੌਲੀ ਹਟਾਉਣ ਲਈ ਸਮਾਂ ਚਾਹੀਦਾ ਸੀ। ਬੰਗਾਲ ਵਿੱਚ 1866 ਦੇ ਕਾਲ ਸਮੇਂ ਲੋਕਾਂ ਨੂੰ ਭੁੱਖ ਤੋਂ ਮਜਬੂਰ ਹੋ ਕੇ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਭੋਜਨ ਅਸਥਾਨਾਂ ਵਿੱਚ ਭੋਜਨ ਖਾਣਾ ਪਿਆ। ਉਹਨਾਂ ਨੇ ਚਾਕ ਨਾਲ ਮੇਜ਼ਾਂ ਦੇ ਦੁਆਲੇ ਲਕੀਰਾਂ ਖਿੱਚ ਕੇ ਚਿੰਨ੍ਹ ਵਜੋਂ ਵੱਖਰੇ-ਵੱਖਰੇ ਓਲੇ ਬਣਾ ਲਏ ਅਤੇ ਕਈ ਹੋਰ ਇਹੋ ਜਿਹੇ ਢੰਗ ਵਰਤੇ। ਦੂਸਰੀ ਮਿਸਾਲ ਹੈ, ਜਦੋਂ ਆਲਮ ਸਿੰਘ ਦਾ ਜਨੇਊ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਉਤਾਰਿਆ, ਉਦੋਂ ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਉਸ ਨੂੰ ਜਾਤ ਪਾਤੀ ਸਮਾਜ ਵੱਲ ਮੁੜਨ ਤੋਂ ਰੋਕਣ ਵਾਸਤੇ ਇਹ ਜ਼ਰੂਰੀ ਹੈ। ਪਰ ਗੁਰੂ ਸਾਹਿਬ ਨੇ ਆਪਣੇ ਹੀ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਕਿਸੇ ਨੂੰ ਨਾ ਜਨੇਊ ਪਹਿਨਣ ਤੋਂ ਰੋਕਿਆ ਜਾਵੇ ਤੇ ਨਾ ਹੀ ਤਿਆਗਣ ਤੋਂ। ਜਾਤਾਂ ਵਿਚਕਾਰ ਵਿਆਹਾਂ ਬਾਰੇ ਵੀ ਗੁਰੂ ਜੀ ਦਾ ਇਹੋ ਦ੍ਰਿਸ਼ਟੀਕੋਣ ਸੀ। ਮੁਕਤਿਆਂ ਦੀ ਸਲਾਹ ਨੂੰ ਮਨਜ਼ੂਰੀ ਦਿੰਦਿਆਂ ਵੀ ਉਹਨਾਂ ਨੇ ਜਾਤਾਂ ਵਿਚਕਾਰ ਵਿਆਹਾਂ ਬਾਰੇ ਨਿਰਦੇਸ਼ ਨਹੀਂ ਦਿੱਤਾ ਤੇ ਨਾ ਹੀ ਇਸ ਤੇ ਜ਼ੋਰ ਪਾਇਆ। ਇਸ ਨੂੰ ਅਮਲੀ ਜਾਮਾ ਪਹਿਨਾਉਣਾ ਸਿੱਖਾਂ ਉੱਤੇ ਛੱਡ ਦਿੱਤਾ। ਤੀਜਾ, ਇਸਤਰੀ ਜਾਤੀ ਦਾ ਰੁਤਬਾ। ਸਿੱਖ ਲਹਿਰ ਦੇ ਬਰਾਬਰੀ ਲਿਆਉਣ ਲਈ ਵੱਡੇ ਦਾਇਰੇ ਵਾਲੇ ਨਿਸ਼ਾਨੇ ਸਨ। ਸਮੁੱਚੇ ਤੌਰ ਤੇ ਇਸਤਰੀ ਜਾਤ ਦੇ ਦਰਜੇ ਨੂੰ ਉੱਚਾ ਕਰਨਾ ਇਸ ਲਹਿਰ ਦੇ ਪ੍ਰੋਗਰਾਮ ਦਾ ਜ਼ਰੂਰੀ ਹਿੱਸਾ ਸੀ। ਜਾਤ ਪਾਤੀ ਵਿਚਾਰਧਾਰਾ ਨੇ ਉਸ ਜਾਤ ਦੀਆਂ ਇਸਤਰੀਆਂ ਨੂੰ ਵੀ ਨੀਵਾਂ ਸਮਾਜੀ ਦਰਜਾ ਦਿੱਤਾ ਹੋਇਆ ਸੀ। ਕਈ ਹਾਲਾਤਾਂ ਵਿੱਚ ਤਾਂ ਉਹਨਾਂ ਨੂੰ ਸ਼ੂਦਰ ਦੇ ਬਰਾਬਰ ਸਮਝਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰੂ ਅਮਰਦਾਸ ਜੀ ਨੇ ਪਰਦੇ ਤੇ ਸਤੀ ਦੀ ਰਸਮ ਖਤਮ ਕਰ ਦਿੱਤੀ ਅਤੇ ਜੋ 22 ਮੰਜੀਆਂ ਸਥਾਪਿਤ ਕੀਤੀਆਂ, ਉਹਨਾਂ ਵਿੱਚੋਂ ਕੁਝ ਦੀਆਂ ਮੁਖੀ ਇਸਤਰੀਆਂ ਵੀ ਸਨ। ਸਿੱਖਾਂ ਦੇ ਇੱਕ ਸਮੇਂ ਦੇ ਸਭ ਤੋਂ ਮੁਖੀ ਲੀਡਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਦੀਵਾਨਾਂ ਵਿੱਚ ਕੀਰਤਨ ਕਰਦੀ ਹੁੰਦੀ ਸੀ। ਸਰਦਾਰ ਸੁੱਖਾ ਸਿੰਘ, ਜੋ ਪਿੱਛੋਂ ਛੋਟੇ ਘੱਲੂਘਾਰੇ ਵਿੱਚ ਕਮਾਂਡਰ ਸਨ,
ਖਾਲਸੇ ਵਿੱਚ ਇੱਕ ਸਮੇਂ ਇਸ ਲਈ ਛੇਕੇ ਗਏ ਕਿਉਂਕਿ ਸ਼ੱਕ ਸੀ ਕਿ ਉਹਨਾਂ ਨੇ ਜਾਂ ਉਹਨਾਂ ਦੀ ਪਤਨੀ ਨੇ ਕੰਨਿਆ ਹੱਤਿਆ ਕਰਕੇ ਸਿੱਖਾਂ ਦੀ ਰਵਾਇਤ ਨੂੰ ਧੱਬਾ ਲਾਇਆ। ਇਸਤਰੀ ਜਾਤੀ ਦਾ ਜੋ ਸਿੱਖ ਲਹਿਰ ਨੇ ਉੱਚਾ ਦਰਜਾ ਕੀਤਾ, ਉਸ ਦਾ ਇਸ ਗੱਲ ਤੋਂ ਵੀ ਪਤਾ ਚੱਲਦਾ ਹੈ ਕਿ ਇਸਤਰੀਆਂ ਨੇ ਮਰਦਾਂ ਦੇ ਨਾਲ ਮੋਢਾ ਜੋੜ ਕੇ ਇਨਕਲਾਬੀ ਜੱਦੋ-ਜਹਿਦ ਵਿੱਚ ਹਿੱਸਾ ਲਿਆ। ਮਾਈ ਭਾਗੋ ਨੇ ਆਨੰਦਪੁਰ ਤੋਂ ਭੱਜੇ ਸਿੱਖਾਂ ਨੂੰ ਇਕੱਠਾ ਕਰਕੇ ਮੁਕਤਸਰ ਵਿੱਚ ਲੜਾਈ ਦੀ ਅਗਵਾਈ ਕੀਤੀ। ਗੁਰੀਲਾ ਲੜਾਈ ਦੇ ਸਮੇਂ ਸਿੱਖ ਔਰਤਾਂ ਨੂੰ ਕੈਦ ਕਰ ਲਿਆ ਜਾਂਦਾ ਤੇ ਉਹਨਾਂ ਤੋਂ ਮੁਸ਼ੱਕਤ ਕਰਾਈ ਜਾਂਦੀ, ਪਰ ਉਹ ਆਪਣੇ ਧਰਮ ਤੋਂ ਕਦੇ ਨਾ ਡੋਲੀਆਂ। ਸਰਦਾਰ ਗੁਰਬਖਸ਼ ਸਿੰਘ ਦੀ ਪਤਨੀ ਸਦਾ ਕੌਰ ਨੇ ਇੱਕ ਐਸੇ ਖੇਤਰ ਤੇ ਰਾਜ ਕੀਤਾ ਜਿਹੜੀ ਘਨੱਈਆ ਮਿਸਲ ਦੇ ਕਬਜ਼ੇ ਵਿੱਚ ਸੀ ਤੇ ਉਸਨੇ ਲੜਾਈ ਵਿੱਚ ਆਪਣੀਆਂ ਫੌਜਾਂ ਦੀ ਅਗਵਾਈ ਕੀਤੀ। ਰਣਜੀਤ ਸਿੰਘ ਦੀ ਆਪਣੀਆਂ ਵਿਰੋਧੀ ਮਿਸਲਾਂ ਦੇ ਖਿਲਾਫ ਕਸ਼ਮਕਸ਼ ਵਿੱਚ ਸਫਲਤਾ ਦਾ ਕਾਰਨ ਸਦਾ ਕੌਰ ਦੀ ਸਿਆਸੀ ਚਤੁਰਾਈ ਤੇ ਫੌਜੀ ਮਦਦ ਸੀ। ਅਹਿਮਦ ਸ਼ਾਹ ਬਟਾਲਵੀ ਨੇ ਹੋਰ ਵੀ ਮਿਸਾਲਾਂ ਦਿੱਤੀਆਂ ਹਨ ਜਿੱਥੇ ਮਿਸਾਲਾਂ ਦੀਆਂ ਸਿਆਸੀ ਅਤੇ ਫੌਜੀ ਕਾਰਵਾਈਆਂ ਵਿੱਚ ਇਸਤਰੀਆਂ ਨੇ ਉੱਘਾ ਹਿੱਸਾ ਲਿਆ। ਉਸ ਜ਼ਮਾਨੇ ਦੀ ਇੱਕ ਬਹੁਤ ਪ੍ਰਸਿੱਧ ਔਰਤ ਰਾਜਿੰਦਰ ਕੌਰ ਸੀ। ਉਸ ਵਿੱਚ ਮਰਦਾਂ ਵਾਲੇ ਸਾਰੇ ਗੁਣ ਸਨ, ਜਿਵੇਂ ਹੌਸਲਾ, ਦ੍ਰਿੜਤਾ ਤੇ ਤੀਖਣ ਬੁੱਧੀ। 1793 ਵਿੱਚ ਸਾਹਿਬ ਕੌਰ ਨੂੰ ਪਟਿਆਲੇ ਦੀ ਮੁੱਖ ਮੰਤਰੀ ਬਣਾਇਆ ਗਿਆ ਸੀ। ਅੰਬਾਲੇ ਦੇ ਨੇੜੇ ਜਦੋਂ ਮਰਾਠਿਆਂ ਨੇ ਲੜਾਈ ਦੇ ਮੈਦਾਨ ਵਿੱਚ ਉਸਦੀ ਫੌਜ ਨੂੰ ਪਿੱਛੇ ਧੱਕ ਦਿੱਤਾ ਤਾਂ ਉਸਨੇ ਆਪਣੀ ਨੰਗੀ ਤਲਵਾਰ ਸੂਤ ਕੇ ਦੁਸ਼ਮਣ ਨੂੰ ਭਜਾਉਣ ਵਾਸਤੇ ਫੌਜ ਦੀ ਅਗਵਾਈ ਕੀਤੀ। ਉਸ ਕੌਰ ਨੂੰ ਵੀ ਪਟਿਆਲੇ ਦੇ ਪ੍ਰਬੰਧ ਦਾ ਮੁਖੀ ਲਾਇਆ ਗਿਆ। ਇਸ ਵਿੱਚ ਉਸਨੇ ਬਹੁਤ ਸਫਲਤਾ ਹਾਸਲ ਕੀਤੀ। ਜਾਰਜ ਥਾਮਸ ਆਪਣੀਆਂ ਯਾਦਾਂ ਵਿੱਚ ਲਿਖਦਾ ਹੈ, ਇਹੋ ਜਿਹੀਆਂ ਮਿਸਾਲਾਂ ਆਮ ਮਿਲਦੀਆਂ ਹਨ ਜਿੱਥੇ ਉਹਨਾਂ ਨੇ ਸਿੱਖ ਇਸਤਰੀਆਂ ਨੇ ਦੁਸ਼ਮਣਾਂ ਤੋਂ ਆਪਣੇ ਘਰਾਂ ਦੀ ਰਾਖੀ ਕਰਨ ਲਈ ਹਥਿਆਰਬੰਦ ਮੁਕਾਬਲਾ ਕੀਤਾ। ਉਹ ਲੜਾਈ ਵਿੱਚ ਲਗਾਤਾਰ ਬਹੁਤ ਸ਼ਲਾਘਾਯੋਗ ਹੌਸਲੇ ਦਾ ਸਬੂਤ ਦਿੰਦੀਆਂ ਰਹੀਆਂ। ਕਾਂਡ 12ਵਾਂ, ਹਥਿਆਰਬੰਦ ਜੱਦੋ-ਜਹਿਦ। ਇਸ ਦੀ ਬਰਾਬਰੀ ਦੀ ਬੁਨਿਆਦ। ਪਹਿਲਾ, ਬਰਾਬਰੀ ਦੇ ਨਿਸ਼ਾਨੇ। ਮੁਗਲ ਹਾਕਮਾਂ ਦਾ ਧਾਰਮਿਕ ਤੇ ਸਿਆਸੀ ਜ਼ਬਰ ਸਮਾਜ ਦੀ ਇਖਲਾਕੀ ਬਣਤਰ ਨੂੰ ਢਾਹ ਲਾ ਰਿਹਾ ਸੀ। ਇਸ ਲਈ ਸਿੱਖ ਲਹਿਰ ਦਾ ਦੂਜਾ ਨਿਸ਼ਾਨਾ ਇਸ ਜ਼ਬਰ ਦੇ ਖਿਲਾਫ ਲੜਨਾ ਸੀ। ਇਹ ਮਿਸ਼ਨ ਸਿੱਖ ਸਿਧਾਂਤ ਦਾ ਅਟੁੱਟ ਹਿੱਸਾ ਸੀ ਜਿਸ ਦਾ ਮਨੋਰਥ ਇਨਸਾਨ ਨੂੰ ਸਾਰੀਆਂ ਜੰਜੀਰਾਂ ਸਣੇ ਸਿਆਸੀ ਤੇ ਧਾਰਮਿਕ ਗੁਲਾਮੀ ਤੋਂ ਮੁਕਤ ਕਰਨਾ ਸੀ। ਸਿੱਖ ਲਹਿਰ ਕੇਵਲ ਢਾਹੂ ਲਹਿਰ ਨਹੀਂ ਸੀ। ਇਸ ਦਾ ਮਨੋਰਥ ਸਿਰਫ ਮੁਗਲ ਹਕੂਮਤ ਦੇ ਖਿਲਾਫ ਲੜਨਾ ਹੀ ਨਹੀਂ ਸੀ, ਭਾਵੇਂ ਹਾਲਾਤ ਦੇ ਮੁਤਾਬਕ ਇਹ ਜ਼ਰੂਰਤ ਵਧੇਰੇ ਉੱਭਰ ਕੇ ਸਾਹਮਣੇ ਆ ਗਈ। ਸਿੱਖ ਲਹਿਰ ਉਸਾਰੂ ਲਹਿਰ ਸੀ, ਪਰ ਇਸ ਦੇ ਉਸਾਰੂ ਮਨੋਰਥਾਂ ਨੂੰ ਪੂਰਾ ਕਰਨ ਵਾਸਤੇ ਮੁਗਲ ਰਾਜ ਨੂੰ ਉਲਟਾਉਣਾ ਇੱਕ ਮੁੱਢਲੀ ਲੋੜ ਬਣ ਗਈ। ਸਿੱਖ ਲਹਿਰ ਦਾ ਦੂਜਾ ਨਿਸ਼ਾਨਾ ਇਹਦੇ ਤੀਜੇ ਨਿਸ਼ਾਨੇ ਨਾਲ ਅੰਦਰੂਨੀ ਤੌਰ ਤੇ ਜੁੜਿਆ ਹੋਇਆ ਸੀ। ਇਸ ਦਾ ਤੀਜਾ ਨਿਸ਼ਾਨਾ ਸੀ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੀ ਆਪਣੀ ਸਿਆਸੀ ਹੋਣੀ ਦਾ ਮਾਲਕ ਬਣਾਉਣਾ। ਇਸ ਕਰਕੇ ਸਿੱਖ ਲਹਿਰ ਦੀ ਹਥਿਆਰਬੰਦ ਜੱਦੋ-ਜਹਿਦ ਨੂੰ ਉਤਨੀ ਦੇਰ ਠੀਕ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਇਸ ਦੇ ਬਰਾਬਰੀ ਦੇ ਸਿਧਾਂਤਾਂ ਤੇ ਮੰਤਵਾਂ ਨੂੰ ਨਜ਼ਰ ਵਿੱਚ ਨਹੀਂ ਰੱਖਿਆ ਜਾਂਦਾ। ਲਹਿਰ ਦਾ ਰਾਜਨੀਤਿਕ ਬਰਾਬਰੀ ਦਾ ਨਿਸ਼ਾਨਾ ਸਿੱਖੀ ਦੇ ਬਰਾਬਰੀ ਦੇ ਸਮੁੱਚੇ ਸਿਧਾਂਤ ਦਾ ਹੀ ਇੱਕ ਰੂਪ ਸੀ। ਇਸੇ ਬਰਾਬਰੀ ਦੇ ਸਿਧਾਂਤ ਨੇ ਲਹਿਰ ਦੇ ਵਿਕਾਸ, ਇਸ ਦੀ ਸੇਧ ਅਤੇ ਇਸ ਦੇ ਅਸਲੇ ਨੂੰ ਤੈਅ ਕੀਤਾ। ਹੋਰ ਵਿਚਾਰ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਸਿੱਖ ਲਹਿਰ ਗਰੀਬ ਜਨਤਕ ਇਨਕਲਾਬੀ ਲਹਿਰ ਸੀ, ਪਰ ਇਸ ਦੀ ਬੁਨਿਆਦ ਜਮਾਤੀ ਨਫ਼ਰਤ ਨਹੀਂ ਸੀ, ਕਿਉਂਕਿ ਜਮਾਤੀ ਨਫ਼ਰਤ ਜਾਂ ਹੋਰ ਕਿਸੇ ਕਿਸਮ ਦੀ ਨਫ਼ਰਤ ਦੀ ਭਾਵਨਾ ਸਿੱਖ ਸਿਧਾਂਤ ਦੇ ਉਲਟ ਹੈ। ਸਿੱਖ ਸਿਧਾਂਤ ਦੀ ਬੁਨਿਆਦ ਸਰਬ ਲੌਕਿਕ ਪਿਆਰ ਹੈ। ਰੱਬ ਸਾਰਿਆਂ ਮਨਾਂ ਵਿੱਚ ਵਸਦਾ ਹੈ। ਆਪਣੇ ਆਪ ਵਿੱਚ ਕੁਝ ਵੀ ਬੁਰਾ ਨਹੀਂ। ਸਾਰੀ ਲੜਾਈ ਬੁਰਾਈ ਦੇ ਖਿਲਾਫ ਹੈ। ਇਸ ਲੜਾਈ ਦੀ ਬੁਨਿਆਦ ਪਿਆਰ ਹੈ, ਨਫ਼ਰਤ ਨਹੀਂ। ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਲੜਾਈ ਦੇ ਸਿੱਖ ਜ਼ਾਬਤੇ ਮੁਤਾਬਕ ਕਿਸੇ ਨਿਹੱਥੇ ਤੇ ਵਾਰ ਨਹੀਂ ਕੀਤਾ ਜਾਂਦਾ ਸੀ ਅਤੇ ਨਾ ਹੀ ਕਿਸੇ ਐਸੇ ਇਨਸਾਨ ਉੱਤੇ ਵਾਰ ਕੀਤਾ ਜਾਂਦਾ ਜੋ ਲੜਾਈ ਦੇ ਮੈਦਾਨ ਵਿੱਚੋਂ ਭੱਜ ਰਿਹਾ ਹੋਵੇ। ਇਹ ਸੱਚਾਈ ਹੈ ਕਿ ਸਿੱਖ ਨਾ ਕਿਸੇ ਨਿਹੱਥੇ ਨੂੰ ਮਾਰਦੇ ਹਨ ਤੇ ਨਾ ਕਿਸੇ ਨੂੰ ਗੁਲਾਮ ਬਣਾਉਂਦੇ ਹਨ। ਸਿੱਖ ਲਹਿਰ ਦੀ ਜੱਦੋ-ਜਹਿਦ ਦਾ ਮਨੋਰਥ ਸਮਾਜ ਦਾ ਬੁਰਾ ਕਰਨ ਵਾਲਿਆਂ ਨੂੰ ਠੀਕ ਰਾਹ ਤੇ ਲਿਆਉਣਾ ਸੀ। ਸਿੱਖੀ ਵਿੱਚ ਮਾਫ਼ ਕਰ ਦੇਣਾ ਇੱਕ ਅਜਿਹਾ ਗੁਣ ਹੈ ਜਿਸ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਪਰ ਇਸ ਦਾ ਇਹ ਮਤਲਬ ਉੱਕਾ ਨਹੀਂ ਕਿ ਜੇ ਕੋਈ ਸ਼ਖਸ ਜਾਂ ਕੋਈ ਗਰੁੱਪ ਜਾਂ ਕੋਈ ਹਕੂਮਤ ਸਮਾਜ ਦਾ ਬੁਰਾ ਕਰਨੋਂ ਨਾ ਹਟੇ ਤਾਂ ਉਸ ਦੇ ਖਿਲਾਫ ਕਿਸੇ ਹਾਲਤ ਵਿੱਚ ਲੜਾਈ ਨਹੀਂ ਕਰਨੀ। ਸਮਾਜਿਕ ਭਲਾਈ ਕਰਨ ਲਈ ਕਿਹੜੇ ਵਸੀਲੇ ਦੀ ਵਰਤੋਂ ਕਰਨੀ ਹੈ ਤੇ ਕਿਹੜੇ ਵਸੀਲੇ ਦੀ ਨਹੀਂ, ਕਿਹੜਾ ਵਸੀਲਾ ਜਾਇਜ਼ ਹੈ ਜਾਂ ਨਾਜਾਇਜ਼,
ਇਹ ਫੈਸਲਾ ਕਰਨ ਦੀ ਕਸਵੱਟੀ ਸਮਾਜ ਦੀ ਅੰਤਮ ਭਲਾਈ ਹੈ। ਇਨਕਲਾਬੀ ਤਬਦੀਲੀਆਂ ਜਿੱਥੇ ਕਿਤੇ ਵੀ ਹੋਈਆਂ ਹਨ, ਤਾਕਤ ਦੀ ਵਰਤੋਂ ਬਿਨਾਂ ਨਹੀਂ ਹੋਈਆਂ ਅਤੇ ਫੈਸਲਾ ਕੁਨ ਤਾਕਤ ਹੈ, ਸਿਆਸੀ ਤੇ ਫੌਜੀ ਤਾਕਤ। ਸਿੱਖ ਗੁਰੂ ਇਨਕਲਾਬੀ ਤਬਦੀਲੀਆਂ ਲਿਆਉਣਾ ਚਾਹੁੰਦੇ ਸਨ। ਇਸੇ ਮਨੋਰਥ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਕਿ ਜਨਤਕ ਇਨਕਲਾਬ ਲਿਆਉਣ ਲਈ ਸਿਆਸੀ ਤਾਕਤ ਤੇ ਕਬਜ਼ਾ ਕੀਤਾ ਜਾ ਸਕੇ। ਸਿਆਸੀ ਤਾਕਤ ਉੱਤੇ ਕਬਜ਼ਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਹੱਕ ਮੱਲੀ ਬੈਠੀਆਂ ਜਾਤਾਂ ਅਤੇ ਜਮਾਤਾਂ ਉੱਤੇ ਨਿਰਭਰ ਨਹੀਂ ਰਹੇ। ਗੁਰੂ ਸਾਹਿਬ ਚਾਹੁੰਦੇ ਸਨ ਕਿ ਸਮਾਜ ਦੇ ਦੱਬੇ ਕੁਚਲੇ, ਨਿਮਾਣੇ ਤੇ ਲੁੱਟੇ ਪੁੱਟੇ ਲੋਕ ਆਪਣੀ ਹੋਣੀ ਆਪ ਨਿਸ਼ਚਿਤ ਕਰਨ, ਕਿਉਂਕਿ ਇਹ ਇੱਕ ਅਹਿਮ ਮਾਮਲਾ ਹੈ। ਇਸ ਲਈ ਇਸ ਦੇ ਸਬੂਤ ਵਿੱਚ ਅਸੀਂ ਵੇਰਵੇ ਨਾਲ ਗਵਾਹੀਆਂ ਤੇ ਹਵਾਲੇ ਦੇਣਾ ਚਾਹੁੰਦੇ ਹਾਂ। ਸ਼ਿਵਾ ਜੀ ਦਾ ਗੁਰੂ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ। ਉਸਨੇ ਸਵਾਲ ਕੀਤਾ, ਤੁਸਾਂ ਸ਼ਸਤਰ ਪਹਿਨੇ ਹੋਏ ਹਨ, ਫੌਜ ਰੱਖੀ ਹੋਈ ਹੈ ਤੇ ਘੋੜੇ ਰੱਖੇ ਹੋਏ ਹਨ, ਤੁਸੀਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਖਵਾਉਂਦੇ ਹੋ, ਤੁਸੀਂ ਕਿਸ ਕਿਸਮ ਦੇ ਸਾਧੂ ਹੋ? ਗੁਰੂ ਹਰਗੋਬਿੰਦ ਸਾਹਿਬ ਨੇ ਜਵਾਬ ਦਿੱਤਾ, ਅੰਤਰਮੁਖੀ ਸਾਧੂ ਤੇ ਬਾਹਰਮੁਖੀ ਰਾਜੇ ਸ਼ਸਤਰ ਗਰੀਬਾਂ ਦੀ ਰਾਖੀ ਅਤੇ ਅਤਿਆਚਾਰੀ ਦੇ ਨਾਸ ਲਈ ਹਨ। ਇੱਥੇ ਗੁਰੂ ਸਾਹਿਬ ਨੇ ਪੰਥ ਨੂੰ ਹਥਿਆਰਬੰਦ ਕਰਨ ਦੇ ਮਨੋਰਥ ਨੂੰ ਸਪਸ਼ਟ ਤੌਰ ਉੱਤੇ ਗਰੀਬਾਂ ਦੀ ਰੱਖਿਆ ਦੇ ਮਨੋਰਥ ਨਾਲ ਜੋੜਿਆ ਹੈ। ਇਸ ਗਵਾਹੀ ਦੀ ਬਹੁਤ ਇਤਿਹਾਸਕ ਅਹਿਮੀਅਤ ਹੈ, ਕਿਉਂਕਿ ਗੁਰੂ ਸਾਹਿਬ ਅਤੇ ਰਾਮਦਾਸ ਦੀ ਆਪਸ ਵਿੱਚ ਮਿਲਣੀ ਦੀ ਪੁਸ਼ਟੀ ਇੱਕ ਮਰਾਠਾ ਸੋਮੇ ਤੋਂ ਵੀ ਹੋਈ ਹੈ। ਹਾਕਮਾਂ ਦੇ ਖਿਲਾਫ ਸਿੱਖਾਂ ਦੀ ਖੁੱਲ੍ਹਮ ਖੁੱਲ੍ਹੀ ਲੜਾਈ ਦਾ ਮੁੱਢ ਉਦੋਂ ਵੱਜਾ ਜਦੋਂ ਸਿੱਖ ਨੇ ਸ਼ਾਹਜਹਾਨ ਬਾਦਸ਼ਾਹ ਦਾ ਬਾਜ ਫੜ ਲਿਆ ਅਤੇ ਫਿਰ ਮੋੜਨ ਤੋਂ ਇਨਕਾਰ ਕਰ ਦਿੱਤਾ। ਗੁਰਬਿਲਾਸ ਅਨੁਸਾਰ ਇਸ ਘਟਨਾ ਬਾਰੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਤਿੰਨ ਕੋ ਬਾਜ ਨਹੀਂ ਮੈਂ ਦੇਣਾ, ਤਾਜ ਬਾਜ ਤਿੰਨ ਤੇ ਸਭ ਲੈਣਾ, ਦੇਸ ਰਾਜ ਮੈਂ ਤਿੰਨ ਕਾ ਲੇਹੂੰ, ਗਰੀਬ ਅਨਾਥਨ ਕੋ ਸਭ ਦੇਹੂੰ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ ਤਾਂ ਕੋਇਰ ਸਿੰਘ ਅਨੁਸਾਰ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਤਰ੍ਹਾਂ ਮੁਖਾਤਬ ਕੀਤਾ, ਸੁਨੋ ਖਾਲਸਾ ਜੂ ਮਨ ਧਾਰੇ, ਤੁਮ ਹੋ ਮੋ ਕੇ ਪਰਮ ਪਿਆਰੇ, ਤਬ ਹੰਕ੍ਰਿਤ ਮਨ ਕਿਰਪਨ ਕੀਨਾ, ਧਰ ਕੋ ਰਾਜ ਹਮੈ ਗੁਰਦੀਨਾ, ਹਮ ਸਮ ਕੋ ਜਗ ਮਹਿ ਨਹਿ ਰਾਜਾ, ਬਾਹਜ ਰਜਪੂਤਨ ਕੇ ਸਾਜਾ, ਬੈਸ ਸੁਦਰ ਏ ਜਾਟ ਅਪਾਰਾ, ताको पंथ मह मैं तारा, सब जग राज तोहे को दीना, पुन बिद सो तुम को गुर कीना। उपरोक्त हवाले विच स्पष्ट तौर उत्ते लिखिया है कि गुरु साहिब ने वैश्यां, शूद्रां ते जट्टां अर्थात नीवियां जातां दे बंदियां नूं राज सत्ता बख्शी। ਉੱਪਰਲੇ ਹਵਾਲੇ ਵਿੱਚ ਇਹ ਵੀ ਦਰਜ ਹੈ ਕਿ ਬ੍ਰਾਹਮਣਾਂ ਅਤੇ ਰਾਜਪੂਤਾਂ ਨੂੰ ਘਮੰਡ ਸੀ ਕਿ ਰਾਜ ਸੱਤਾ ਰੱਬ ਨੇ ਉਹਨਾਂ ਨੂੰ ਰਾਖਵੇਂ ਹੱਕ ਦੇ ਤੌਰ ਉੱਤੇ ਧੁਰੋਂ ਸੌਂਪੀ ਹੋਈ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਬ੍ਰਾਹਮਣਵਾਦ ਦੀ ਰਾਜਸੀ ਸਕੀਮ ਨਾਲ ਇੱਕੇ ਥਾਂ ਮੁਕਾਬਲਾ ਕੀਤੇ ਜਾਣ ਨਾਲ ਇਹ ਗੱਲ ਹੋਰ ਉਘੜ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਜਾਤ ਪਾਤ ਦੇ ਸਮਾਜਿਕ ਅਤੇ ਰਾਜਸੀ ਦੋਹਾਂ ਪ੍ਰਬੰਧਾਂ ਨੂੰ ਰੱਦ ਕੇ ਰਾਜ ਸੱਤਾ ਬ੍ਰਾਹਮਣਾਂ ਅਤੇ ਰਾਜਪੂਤਾਂ ਉੱਚੀਆਂ ਜਾਤਾਂ ਦੀ ਬਜਾਏ ਗਰੀਬ ਜਨਤਾ ਨੂੰ ਬਖਸ਼ੀ। ਅੰਮ੍ਰਿਤ ਛਕਾਉਣ ਦੀ ਰਸਮ ਵੇਲੇ ਜਿਹੜੇ ਬ੍ਰਾਹਮਣ ਪਹਿਲਾਂ ਤਾਂ ਰੁੱਸ ਗਏ ਸਨ ਪਰ ਪਿੱਛੋਂ ਖਾਲਸੇ ਵਿੱਚ ਸ਼ਾਮਲ ਹੋਣਾ ਮੰਨ ਗਏ ਸਨ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ, ਜੋ ਤੁਮ ਅਬ ਹੀ ਵਿਘਨ ਲਖਾਏ, ਪੰਥ ਬੀਚ ਆਦਰ ਨਹੀਂ ਪਾਏ, ਅਬ ਇਹ ਖਾਲਸਾ ਰਾਜ ਕਰੇਗੇ ਸੋਈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਇਸ ਤਰ੍ਹਾਂ ਮੁਖਾਤਬ ਕੀਤਾ, तब सब को यह भांत उचारो, तुम खालस की रहत सुधारो, तुर्कन को भरे हाला मानो, लेव तुर्क को अब पहचानो, खंडे जी की सरनी आवो, यमनी सभा सो मार गिरावो, मैं तुमको एक थान विचारा, मत तुम देओ उलामा भारा, ता कारण मैं तुझे अलाया, तुझको खालस चरनी लाया। ਉਪਰੋਕਤ ਲਿਖ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਮੁਗਲਾਂ ਦੇ ਖਿਲਾਫ ਲੜਾਈ ਵਿੱਚ ਸ਼ਾਮਲ ਹੋਣ ਲਈ ਸੱਦਾ ਤਾਂ ਦਿੱਤਾ, ਪਰ ਸ਼ਰਤ ਇਹ ਲਾਈ ਕਿ ਉਹ ਖਾਲਸੇ ਵਿੱਚ ਸ਼ਾਮਲ ਹੋ ਜਾਣ ਜਾਂ ਖਾਲਸੇ ਦੇ ਮਿਸ਼ਨ ਨੂੰ ਅਪਣਾਉਣ। ਅਰਥਾਤ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਮੁਗਲਾਂ ਵਿਰੁੱਧ ਲੜਾਈ ਵਿੱਚ ਖਾਲਸੇ ਨਾਲ ਗੱਠ ਜੋੜ ਦੇ ਐਸੇ ਸਾਥੀ ਬਣਨ ਲਈ ਨਹੀਂ ਸੀ ਸੱਦਾ ਦਿੱਤਾ ਜੋ ਆਪਣੀ ਜਾਤ ਪਾਤ ਅਤੇ ਜਾਗੀਰਦਾਰੀ ਵਿਚਾਰਧਾਰਾ ਨਾਲ ਵੀ ਬੇਸ਼ੱਕ ਜੁੜੇ ਰਹਿਣ, ਸਗੋਂ ਪਹਿਲੀ ਇਹ ਸ਼ਰਤ ਲਾਈ ਕਿ ਉਹ ਖਾਲਸੇ ਦੇ ਮਿਸ਼ਨ ਨੂੰ ਅਪਣਾਉਣ। ਇਸੇ ਕਰਕੇ ਇਹ ਸ਼ਬਦ ਵਰਤੇ ਗਏ ਹਨ ਕਿ ਤੁਝ ਕੋ ਖਾਲਸ ਚਰਨੀ ਲਾਇਆ,
दूसरे लफ्ज़ां विच ओह खालसे दे समाजक ते राजसी निशानियां ते खालसे दी अगवाई कबूल करन। गुरु साहिब दे सद्दे दा जो निमन लिखत जवाब पहाड़ी राजियां दिता ओह उपरोक्त कड्ढे सिੱਟੇ ਨੂੰ होर स्पष्ट करदा है। चार बरन तुम इक जा कीने, अमृत निज उपदेश सो दीने, हमरी जात अधिक जग माही, किम हम चार बरन संग खाही, तुमरे पंथ राज किम दे हैं, अजा गन मार सो ले हैं, को किरसानी करत महाना, को व्यापारी अधिक सुजाना, नीच जात कह नीहला वासी, हमरो राज खोह जग हासी, एह तो बड़ अचरज की बाता, दुआदस जात सनात का नाता। गुरु साहिब दे पहाड़ी राजियां नूं दिते सद्दे तो जो तनकीਆਂ इशूज़ निकलदियां हन ਉਹ स्पष्ट ਹਨ क्योंकि पहाड़ी राजियां नूं भी ਇਹ स्पष्ट सन। ਆਪਣੀਆਂ ਉੱਚੀਆਂ ਜਾਤਾਂ ਨੂੰ ਤਿਆਗ ਕੇ ਉਹ ਨੀਵੀਆਂ ਜਾਤਾਂ ਨਾਲ ਭਾਈਚਾਰਕ ਬਰਾਬਰੀ ਦੇ ਪੱਧਰ ਉੱਤੇ ਰਲ ਮਿਲਣ ਅਤੇ ਉਹਨਾਂ ਨੀਵੀਆਂ ਜਾਤਾਂ ਦੇ ਹੱਥ ਰਾਜਸੀ ਸੱਤਾ ਲਿਆਉਣ ਬਾਰੇ ਉਹ ਸੋਚਣ ਨੂੰ ਵੀ ਤਿਆਰ ਨਹੀਂ ਸਨ। ਕਿਮ ਹਮ ਚਾਰ ਬਰਨ ਸੰਗ ਖਾਹੀ, ਇਹ ਤੋਂ ਵੱਡ ਅਚਰਜ ਕੀ ਬਾਤਾ, ਦੁਆਦਸ ਜਾਤ ਸਨਾਤ का नाता, तुमरे पंथ राज किम दे हैं, अजा गन मार सो ले हैं, अर्थात बकरियां किवें शेर नूं मार लैणगियां। पहाड़ी राजियां दे प्रतिकर्म दे जवाब विच गुरु साहिब ने फरमाया कि गुरु जी ऐसा भाईचारक ते राजसी इनकलाब लियाउणगे जो पहाड़ी राजियां नूं नामुमकिन जापदा है। चिड़ियन पर अब खुशी हमारी, मारे बाज सो अपर मंझारी, मैं असी पानस तद सो कहाऊं, चिड़ियन पै जो बाज तुड़ाऊं, किरसानी जग में भय राजा, गिर तब बचै जो होए है नाजा, फेर खुआर होए जग सारे, आवे फेर खालसे द्वारे, होए निर्माण खालसा सेई, तब अपना कारज गह लेई, खुआर होए कै पंथ सेवा ही, आकी रहे ना जग के माही। ਇਹ ਇਨਕਲਾਬ ਨਿਸ਼ਾਨਾ ਹਾਸਲ ਕਰਨ ਦਾ ਕੰਮ ਸਿਰਫ ਪਹਾੜੀ ਰਾਜਿਆਂ ਨੂੰ ਹੀ ਨਾਮੁਮਕਿਨ ਨਹੀਂ ਸੀ ਜਾਪਿਆ, ਸਗੋਂ ਬਾਅਦ ਦੇ ਵੀ ਕਈ ਇਤਿਹਾਸਕਾਰ ਇਸ ਗੱਲੋਂ ਹੈਰਾਨ ਸਨ ਕਿ ਗੁਰੂ ਸਾਹਿਬ ਨੇ ਅਜਿਹਾ ਨਿਸ਼ਾਨਾ ਸੋਚ ਕਿਵੇਂ ਲਿਆ। ਹਕੀਕਤ ਦੇ ਲੇਖਕ ਨੇ ਲਿਖਿਆ ਹੈ ਕਿ ਉਸ ਸਮੇਂ ਤੇਗ ਬਹਾਦਰ ਕਈ ਵੇਰ ਪਾਗਲਾਂ ਵਾਲੀਆਂ ਗੱਲਾਂ ਕਰਿਆ ਕਰਦੇ ਸੀ। ਮਿਸਾਲ ਦੇ ਤੌਰ ਤੇ ਉਹ ਸਿੱਖਾਂ ਨੂੰ ਕਹਿੰਦਾ ਸੀ, ਹੁਣ ਜਾਪਦਾ ਇਹ ਹੈ ਬਲਕਿ ਰੱਬੀ ਹੁਕਮ ਹੈ ਕਿ ਬਾਜਾਂ ਦਾ ਸ਼ਿਕਾਰ ਚਿੜੀਆਂ ਕਰਿਆ ਕਰਨਗੀਆਂ, ਅਰਥਾਤ ਹੁਣ ਨੀਵੀਆਂ ਜਾਤਾਂ ਹਾਕਮ ਜਮਾਤਾਂ ਨੂੰ ਨੀਵਾਂ ਵਿਖਾਉਣਗੀਆਂ। ਇਸ ਨੂੰ ਗੁਰੂ ਜੀ ਦੇ ਚੇਲੇ ਬਹੁਤ ਖੁਸ਼ਖਬਰੀ ਦਾ ਸੰਦੇਸ਼ ਸਮਝਦੇ ਸਨ। ਖਾਲਸਾ ਕਾਲ ਪੁਰਖ ਕੀ ਫੌਜ ਅਤੇ ਖਾਲਸਾ ਸੋਏ ਜੋ ਨਿਰਦਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ, ਖਾਲਸਾ ਸੋਏ ਲੜੈ ਹੋਏ ਆਗੈ। ਇਸ ਤਰ੍ਹਾਂ ਜਨਤਕ ਇਨਕਲਾਬ ਦਾ ਮਿਸ਼ਨ ਅਤੇ ਖਾਲਸੇ ਦਾ ਇਸ ਦੀ ਪ੍ਰਾਪਤੀ ਲਈ ਲੜਨਾ ਸਿੱਖ ਰਵਾਇਤ ਵਿੱਚ ਇਕਮੁੱਠ ਕੀਤੇ ਗਏ। ਸਿੱਖ ਰਵਾਇਤ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵਾਰੀ ਭਾਈ ਨੰਦ ਲਾਲ ਨੂੰ ਹੇਠ ਲਿਖੇ ਭਾਵਾਂ ਦੇ ਸ਼ਬਦ ਵਿੱਚ ਮੁਖਾਤਬ ਕੀਤਾ। ਸੁਨੋ ਨੰਦ ਲਾਲ ਇਹ ਸਾਜ, ਪ੍ਰਗਟ ਕਰਾਊਂ ਆਪਣੋ ਰਾਜ, ਚਾਰ ਬਰਨ ਇੱਕ ਬਰਨ ਕਰਾਊਂ, ਵਾਹਿਗੁਰੂ ਕਾ ਜਾਪ ਜਪਾਊਂ, ਚੜ੍ਹੈ ਤੁਰੰਗ ਉਡਾਵੈ ਬਾਜ਼, ਤੁਰਕ ਦੇਖ ਕਰ ਜਾਵੈ ਭਾਜ, ਸਵਾ ਲਾਖ ਸੇ ਏਕ ਲੜਾਊਂ, ਚੜ੍ਹੈ ਸਿੰਘ ਤਿਸ ਮੁਕਤ ਕਰਾਊਂ, ਝੂਲਣ नेजे हस्ती साजै, द्वार द्वार पर नौबत बाजै, सवा लाख जब तुखै पलीता, तब खालसा उदय अस्त लो जीता, दोहरा राज करेगा खालसा, आकी रहे न कोई, ख्वार होए सब मिलेंगे, बचे शरण जो होए। ਕਿਸੇ ਵੀ ਇਨਕਲਾਬੀ ਦੀ ਸ਼ਖਸੀਅਤ ਉਦੋਂ ਸੰਪੂਰਨ ਹੁੰਦੀ ਹੈ ਜਦੋਂ ਉਹ ਆਪਣੇ ਮਿਸ਼ਨ ਦੀ ਪੂਰਤੀ ਲਈ ਪਹਾੜ ਨਾਲ ਮੱਥਾ ਮਾਰ ਸਕਣ ਦਾ ਭਰੋਸਾ ਰੱਖਦਾ ਹੋਵੇ। ਸਵਾ ਲਾਖ ਸੇ ਏਕ ਲੜਾਊਂ ਅਤੇ ਇਨਕਲਾਬ ਦੀ ਸਫਲਤਾ ਇਸ ਵਿੱਚ ਹੈ ਕਿ ਉਹ ਆਪਣੇ ਝੱਖੜ ਦੀ ਵਲੇਟ ਵਿੱਚ ਹਰ ਇੱਕ ਘਰ ਨੂੰ ਲੈ ਲਵੇ। ਦੁਆਰ ਦੁਆਰ ਪਰ ਨੌਬਤ ਵਾਜੇ। 18ਵੀਂ ਸਦੀ ਦੇ ਭਾਈ ਗੁਰਦਾਸ ਦੀ ਇੱਕ ਕਵਿਤਾ ਇਸ ਪ੍ਰਕਾਰ ਹੈ। ਨਿਜ ਪੰਥ ਚਲਾਇਓ ਖਾਲਸਾ, ਧਰ ਤੇਜ ਕਰਾਰਾ, सिर केस धार कर खड़ग को, सब दुष्ट पछारा, तिन आग्ञा कोई न ठहरियो, भाग्य सरदारा, जह राजे शाह अमीरड़े, होए सब छारा।
इस कविता बारे ध्यान देने वाला नुकता यह है कि अमीर, राजे ते सरदार सब नूं इक्को श्रेणी मिथ्या गया है, जो खालसे की जद्दोजहद का निशाना सी। रतन सिंह भंगू अपने लिखे सिख पंथ के इतिहास की जाण पछाण कराउंदियां लिखदा है कि रैयत छेली हाकम शेर, हाकम बाज और रैयत बटेर। ਅਤੇ खालसे दे पेश मसला यह दसदा है कि छेलियन मारे शेर किम, किम बटेरन मारे बाज। दूजा, लहर दी गरीब जनतक बनतर। सिख लहर का मिशन ही गरीब जनतक नहीं सी, बल्कि इसकी बनतर भी गरीब जनतक सी। यह जरूरी समझा गया है कि दबियां कुचलियां जातां ते जमातां अपनी होनी नूं आप बनाउण ते उसदियां आप मालक होण। जदों गुरु हरगोबिंद साहिब ने पंथ नूं हथियारबंद करन दा ऐलान कीता तां 400 आदमियां ने अपणियां सेवावां पेश कीतियां। चीवर औरत खाण, नाई ग्रह उतरे सब आण। लोहगढ़ दी लड़ाई विचों बच्चे मुसलमानां ने अपने हाकम नूं इतलाह कीती। भावें सिख सारियां जातां ते पेशियां विचों सन, पर उन्हां ने लड़ाई विच बड़ी बहादरी दा सबूत दिता। इस करके शाही फौज नूं होई हार दा दोषी नहीं ठहराया जाना चाहिदा। जलंधर के सूबेदार ने गुरु हरगोबिंद साहिब के खिलाफ मुहिम शुरू की, क्योंकि यह समझा गया कि समाज की हेठली मैल विचों गुरु साहिब ने नखिद्ध बंदे अपने नाल रखे हुए हैं। एक ख्याल सी कि उन्हां विच मरासियां, नाइयां, धोबियां, चमारा जिहे लोग हैं जिहड़े शाही फौजा का मुकाबला करन वाले खिंड पुड जाणगे। पैंदे खान नाराज़ होकर गुरु साहिब नूं छड्ड गया। उसने बादशाह नूं जाके कहा कि गुरु साहिब कोल कोई फौज नहीं। नाइयां, धोबियां, वणजारियां ते मरासियां जिहे गैर जंगजू लोकां नूं इकट्ठा करके उसनूं ओह अपनी फौज कहंदा है। जदों राजे ने पुछया कि गुरु गोबिंद सिंह जी कोल किस किस्म की फौज है, तां भीखन खां ने उत्तर दिता, रैयत लोक मिले इक ठाऊ, जाट गवार सोतेली नाई, भाटी लबाने चमराई, बनिए रोरे भाट महाना, सुद्र छिपे जाट तरखाना, 12 जात सिनात मिलावै, इनकोह तीर कमान सिखावै, और कलाल सुनारे जेही, पकड़ न जाने बरछा तेही, तीर तुफंग को नाहे चलावै, जात अराई खोसी चावै। भंगू ने कई थां ते खालसे की गरीब जनतक बनतर बारे जिक्र किया है। जदों खालसा दल का तरना दल वाला हिस्सा मुड़ जथेबंद किया गया तो उसके 5 डिवीजन बनाए गए। 5 विचों एक डिवीजन की कमांड बीर सिंह रंगरेटे के हथ सी। मलेरकोटले की जित वेले तक खालसे दीयां मुहिमां विच यह डिवीजन लगातार हिस्सा लैंदा रहा। अबदाली नाल होई वड्डी लड़ाई, जिसनूं वड्डा घल्लूघारा कहा जाता है, विच रामदासियां ते रंगरेटियां दे उगा हिस्सा लैण दा खास जिक्र आउंदा है। गैर सिख सोमिया तो भी इस गल की पुष्टि हुंदी है कि खालसा दल की बनतर गरीब जनतक सी। बंदे दी फौज की भर्ती ज़्यादातर हेठलियां जातां विचों होई अते चूड़े ते चमारा जिहे लोग उसकी फौज विच बहुत सन। उस वेले दे एक समकाली मुसलमान इतिहासकार ने जिवें पहलां दस चुके हाँ, बंदे दियां फौजां विच भर्ती होण वाले हेठलियां जातां दे बंदियां नूं हिंदुआं दे दोजखी समाज दी हेठली मैल कहा है। बंदे दे समय दा एक होर मुसलमान इतिहासकार लिखदा है कि बंदे ने ऐसे लोकां नूं उगा कीता जो बेरोजगार ते नखिद्ध सन। इस तो पहलां यह लोग गुमनामी दे पर्दे हेठ लुके हुए सन। खफी खान लिखदा है, इन्हां काफरां सिखां ने एक नवां कायदा कायम कर दिता ते दाड़ी ते सिर दे केस कतरन की मनाही कर दी। मलीन ते नीवियां जातां दे बहुत सारे हिंदू उन्हां नाल जा रले ते अपणियां जानां उन्हां सिखां मंद भावना वालियां दे हवाले कर दित्तियां। उन्हां सिखां दा धर्म कबूलण ते उन्हां दा हुक्म मन्नण विच अपना भला वेख्या ते ओह उच्चियां जातां वाले हिंदुआं उत्ते जुल्म करन अते उन्हां नूं मारन दे काम विच सरगर्म सन। तीजा, फिरकू नहीं। सिख लहर की बुनियाद किसी शख्सियत, घराणे, कुल, कबीले, फिरके या जगीरदारी प्रति वफादारियां ते उमंगां उत्ते निर्भर नहीं सी। यह ना पक्षी गवाही भी इसे गल की सूचक है कि सिख लहर के निशाने अते मनोरथ गरीब जनतक हिती सन। बचित्र नाटक विच लिखिया है कि गुरु तेग बहादुर जी ने हिंदुआं दे जनेऊ की राखी लई कुर्बानी दिती।
इस हवाले तो कई बार एक गलत नतीजा यह कढ़ लिया जाता है कि सिख लहर का मंतव ब्राह्मणवाद नूं मुड़ सुरजीत करना सी। गुरु नानक साहिब ने अपनी बाणी विच जनेऊ पाण अते मत्थे उत्ते तिलक लाउण दी रस्म की निखेधी की है। गुरु नानक साहिब के पिता ने गुरु जी नाल इस गल तो झगड़ा किया कि गुरु जी हिंदुआं वाला मत्थे ते तिलक क्यों नहीं लाउंदे। कोयर सिंह लिखदा है कि खालसा साजन समय सब त्याग जनेवन तोड़ दए। इतिहासकार खुशवक्त राय कोयर सिंह दे इस बयान की तायद करदा है। कई रहतनामियां विच जनेऊ पाण दी ना सिर्फ मनाही ही की गई है, सगों ये लिखिया है कि खालसा होके जो जनेऊ पावे वह जन्म सुआन पावेगा कोट। इस तरह के वेरवे मिलते हैं कि ब्राह्मणों ते खत्रियां तो बने सिख हुण घट गिनती विच गुरु जी नूं मिलण लई आउण लगे, क्योंकि वह नहीं चाहुंदे सन कि उन्हां दे जनेऊ लुहा के झाड़ियां विच सुटा दिते जाण। गुरु गोबिंद सिंह साहिब ने आलम सिंह दा जनेऊ अपने हत्थी लाया, क्योंकि जे वह इस नूं पाई रखदा तां ब्राह्मण ही रहिंदा। गुरु गोबिंद सिंह जी ने ही बादशाह औरंगजेब नूं लिखिया सी कि वह भी बादशाह वांग ही एक बुत शिकन सन। पर दूसरे बन्ने गुरु गोबिंद सिंह जी ने ही खालसा इसलिए साजिया कि बादशाह वालों हिंदुआं दे मंदिरां ते बुत्तां नूं ढाहे जाण दे खिलाफ लड़ाई की जाए अते ओह इस गल की शलाघा करते हैं कि उन्हां दे पिता ने हिंदुआं दे जनेऊ ते तिलक की राखी लई कुर्बानी दित्ती। उन्हां दे पिता गुरु तेग बहादुर साहिब की गिरफ्तारी का फौरी कारण यह सी कि कश्मीर के पंडित मुसलमान हाकमां तो अपने धर्म के बचाव लई उन्हां दी शरण आए सन, क्योंकि मुसलमान हाकम उन्होंने जबरदस्ती मुसलमान बनाना चाहते सन। सिखां ने इस धार्मिक राजसी अत्याचार के खिलाफ लड़ाई इस करके नहीं की कि वह ब्राह्मणवाद के हामी सन, बल्कि इसलिए की सी कि समाजी धार्मिक ते राजसी जां किसी भी तरह के दबाव हेठां किसी भी तरह की खिलाकी धार्मिक ते रूहानी तरक्की नहीं हो सकती। सिख लहर मुगल हाकमां के खिलाफ लड़ी। यह इतफाक की गल है कि उस वेले दे हाकम मुसलमान सन, पर यह लहर इस्लाम विरोधी या मुसलमान विरोधी नहीं सी। असीं वेख चुके हाँ कि अपनी उपज अते विचारधारा के पक्षों यह लहर सर्वलौकिक सी। यह मनुखता की आज़ादी की लहर सी, जिस विच समाज के सारे फिरके शामिल सन। यह गुरु गोबिंद सिंह ही सन जिन्हां ने मुगलों के धार्मिक दाबे अते राजसी जबर के खिलाफ लगातार लड़ाई लड़न वास्ते खालसा साजिया, पर उन्हां दी अपनी बाणी तो ही उन्हां दी सांझीवालता स्पष्ट हो जाती है। हिंदू ओ तुर्क कऊ राफजी इमाम साफी, मानस की जात सबे एके पहचानबो। देहुरा मसीत सोई पूजा ओ निवाज होई, मानस सबे एक पै अनेक को प्रभाव है। अल्लाह अपेक सोई पुराण ओ कुरान होई, एक ही स्वरूप सबे एक ही बनाओ है। अजिहे मुसलमानां दीयां मिसालां दित्तियां जा चुकियां हन जिन्हां ने मुगलां नाल गुरु जी की लड़ाई वेले गुरु साहिब का साथ दिता। उन्हां साथ इसलिए नहीं दिता कि उन्हां दा कोई संसारक मनोरथ सी, सगों इसलिए कि वह गुरु जी के मिशन नूं न्यायपूर्वक मानते सन। गुरु जी ने पीर सैयद बुद्धू शाह नूं रब का सच्चा उपासक कह के वडियाया, इस करके कि वह रब का मिशन पूरा कर रहा सी। गुरु जी ने पीर बुद्धू शाह नूं एक पग अते कंघा भेंट किया, जिसनूं उस दीयां अगलियां पीढ़ियां ने एक याद वजों संभाल के रखिया। बाद विच नाभे दे राजे ने यह चीज़ां उन्हां तों लै लईआं। चौथा, कबायली जां जगीरदाराना नहीं। सिखां दी हथियारबंद जद्दोजहद की बुनियाद किसी शख्सियत, घराणे, कुल, कबीले जां जगीरदारी प्रति वफादारियां जां उन्हां दीयां उमंगां उत्ते टिकी हुई नहीं सी। गुरु गोबिंद सिंह साहिब अपने जाती हित लई राजसी सत्ता हासिल नहीं करना चाहते सन। भूम को राज नहीं मन चाही अते हम क्या करनी शाही निकारी। साहिबजादियां दे जिउंदियां ही गुरु साहिब ने 5 प्यारियां नूं खालसे दे 94वें लीडर थाप दिता सी। कबीलियां विचों एक जट्टां दा ही कबीला सी, जिस विचों सिखां दी भर्ती ज़्यादा गिनती विच आई, पर खालसा सज्जन लई अमृत छकण वेले हर एक की जट जां होर कोई अपनी पहली कुल नाश करन दी सौगंध लैंदा सी। ब्राह्मणां, खत्रियां, जट्टां ते होर नीवियां जातां तो आए बंदियां ने अपनियां जातां दे तौर ते सिख लहर विच हिस्सा नहीं लिया सी, सगों खालसे दे बराबरी ते सांझीवाल भाईचारे दे मैंबर होण दे तौर ते हिस्सा लिया सी। मराठियां वांग खालसे नूं जोड़न वाली किसी इलाके जां कौम प्रति सांझी भावना भी नहीं सी। 5 प्यारे खालसे दे आगू सन। उन्हां विचों एक हस्तनापुर यूपी, एक द्वारका,
ਸੌਰਾਸ਼ਟਰ, ਇੱਕ ਬਿਦਰ ਕਰਨਾਟਕਾ ਅਤੇ ਇੱਕ ਜਗਨਨਾਥ ਉੜੀਸਾ ਤੋਂ ਸੀ। ਸਿੱਖਾਂ ਨੂੰ ਇੱਕ ਜੁੱਟ ਵਜੋਂ ਤੇ ਪੱਕੀ ਤਰ੍ਹਾਂ ਜੋੜਨ ਵਾਲੀ ਸ਼ਕਤੀ ਖਾਲਸੇ ਦੀ ਵਿਚਾਰਧਾਰਾ ਸੀ। ਮਸੰਦਾਂ ਵਿੱਚੋਂ ਬਹੁਤ ਸਾਰੇ ਜੱਟ ਸਨ। ਬ੍ਰਾਹਮਣ ਤੇ ਖੱਤਰੀ ਜੋ ਸਿੱਖ ਬਣੇ, ਉਹ ਜੱਟ ਮਸੰਦਾਂ ਅੱਗੇ ਝੁਕਣ ਲੱਗੇ ਝਿਜਕਦੇ ਨਹੀਂ ਸਨ। ਜੱਟਾਂ, ਕਲਾਲਾਂ ਤੇ ਸਭ ਤੋਂ ਨੀਵੀਂ ਜਾਤ ਵਿੱਚੋਂ ਆਏ ਰੰਗਰੇਟਿਆਂ ਨੂੰ ਖਾਲਸਾ ਦਲ ਵਿੱਚ ਹਰ ਕੋਈ ਆਪਣੇ ਬਰਾਬਰ ਮੰਨਦਾ ਸੀ। ਸਭ ਤੋਂ ਜ਼ਿਆਦਾ ਹੱਕਦਾਰ ਸਿੱਖਾਂ ਨੂੰ ਹੀ ਹਮੇਸ਼ਾ ਅਗਵਾਈ ਵਾਸਤੇ ਚੁਣਿਆ ਜਾਂਦਾ ਸੀ ਅਤੇ ਇਸ ਚੋਣ ਵਿੱਚ ਕਿਸੇ ਦੀ ਜ਼ਾਤ ਦਾ ਜਾਂ ਗਰੁੱਪ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ। ਗੁਰੂ ਸਾਹਿਬ ਤੋਂ ਬਾਅਦ ਜੱਟਾਂ ਨੇ ਗੈਰ ਜੱਟਾਂ ਦੀ ਅਗਵਾਈ ਨੂੰ ਮੰਨਿਆ ਤੇ ਬਾਅਦ ਵਿੱਚ ਜੱਸਾ ਸਿੰਘ ਕਲਾਲ ਦੀ ਅਗਵਾਈ ਨੂੰ। ਤਰਨਾ ਦਲ ਦੇ 5 ਡਿਵੀਜ਼ਨਾਂ ਵਿੱਚੋਂ ਸਿਰਫ 2 ਦੇ ਕਮਾਂਡਰ ਜੱਟ ਸਨ। ਛੋਟੇ ਘੱਲੂਘਾਰੇ ਵੇਲੇ ਸਿੱਖ ਫੌਜਾਂ ਦਾ ਕਮਾਂਡਰ ਸੁੱਖਾ ਸਿੰਘ ਸੀ, ਜੋ ਤਰਖਾਣਾ ਵਿੱਚੋਂ ਆਇਆ ਸੀ। ਇਹ ਪਰੰਪਰਾ ਇੰਨੀ ਮਜ਼ਬੂਤ ਹੋ ਗਈ ਕਿ ਮਿਸਲਾਂ ਦੇ ਦੌਰ ਵਿੱਚ ਇੱਕ ਮਿਸਲ ਦਾ ਸਰਦਾਰ ਜੱਸਾ ਸਿੰਘ ਤਰਖਾਣ ਸੀ। ਇਨਕਲਾਬੀ ਦੌਰ ਵਿੱਚ ਸਿਧਾਂਤਾਂ ਦੇ ਸਵਾਲਾਂ ਦੇ ਆਧਾਰ ਉੱਤੇ ਮਤਭੇਦਤਾ ਹੋਏ, ਪਰ ਐਸੀ ਇੱਕ ਵੀ ਮਿਸਾਲ ਨਹੀਂ ਮਿਲਦੀ ਜਿੱਥੇ ਖਾਲਸੇ ਵਿੱਚ ਜਾਤ, ਕੁਲ ਜਾਂ ਕਬੀਲੇ ਕਾਰਨ ਮਤਭੇਦ ਹੋਏ ਹੋਣ। ਮਤਭੇਦ ਦੀ ਤਾਂ ਗੱਲ ਹੀ ਛੱਡੋ, ਐਸੀ ਵੀ ਇੱਕ ਮਿਸਾਲ ਨਹੀਂ ਮਿਲਦੀ ਜਿੱਥੇ ਜਾਤ, ਕੁਲ ਜਾਂ ਕਬੀਲੇ ਦੇ ਆਧਾਰ ਉੱਤੇ ਕਦੇ ਚਰਚਾ ਵੀ ਹੋਈ ਹੋਵੇ। ਇਹ ਬਰਾਬਰੀ ਅਤੇ ਸਾਂਝੀਵਾਲਤਾ ਦੀ ਪੱਕੀ ਸਿੱਖ ਪਰੰਪਰਾ ਸੀ, ਜਿਸ ਦੇ ਉਦਾਲੇ ਸਿੱਖ ਲਹਿਰ ਦਾ ਵਿਕਾਸ ਹੋਇਆ, ਜਿਸ ਵਿਕਾਸ ਬਾਰੇ ਹੁਣ ਅਸੀਂ ਅੱਗੋਂ ਵਿਚਾਰ ਕਰਨੀ ਹੈ। ਪੰਨਾ ਨੰਬਰ 163 ਤੇ ਅੱਜ ਅਸੀਂ ਇਹ ਕਿਤਾਬ ਇੱਥੋਂ ਤੱਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।